ਰਾਖ ਲੇਵੂ ਹਮ ਤੇ ਬਿਗਰੀ। ਸੀਲ ਧਰਮ ਜਪ ਭਗਤ ਨ ਕੀਨੀ। ਹਉ ਅਭਿਮਾਨ ਟੇਢ ਪਗਰੀ। ਰਾਖ ਲੇਵੂ ਹਮ ਤੇ ਬਿਗਰੀ। ਸੀਲ ਧਰਮ ਜਪ ਭਗਤ ਨ ਕੀਨੀ। ਹਉ ਅਭਿਮਾਨ ਟੇਢ ਪਗਰੀ। ਰਹਾਉ ਅਮਰ ਜਾਨ ਸੰਚੀਏ ਕਾਇਆ। ਇਹ ਮਿਥਿਆ ਕਾਚੀ ਗਗਰੀ। ਜਿਨੇ ਨਵਾਜ ਸਾਜ ਹਮ ਕੀਏ। ਤਿਸੈ ਵਿਸਾਰ ਅਵਰ ਲਗਰੀ। ਸੰਦਕ ਤੋਹੇ ਸਾਧ ਨਹੀਂ ਕਹੀਓ। ਸ਼ਰਨ ਪਰੇ ਤੁਮਰੀ ਪਗਰੀ। ਕਹੈ ਕਬੀਰ ਇਹ ਬਿਨਤੀ ਸੁਨਿਓ। ਮਤ ਘਾਲੋ ਜਮ ਕੀ ਖਬਰੀ। ਸੰਦਕ ਤੋਹੇ ਸਾਧ ਨਹੀਂ ਕਹੀਓ। ਸ਼ਰਨ ਪਰੇ ਤੁਮਰੀ ਪਗਰੀ। ਕਹੈ ਕਬੀਰ ਇਹ ਬਿਨਤੀ ਸੁਨਿਓ। ਮਤ ਘਾਲੋ ਜਮ ਕੀ ਖਬਰੀ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ। ਗੁਰਦੇਵ ਦੀ ਹਜ਼ੂਰੀ ਵਿੱਚ ਦਿਨ ਦੇ ਗੁਰਮਤਿ ਸਮਾਗਮ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ। ਬਹੁਤ ਪਿਆਰ ਨਾਲ ਆਪ ਜੀ ਨੇ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਹੋਣਾ ਪਾਸੋਂ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦਾ ਸਾਰਿਆਂ ਨੇ ਆਪਾਂ ਪਾਠ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਰਾਗ ਬਿਲਾਵਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 856 ਦੇ ਉੱਪਰ ਸੁਭਾਇਮਾਨ ਹੈ। ਭਗਤ ਕਬੀਰ ਜੀ ਦੇ ਅਮੋਲਕ ਬਚਨ ਜਿਨ੍ਹਾਂ ਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ। ਸਿੱਖ ਦਾ ਪ੍ਰਥਮ ਕਰਮ ਹੈ, ਪਹਿਲਾ ਕਰਮ ਹੈ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਆਪਣੇ ਗੁਰੂ ਨੂੰ ਸਿਰ ਝੁਕਾਉਂਦੇ ਹਾਂ, ਨਮਸਕਾਰ ਕਰਦੇ ਹਾਂ। ਨਮਸਕਾਰ ਕਰਨ ਦਾ ਅਰਥ ਹੀ ਇਹੋ ਹੈ ਕਿ ਗੁਰਦੇਵ, ਮੈਂ ਆਪਣੀ ਮੱਤ ਇੱਥੇ ਛੱਡ ਕੇ ਜਾ ਰਿਹਾ ਹਾਂ ਅਤੇ ਤੁਹਾਡੇ ਕੋਲੋਂ ਸ੍ਰੇਸ਼ਟ ਮੱਤ ਜਿਹੜੀ ਗੁਰੂ ਦੀ ਮੱਤ ਹੈ, ਗੁਰੂ ਦੀ ਸਿੱਖਿਆ, ਉਹ ਇੱਥੋਂ ਲੈ ਕੇ ਜਾ ਰਿਹਾ ਹਾਂ। ਸਿਰ ਝੁਕਾਉਣ ਦਾ ਅਸਲ ਵਿੱਚ ਅਰਥ ਹੀ ਇਹੋ ਹੈ। ਤਾਂ ਪਾਤਸ਼ਾਹ ਜੀ ਨੇ ਇਹ ਵੀ ਬਚਨ ਕਹੇ ਨੇ ਵੀ ਤੁਧਨੋਂ ਨਿਮਣ ਮੰਨਣ ਤੇਰਾ ਨਾਉ। ਗੁਰੂ ਦੀ ਗੱਲ ਨੂੰ ਮੰਨਣਾ ਹੀ ਗੁਰੂ ਦੇ ਅੱਗੇ ਸਿਰ ਝੁਕਾਉਣਾ ਹੈ। ਜੇ ਮਨੁੱਖ ਗੁਰੂ ਦੀ ਗੱਲ ਨੂੰ ਮੰਨਦਾ ਨਹੀਂ, ਫਿਰ ਭਾਵੇਂ ਲੰਮੇ ਪੈ ਪੈ ਕੇ ਡੰਡੌਤਾਂ ਕਰੀ ਜਾਵੇ, ਫਿਰ ਸਤਿਗੁਰੂ ਜੀ ਕਹਿੰਦੇ ਨੇ ਅਪਰਾਧੀ ਦੂਣਾ ਨਿਵੇਂ ਜਿਉ ਹੰਤਾ ਮਿਰਗਾ ਹੈ। ਵੀ ਮਨੁੱਖ ਹਿਰਨ ਨੂੰ ਮਾਰਨ ਵਾਸਤੇ ਸ਼ਿਕਾਰੀ ਕਈ ਕਿੱਲਿਆਂ ਤੱਕ ਉਹ ਅਰਕਾਂ ਪਰਨੇ ਹੋ ਕੇ ਰੇਂਗਦਾ ਹੈ। ਇਹਦਾ ਅਰਥ ਨਹੀਂ ਵੀ ਉਹ ਹਿਰਨ ਦਾ ਸਤਿਕਾਰ ਕਰਦਾ ਹੈ। ਉਹ ਇਸ ਵਾਸਤੇ ਧਰਤੀ 'ਤੇ ਲੰਮਾ ਪੈਂਦਾ ਕਿ ਮੈਂ ਹਿਰਨ ਦਾ ਨਿਸ਼ਾਨਾ ਸਾਧ ਸਕਾਂ। ਹਰ ਝੁਕਣ ਵਾਲਾ ਬੰਦਾ ਸਤਿਕਾਰ ਨਹੀਂ ਕਰਦਾ ਹੁੰਦਾ। ਇਹ ਜ਼ਿੰਦਗੀ 'ਚ ਨੋਟ ਕਰਨਾ। ਹਰ ਝੁਕਣ ਵਾਲਾ ਬੰਦਾ ਜ਼ਰੂਰੀ ਨਹੀਂ ਤੁਹਾਡਾ ਅਦਬ ਕਰਦਾ, ਕਿਉਂਕਿ ਕਈ ਵਾਰੀ ਅਪਰਾਧੀ ਬੰਦਾ ਆਮ ਲੋਕਾਂ ਨਾਲੋਂ ਵੱਧ ਨਿਉਂਦਾ ਹੈ, ਵੱਧ ਝੁਕਦਾ ਹੈ, ਤਾਂ ਕਿ ਲੋਕਾਂ ਨੂੰ ਉਹਦੇ ਕਪਟਪੁਣੇ ਦਾ, ਉਹਦੇ ਬੇਈਮਾਨੀ ਦਾ ਪਤਾ ਨਾ ਲੱਗ ਸਕੇ। ਚੋਰੀ ਕਰਦਾ ਇਨਸਾਨ ਫੜਿਆ ਜਾਵੇ, ਕਦੇ ਉਹਨੂੰ ਤਰਲੇ ਲੈਂਦਿਆਂ ਨੂੰ ਵੇਖੋ ਕਿੱਦਾਂ ਤਰਲੇ ਲੈਂਦਾ, ਕਿੱਦਾਂ ਤੁਹਾਡੇ ਗੋਡੀਆਂ ਹੱਥ ਲਾਉਂਦਾ ਹੈ, ਤੁਹਾਡੇ ਗਾੜੀ ਹੱਥ ਜੋੜੇਗਾ। ਕੀ ਉਹ ਸਤਿਕਾਰ ਕਰ ਰਿਹਾ? ਨਹੀਂ। ਉਹ ਮਨ ਵਿੱਚ ਸੋਚ ਰਿਹਾ ਵੀ ਇੱਕ ਵਾਰੀ ਮੈਨੂੰ ਛੱਡ ਦਿਓ, ਦੁਬਾਰਾ ਤੁਹਾਡੇ ਹੱਥ ਨਹੀਂ ਆਉਂਦਾ। ਉਹਦਾ ਅਰਥ ਇਹ ਨਹੀਂ ਵੀ ਉਹ ਇਹ ਕਹਿ ਰਿਹਾ ਵੀ ਅੱਜ ਤੋਂ ਬਾਅਦ ਇਹ ਕੰਮ ਮੈਂ ਬੰਦ ਕਰ ਦਿੱਤਾ ਨਾ। ਇੱਦਾਂ ਦਾ ਕਈ ਵਾਰੀ ਪਹਿਲਾਂ ਵੀ ਫੜਿਆ ਗਿਆ ਸੀ। ਉਹ ਅਪਰਾਧੀ ਬੰਦਾ ਅਪਰਾਧ ਕਰਦਾ, ਆਮ ਲੋਕਾਂ ਨਾਲੋਂ ਵੱਧ ਝੁਕਦਾ ਹੈ ਅਤੇ ਲੰਮੇ ਪੈ ਜਾਂਦਾ ਹੈ।
ਐਵੇਂ ਥੋੜ੍ਹਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਾਂ ਰੋਜ਼ ਸੋਹਲਾ ਸਾਹਿਬ ਦੀ ਬਾਣੀ ਪੜ੍ਹਦੇ ਹਾਂ। ਆਪਾਂ ਪੁੰਨ ਦੀ ਗੱਲ ਕਰਦੇ ਹਾਂ ਵੀ ਸਭ ਤੋਂ ਦੁਨੀਆ 'ਤੇ ਪੁੰਨ ਕਿਹੜਾ ਹੋਊਗਾ ਭਲਾ। ਆਪਾਂ ਆਮ ਕਹਿੰਦੇ ਹਾਂ ਵੀ ਪੁੰਨ ਦੇ ਕੰਮ ਕਰਨੇ ਚਾਹੀਦੇ ਆ। ਕੋਈ ਕਹੇਗਾ ਜੀ ਕਿਸੇ ਨੂੰ ਰੋਟੀ ਖਵਾ ਦਿਓ, ਇਹ ਪੁੰਨ ਦਾ ਕੰਮ ਹੈ। ਕਿਸੇ ਨੂੰ ਕੱਪੜਾ ਲੈ ਕੇ ਦੇ ਦਿਓ, ਇਹ ਪੁੰਨ ਦਾ ਕੰਮ ਹੈ। ਕਿਸੇ ਦੇ ਬੱਚੇ ਦੀ ਲੋੜਵੰਦ ਦੀ ਸਕੂਲ ਦੀ ਫੀਸ ਤਾਰ ਦਿਓ, ਇਹ ਪੁੰਨ ਦਾ ਕੰਮ ਹੈ। ਕਿਸੇ ਦਾ ਘਰ ਢੱਠਾ ਉਹਨੂੰ ਘਰ ਬਣਾ ਦਿਓ, ਇਹ ਪੁੰਨ ਦਾ ਕੰਮ ਹੈ। ਆਪਾਂ ਸਮਾਜ ਵਿੱਚ ਇਹਨੂੰ ਪੁੰਨ ਦਾ ਕੰਮ ਹੀ ਮੰਨਦੇ ਹਾਂ। ਇਹ ਪੁੰਨ ਦਾ ਕੰਮ ਹੈ, ਪਰ ਇੱਕ ਪੱਖ ਹੈ। ਪਰ ਦੁਨੀਆ ਅੰਦਰ ਸਭ ਤੋਂ ਵੱਡਾ ਪੁੰਨ ਦਾ ਕੰਮ ਪਤਾ ਕਿਹੜਾ? ਕਰ ਡੰਡੌਤ ਪੁੰਨ ਵੱਡਾ। ਵਾਹ ਵਾਹ, ਕਰ ਡੰਡੌਤ ਪੁੰਨ ਵੱਡਾ ਹੈ। ਸਵਾਦ ਆ ਗਿਆ। ਅਜੇ ਮੈਂ ਗੱਲ ਕਰ ਰਿਹਾ ਤਾਂ ਸਤਿਕਾਰਯੋਗ ਵੀਰਾਂ ਨੇ ਉਹ ਤੁਕ ਪੂਰੀ ਕਰਤੀ। ਇੱਦਾਂ ਜਦੋਂ ਅਸੀਂ ਬਾਣੀ ਨੂੰ ਵਿਚਾਰਨ ਲੱਗ ਪਏ ਨਾ, ਇੰਨਾ ਸੁਚੇਤ ਹੋ ਕੇ, ਤੇ ਸਵਾਦ ਆ ਜਾਓ। ਅੱਜ ਪ੍ਰੋਬਲਮ ਇਹ ਹੈ ਵੀ ਅਸੀਂ ਪੈਲਸਾਂ ਜਾਂਦੇ ਹਾਂ, ਉੱਥੇ ਲੱਚਰ ਗਾਇਕੀ ਚੱਲ ਰਹੀ ਹੁੰਦੀ ਹੈ, ਗਾਣੇ ਸਾਨੂੰ ਯਾਦ ਆ, ਤੇ ਟਾਵੇਂ ਆ ਜਿਨ੍ਹਾਂ ਨੂੰ ਆਪਣੇ ਗੁਰੂ ਦੀ ਬਾਣੀ ਯਾਦ ਹੋਏਗੀ। ਕਿਉਂਕਿ ਪਾਠ ਅਸੀਂ ਅੰਦਰ ਰਖਾਇਆ ਹੁੰਦਾ ਅਤੇ ਆਪ ਅਸੀਂ ਬਾਹਰ ਕੁਰਸੀਆਂ 'ਤੇ ਬੈਠੇ ਹੁੰਦੇ ਹਾਂ। ਗ੍ਰੰਥੀ ਸਿੰਘ ਅੰਦਰ ਹੇਕਾਂ ਲਾ ਲਾ ਪਾਠ ਕਰੀ ਜਾਂਦੇ ਆ। ਉਹ ਵਿਚਾਰੇ ਸੁਣਾਉਣ ਕਿਹਨੂੰ ਜੀ, ਜਦੋਂ ਸੁਣਨ ਵਾਲਾ ਕੋਈ ਅੱਗੇ ਬੋਲੋ ਸਾਰੇ ਜੀ ਬੈਠੇ। ਉਹ ਅੱਗੇ ਉਹ ਸਰੋਤਾ ਬੈਠਾ ਹੋਏਗਾ ਅਤੇ ਤਾਂ ਹੀ ਸੁਣਾਉਣਗੇ। ਹੁਣ ਉੱਥੇ ਕਰ ਡੰਡੌਤ ਪੁੰਨ ਵੱਡਾ ਹੈ। ਆਪਣੇ ਗੁਰੂ ਅੱਗੇ ਡੰਡੌਤ ਕਰਨੀ, ਦੁਨੀਆ ਦੇ ਸਾਰੇ ਜਿੰਨੇ ਪੁੰਨ ਨੇ ਉਹਨਾਂ ਦਾ ਸ੍ਰੇਸ਼ਠ ਪੁੰਨ ਹੈ, ਵੱਡਾ ਪੁੰਨ ਹੈ। ਅਤੇ ਡੰਡੌਤ ਸ਼ਬਦ ਪਤਾ ਕਿਉਂ ਵਰਤਿਆ? ਪਿੰਡਾਂ ਵਿੱਚ ਆਪਣੇ ਨਾ ਆਮ ਹੀ ਇੱਕ ਬੋਲੀ ਬਜ਼ੁਰਗ ਬੋਲਦੇ ਹੁੰਦੇ ਸੀ। ਜਦੋਂ ਕੋਈ ਨਿਆਣਾ ਆਖੇ ਨਾ ਲੱਗਣਾ, ਅਤੇ ਦਾਦੇ ਨੇ ਕਈ ਵਾਰੀ ਪਿਆਰ 'ਚ ਪਿਓ ਨੇ ਕਹਿਣਾ, ਕਾਕਾ ਤੈਨੂੰ ਮੈਂ ਡੰਡੇ ਵਾਂਗੂ ਸਿੱਧਾ ਕਰ ਦੂੰ। ਉਹਦਾ ਅਰਥ ਕੀ ਭਲਾ? ਵੀ ਡੰਡੇ 'ਚ ਵਲ ਕੋਈ ਨਹੀਂ ਹੁੰਦਾ। ਅਤੇ ਜਲੇਬੀ 'ਚ ਕਿੰਨੇ ਵਲ ਹੁੰਦੇ ਨੇ ਭਲਾ? ਬਹੁਤ ਵਲ ਹੁੰਦੇ ਨੇ। ਜਿੱਦਾਂ ਜਲੇਬੀ 'ਚ ਵਲ ਆ, ਜਿਵੇਂ ਰੱਸੀ 'ਚ ਵਲ ਆ, ਬੰਦੇ 'ਚ ਵੀ ਬੋਲੋ ਸਾਰੇ ਜੀ ਇੰਨੇ ਹੀ ਵਲ ਵਾ। ਗੁਰੂ ਸਾਹਿਬ ਕਹਿੰਦੇ ਬੰਦਿਆ, ਜੇ ਜ਼ਿੰਦਗੀ 'ਚ ਤੂੰ ਵਾਕਈ ਪੁੰਨ ਕਰਨਾ ਚਾਹੁੰਦਾ ਨਾ, ਤੇ ਡੰਡੇ ਵਰਗਾ ਸਿੱਧਾ ਹੋ ਜਾ। ਅੱਜ ਬੰਦਾ ਡੰਡੇ ਵਰਗਾ ਸਿੱਧਾ ਨਹੀਂ। ਹੁਣ ਡੰਡੇ ਵਰਗਾ ਸਿੱਧਾ ਹੋਣ ਦਾ ਅਰਥ ਪਤਾ ਕੀ ਹੈ? ਮਨ, ਬਚਨ ਅਤੇ ਕਰਮ। ਜੋ ਤੁਹਾਡੇ ਮਨ ਵਿੱਚ ਹੈ ਉਹ ਤੁਹਾਡੀ ਜ਼ੁਬਾਨ ਬੋਲੇ, ਜੋ ਤੁਹਾਡੀ ਜ਼ੁਬਾਨ ਬੋਲੇ ਉਹਦੇ ਮੁਤਾਬਕ ਕੰਮ ਕਰੋ। ਇਹਨੂੰ ਕਿਤੇ ਡੰਡੇ ਵਾਂਗੂ ਸਿੱਧਾ ਹੋਣਾ। ਵਲ ਕਦੋਂ ਪੈਣਾ? ਵਲ ਉਦੋਂ ਪੈਣਾ ਜਦੋਂ ਮਨ ਵਿੱਚ ਕੁਝ ਹੋਰ ਆ, ਜ਼ੁਬਾਨ ਕੁਝ ਹੋਰ ਬੋਲਦੀ ਆ, ਅਤੇ ਕਰਮ ਬੰਦਾ ਕੁਝ ਹੋਰ ਕਰ ਰਿਹਾ। ਜਲੇਬੀ ਬਣ ਗਈ। ਦੁਨੀਆ ਇੱਥੇ ਦੁਖੀ ਹੈ, ਬਸ ਇੱਥੇ ਦੁੱਖ ਆ। ਕਿਸੇ ਨੇ ਕਿਸੇ ਨੂੰ ਦੁਖੀ ਨਹੀਂ ਕੀਤਾ। ਜਿਹੜੇ ਆਪਾਂ ਇਲਜ਼ਾਮ ਲਾਉਂਦੇ ਨਾ, ਮੈਨੂੰ ਫਲਾਣੇ ਨੇ ਦੁਖੀ ਕੀਤਾ, ਮੈਨੂੰ ਫਲਾਣੇ ਕਿਸੇ ਕੋਲ ਇੰਨਾ ਟਾਈਮ ਹੈ ਨਹੀਂ ਜੀ ਅੱਜ ਦੇ ਸਮੇਂ ਕਿ ਤੁਹਾਨੂੰ ਅਗਲਾ 20-25 ਕਿਲੋਮੀਟਰ 30 ਕਿਲੋਮੀਟਰ ਘਰੋਂ ਗੱਡੀ ਲੈ ਕੇ ਪੈਟਰੋਲ ਫੂਕ ਕੇ ਤੁਹਾਨੂੰ ਦੁਖੀ ਕਰਨ ਆਵੇ। ਬੰਦਾ ਆਪਣੇ ਕੰਮਾਂ 'ਚ ਖੁਦ ਆਪ ਹੀ ਦੁਖੀ ਆ, ਕੋਈ ਕਿਸੇ ਨੂੰ ਦੁਖੀ ਨਹੀਂ ਕਰ ਸਕਦਾ। ਜੇ ਤੁਸੀਂ ਦੁਖੀ ਨਹੀਂ ਹੋਣਾ ਚਾਹੁੰਦੇ, ਸਾਰੇ ਰਿਸ਼ਤੇਦਾਰ, ਸਾਰਾ ਪਿੰਡ, ਸਾਰੀ ਸਟੇਟ, ਈਵਨ ਸਾਰਾ ਦੇਸ਼, ਸਾਰੀ ਦੁਨੀਆ ਇੱਕ ਬੰਨੇ ਹੋ ਜਾਏ, ਤੁਹਾਨੂੰ ਕੋਈ ਦੁਖੀ ਨਹੀਂ ਕਰ ਸਕਦਾ। ਐਗਜ਼ਾਮਪਲ ਦੇਵਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮੇਂ ਦੀਆਂ ਸਰਕਾਰਾਂ ਦੁਖੀ ਕਰਨਾ ਚਾਹੁੰਦੀਆਂ ਨੇ ਕਿ ਇਹ ਦੁਖੀ ਕਰੀਏ, ਇਹਨੂੰ ਅਸੀਂ ਅੱਖਾਂ 'ਚ ਹੰਝੂ ਲਿਆਈਏ। ਚਾਰੇ ਸਾਹਿਬਜ਼ਾਦੇ ਕੁਰਬਾਨ ਕਰਤੇ, ਬੱਚਿਆਂ ਦੀਆਂ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਲੰਘ ਹੈ, ਪਰ ਪਾਤਸ਼ਾਹ ਦੀਆਂ ਅੱਖਾਂ 'ਚ ਹੰਝੂ ਨਹੀਂ ਲਿਆ ਸਕੇ ਉਹ, ਕਿਉਂਕਿ ਪਾਤਸ਼ਾਹ ਦੁਖੀ ਨਹੀਂ ਹੋਣਾ ਚਾਹੁੰਦੇ। ਉਹ ਕਿਵੇਂ ਦੁਖੀ ਕਰ ਦਿੰਦੇ? ਇਹਦਾ ਮਤਲਬ ਅਸੀਂ ਦੁਖੀ ਹੋਣਾ ਚਾਹੁੰਦੇ, ਸਾਨੂੰ ਕੋਈ ਫੋਨ 'ਤੇ ਗੱਲ ਹੀ ਕਹਿ ਦੇ ਅਤੇ ਆਪਾਂ ਮੂੰਹ ਜਾ ਵੱਟ ਕੇ ਬਹਿ ਜਾਂਦੇ। ਕੀ ਹੋਇਆ ਜੀ, ਮੈਨੂੰ ਫਲਾਣੇ ਨੇ ਆਹ ਗੱਲ ਕਹਿ ਦਿੱਤੀ। ਇਹਦਾ ਮਤਲਬ ਤੁਹਾਨੂੰ ਉਹ ਦੁਖੀ ਕਰ ਗਿਆ। ਇਹਦਾ ਮਤਲਬ ਤੁਸੀਂ ਇੰਨੇ ਕਮਜ਼ੋਰ ਜੇ। ਤੁਸੀਂ ਕਿਸੇ ਬੰਦੇ ਦੀ ਗੱਲ ਕਹੀ ਹੋਏ ਅਤੇ ਆਪਣੀ ਘਰ ਰੋਟੀ ਛੱਡ ਕੇ ਬਹਿ ਗਏ ਜੇ। ਇਹਦਾ ਮਤਲਬ ਤੁਸੀਂ ਇੰਨੇ ਕਮਜ਼ੋਰ ਜੇ। ਤੁਸੀਂ ਕਿਸੇ ਬੰਦੇ ਦੀ ਕਹੀ ਹੋਈ ਗੱਲ 'ਤੇ ਆਪਣੇ ਘਰ 'ਚ ਲੜਾਈ ਪਾ ਕੇ ਬਹਿ ਜੇ। ਇੰਨੇ ਕੱਚੇ ਜੇ ਤੁਸੀਂ। ਕਿਉਂਕਿ ਅੱਜ ਇਨਸਾਨ ਜ਼ਿੰਦਗੀ ਜਿਉਣ 'ਚ ਫੇਲ ਹੋ ਗਿਆ। ਅਮੀਰੀ ਮਾਰਬਲ ਲਾਉਣ ਨਾਲ, ਅਮੀਰੀ ਚੰਗੇ ਦਰਵਾਜ਼ੇ ਲਾਉਣ ਨਾਲ, ਅਮੀਰੀ ਵੱਡੀ ਗੱਡੀ ਲੈਣ ਨਾਲ ਨਹੀਂ। ਅਮੀਰੀ ਹੈ ਤੁਸੀਂ ਜ਼ਿੰਦਗੀ ਕਿੱਦਾਂ ਜਿਉਂਦੇ ਹੋ। ਬਿਲਾਵਲ ਰਾਗ ਦਾ ਆਪਾਂ ਸ਼ਬਦ ਪੜ੍ਹਿਆ, ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ। ਆਓ ਸਾਰੇ ਜਾਣੇ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਨਾਲ ਦਾਸ ਦੀ ਫਤਿਹ ਪ੍ਰਵਾਨ ਕਰੋ ਅਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਸਾਰੇ ਇੱਕ ਵਾਰ ਰਲ ਕੇ ਇਹਨਾਂ ਤੁਕਾਂ ਦਾ ਪਾਠ ਕਰ ਲਈਏ, ਫਿਰ ਆਪਾਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਬੜੇ ਪਿਆਰ ਨਾਲ ਸਾਰੀ ਸੰਗਤ ਹਾਜ਼ਰੀ ਲਵਾਓ ਜੀ।
ਗੁਰ ਪੂਰੈ ਮੇਰੀ ਰਾਖ ਲਈ, ਗੁਰ ਪੂਰੈ ਮੇਰੀ ਰਾਖ ਲਈ। ਗੁਰਪੂਰੈ ਮੇਰੀ ਰਾਖ ਲਈ, ਗੁਰਪੂਰੈ ਮੇਰੀ ਰਾਖ ਲਈ। ਗੁਰ ਪੂਰੈ ਮੇਰੀ ਰਾਖ ਲਈ, ਗੁਰ ਪੂਰੈ ਮੇਰੀ ਰਾਖ ਲਈ। ਗੁਰਪੂਰੈ ਮੇਰੀ ਰਾਖ ਲਈ, ਗੁਰਪੂਰੈ ਮੇਰੀ ਰਾਖ ਲਈ। ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ। ਜਨਮ ਜਨਮ ਕੀ ਮੈਲ ਗਈ, ਜਨਮ ਜਨਮ ਕੀ ਮੈਲ ਗਈ। ਜਨਮ ਜਨਮ ਕੀ ਮੈਲ ਗਈ, ਜਨਮ ਜਨਮ ਕੀ ਮੈਲ ਗਈ। ਗੁਰ ਪੂਰਾ ਜਿਨ ਸਿਮਰਿਆ, ਗੁਰ ਪੂਰਾ ਜਿਨ ਸਿਮਰਿਆ। ਗੁਰਪੂਰਾ ਜਨ ਸਿਮਰਿਆ, ਗੁਰਪੂਰਾ ਜਨ ਸਿਮਰਿਆ। ਸੇਈ ਭੈ ਨਿਹਾਲ, ਸੇਈ ਭੈ ਨਿਹਾਲ। ਸਈ ਭੈ ਨਿਹਾਲ, ਸਈ ਭੈ ਨਿਹਾਲ। ਨਾਨਕ ਨਾਮ ਆਰਾਧਨਾ, ਨਾਨਕ ਨਾਮ ਆਰਾਧਨਾ। ਨਾਨਕ ਨਾਮ ਆਰਾਧਨਾ, ਨਾਨਕ ਨਾਮ ਆਰਾਧਨਾ। ਕਾਰਜ ਆਵੈ ਰਾਸ, ਕਾਰਜ ਆਵੈ ਰਾਸ। ਰਾਖ ਲਿਓ ਹਮ ਤੇ ਬਿਗਰੀ, ਰਾਖ ਲਿਓ ਹਮ ਤੇ ਬਿਗਰੀ। ਰਾਖ ਲਿਓ ਹਮ ਤੇ ਬਿਗਰੀ, ਰਾਖ ਲਿਓ ਹਮ ਤੇ ਬਿਗਰੀ। ਰਾਖ ਲਿਓ ਹਮ ਤੇ ਬਿਗਰੀ, ਰਾਖ ਲਿਓ ਹਮ ਤੇ ਬਿਗਰੀ। ਰਾਖ ਲਿਓ ਹਮ ਤੇ ਬਿਗਰੀ, ਰਾਖ ਲਿਓ ਹਮ ਤੇ ਬਿਗਰੀ। ਸੀਲ ਧਰਮ ਜਪ ਭਗਤ ਨ ਕੀਨੀ, ਸੀਲ ਧਰਮ ਜਪ ਭਗਤ ਨ ਕੀਨੀ। ਸੀਲ ਭਰਮ ਜਪ, ਸੀਲ ਭਰਮ, ਸੀਲ ਧਰਮ ਜਪ ਭਗਤ ਨ ਕੀਨੀ, ਸੀਲ ਧਰਮ ਜਪ ਭਗਤ ਨ ਕੀਨੀ। ਸੀਲ ਧਰਮ ਜਪ ਭਗਤ ਨਾ ਕੀਨੀ, ਸੀਲ ਭਗਤ ਨਾ ਕੀਨੀ। ਹਉ ਅਭਿਮਾਨ ਟੇਢ ਪਗਰੀ, ਹਉ ਅਭਿਮਾਨ ਟੇਢ ਪਗਰੀ। ਅਭਮਾਨ ਟੇਢ ਪਗਰੀ, ਅਭਮਾਨ ਟੇਢ ਪਗਰੀ। ਅਮਰ ਜਾਨ ਸੰਚੀਏ ਕਾਇਆ, ਅਮਰ ਜਾਨ ਸੰਚੀਏ ਕਾਇਆ। ਅਮਰ ਜਾਨ ਸੰਜੀਏ ਕਾ, ਵਾਹ ਵਾਹ। ਅਮਰ ਜਾਨ ਸੰਜੀਏ ਕਾ। ਇਹ ਮਿਥਿਆ ਕਾਚੀ ਗਗਰੀ, ਇਹ ਮਿਥਿਆ ਕਾਚੀ ਗਗਰੀ। ਇਹ ਮਿਥਿਆ ਕਾਚੀ ਗਗਰੀ, ਇਹ ਮਿਥਿਆ ਕਾਚੀ ਗਗਰੀ। ਸੰਦਕ ਤੋਹੇ ਸਾਧ ਨਹੀਂ ਕਹੀਓ, ਸੰਦਕ ਤੋਹੇ ਸਾਧ ਨਹੀਂ ਕਹੀਓ। ਸੰਗਤ ਤੋਹੇ ਸਾਧ ਨ ਕਹੀਓ, ਸੰਗਤ ਤੋਹੇ ਸਾਧ ਨ ਕਹੀਓ। ਸ਼ਰਨ ਪਰੇ ਤੁਮਰੀ ਪਗਰੀ, ਸ਼ਰਨ ਪਰੇ ਤੁਮਰੀ ਪਗਰੀ। ਸ਼ਰਨ ਪਰੇ ਤੁਮਰੀ ਪਗਰੀ, ਸ਼ਰਨ ਪਰੇ ਤੁਮਰੀ ਪਗਰੀ। ਕਹਿ ਰਵਿਦਾਸ ਇਹ ਬਿਨਤੀ ਸੁਣਿਓ, ਕਹਿ ਕਬੀਰ ਇਹ ਬਿਨਤੀ ਸੁਣਿਓ। ਹੈ ਕਬੀਰ ਇਹ ਬੇਨਤੀ ਸੁਣ, ਹੈ ਕਬੀਰ ਇਹ ਬੇਨਤੀ ਸੁਣ। ਮਤ ਘਾਲੋ ਜਮ ਕੀ ਖਬਰੀ, ਮਤ ਘਾਲੋ ਜਮ ਕੀ ਖਬਰੀ। ਕਾਲੋ ਚਮਕੀ ਖਬਰੀ, ਮਤ ਕਾਲੋ ਚਮਕੀ ਖਬਰੀ। ਮਤ ਘਾਲੋ ਜਮ ਕੀ ਖਬਰੀ, ਮਤ ਘਾਲੋ ਜਮ ਕੀ ਖਬਰੀ। ਕਾਲੋ ਚਮਕੀ ਖਬਰੀ, ਮਤ ਕਾਲੋ ਚਮਕੀ ਖਬਰੀ। ਰਾਖ ਲਿਵੋ ਹਮ ਤੇ ਬਿਗਰੀ, ਰਾਖ ਲਿਵੋ ਹਮ ਤੇ ਬਿਗਰੀ। ਰਾਖ ਲਿਓ ਹਮ ਤੇ ਬਿਗਰੀ, ਰਾਖ ਲਿਓ ਹਮ ਤੇ ਬਿਗਰੀ। ਮਨੁੱਖ ਦੀ ਜ਼ਿੰਦਗੀ 'ਚ ਕੋਈ ਨੁਕਸਾਨ ਹੁੰਦਾ ਹੈ, ਕੋਈ ਟਾਵਾਂ ਹੈ ਜਿਹੜਾ ਨੁਕਸਾਨ ਨੂੰ ਇਹ ਕਵੇ ਕਿ ਮੇਰੀ ਗਲਤੀ ਨਾਲ ਹੋਇਆ ਹੈ। ਤੁਸੀਂ ਕਦੀ ਜ਼ਿੰਦਗੀ 'ਚ ਕਰਿਓ, ਘਰਾਂ ਵਿੱਚ ਨਿੱਕੇ ਤੋਂ ਨਿੱਕੇ ਕੰਮ, ਵੱਡੇ ਤੋਂ ਵੱਡੇ ਕੰਮ ਜਦੋਂ ਵਿਗੜਦੇ ਨੇ
ਕੋਈ ਵਿਰਲਾ ਸੂਰਮਾ ਹੁੰਦਾ ਜਿਹੜਾ ਕਹਿੰਦਾ ਵੀ ਇਹ ਜਿਹੜਾ ਵਿਗੜ ਗਿਆ ਕੰਮ ਨਾ, ਇਹਦੀ ਜ਼ਿੰਮੇਵਾਰੀ ਮੈਂ ਲੈਣਾ। ਜੇ ਅੱਜ ਮੇਰਾ ਨੂੰਹ ਪੁੱਤ ਮੇਰੇ ਨਾਲ ਨਹੀਂ ਰਹਿੰਦਾ, ਜਾਂ ਸਾਡਾ ਜਵਾਈ ਸਾਡੇ ਨਾਲ ਉਹਦੀ ਬਣਦੀ ਨਹੀਂ, ਤੇ ਮੈਂ ਮੰਨਦਾ ਵੀ ਇਹ 'ਚ ਕਮੀ ਨਾ ਕਿਤੇ ਮੇਰੇ ਸੁਭਾਅ 'ਚ। ਨਹੀਂ ਤੇ ਬੰਦਾ ਇੱਕ ਦੂਜੇ ਨੂੰ ਕੀ ਕਹਿੰਦਾ, ਮੈਂ ਸਹੀ ਹਾਂ। ਬੋਲੋ ਸਾਰੇ ਜੀ, ਅਗਲਾ ਗਲਤ ਹੈ। ਅੱਛਾ, ਜਦੋਂ ਤੁਸੀਂ ਅਗਲੇ ਨੂੰ ਪੁੱਛਣ ਜਾਣਾ, ਉਹਨੇ ਕੀ ਕਹਿਣਾ? ਹੁਣ ਜਿਹੜਾ ਫੈਸਲਾ ਕਰਨ ਵਾਲਾ ਉਹ ਬੰਦਾ ਕਹਿੰਦਾ ਵੀ ਮੈਂ ਵੀ ਇੱਕ ਪੱਖ ਸੁਣਿਆ ਤੇ ਮੈਨੂੰ ਲੱਗਾ ਸਾਰਾ ਗਲਤ ਉਹ ਆ। ਜਦੋਂ ਮੈਂ ਅਗਲੇ ਦਾ ਪੱਖ ਸੁਣਿਆ, ਹੁਣ ਮੈਨੂੰ ਸਾਰਾ ਗਲਤ ਇਹ ਲੱਗਣ ਡਿਆ। ਤੇ ਦੋਵਾਂ ਵਿੱਚੋਂ ਇਹ ਨਹੀਂ ਕਹਿੰਦੇ ਵੀ ਇੱਕ ਸਾਰਾ ਗਲਤ ਹੈ। ਤਾੜੀ ਇੱਕ ਹੱਥ ਨਾਲ ਕਦੀ ਵੀ ਨਹੀਂ ਵੱਜਦੀ। ਧਿਆਨ ਨਾਲ ਸੁਣਿਓ ਗੱਲ, ਸ਼ਬਦ ਬੜਾ ਕਮਾਲ ਦਾ ਹੈ। 856 ਨੰਬਰ ਅੰਕ ਹੈ। ਜਿਨ੍ਹਾਂ ਘਰਾਂ 'ਚ ਪੋਥੀਆਂ ਨੇ, ਘਰ ਜਾ ਕੇ ਇੱਕ ਵਾਰੀ ਖੁਦ ਪੜ੍ਹਿਓ। ਇਹ ਮੈਂ ਬੇਨਤੀ ਕਰਦਾ ਹੁੰਦਾ। ਆ ਜੋਤਸ਼ੀਆਂ, ਪਾਂਧਿਆਂ, ਸਿਆਣਿਆਂ, ਬਾਬਿਆਂ, ਤਾਂਤਰਿਕਾਂ ਕੋਲੋਂ ਧੱਕੇ ਖਾਂਦੇ ਫਿਰਦੇ ਹਾਂ ਅਸੀਂ। ਕੋਈ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦਾ ਮੁਕਾਬਲਾ ਨਹੀਂ ਕਰ ਸਕਦਾ। ਅੱਜ ਜਿਨ੍ਹਾਂ ਵੱਡੇ ਵੱਡੇ ਬਾਬਿਆਂ ਕੋਲੋਂ ਅਸੀਂ ਚੌਂਕੀਆਂ ਭਰਨ ਜਾਂਦੇ ਹਾਂ ਨਾ, ਵੀ ਮੇਰੇ ਘਰ ਦਾ ਕਲੇਸ਼ ਹੈ, ਮੇਰੇ ਘਰ ਦਾ ਕਲੇਸ਼ ਹੈ। ਫਰਕ ਇਹ ਆ, ਦੁਨਿਆਵੀ ਦੇਹਧਾਰੀ ਆਪਣੇ ਨਾਲ ਜੋੜਨ ਵਾਸਤੇ ਇਹ ਕਹਿਣਗੇ ਤੂੰ ਸਹੀ ਆ, ਅਗਲਾ ਗਲਤ ਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਬੰਦਿਆ ਗਲਤੀ ਤੇਰੀ ਆ, ਆਪਣੇ ਆਪ ਨੂੰ ਸੁਧਾਰ ਲਾ, ਸਾਰਾ ਕੁਝ ਸਹੀ ਹੋ ਜਾਣਾ। ਹੁਣ ਸ਼ਬਦ ਦੀਆਂ ਪੰਕਤੀਆਂ ਵੇਖੋ, ਰਾਖ ਲੇਵੋ ਹਮ ਤੇ ਬਿਗੜੀ। ਹਮ ਦਾ ਅਰਥ ਮੈਂ। ਘਰਾਂ 'ਚ ਕਈ ਵਾਰੀ ਦੁੱਧ ਹੀ ਡੁੱਲ ਜੇ ਨਾ, ਹੁਣ ਤਾਂ ਸੁੱਖ ਨਾਲ ਅੱਜ ਕੱਲ੍ਹ ਕੈਮਰੇ ਲੱਗੇ ਨੇ, ਬੰਦਾ ਫਸ ਜਾਂਦਾ। ਘਰਾਂ 'ਚ ਵੀ ਕੈਮਰੇ ਲੱਗੇ ਹੁੰਦੇ ਵੀ ਕੋਈ ਚੀਜ਼ ਟੁੱਟ ਗਈ। ਤੁਸੀਂ ਕਦੀ ਬੱਚੇ ਵੇਖਿਓ, ਖੇਡਦਿਆਂ ਬੱਚੇ ਕੋਲ ਗਮਲਾ ਟੁੱਟ ਜੇ ਨਾ, ਜੇ ਪਤਾ ਲੱਗੇ ਵੀ ਕਿਸੇ ਨੇ ਵੇਖਿਆ ਨਹੀਂ, ਉਹ ਵੀ ਕੋਸ਼ਿਸ਼ ਕਰਦਾ ਵੀ ਮੈਂ ਵੱਡੀ ਭੈਣ ਦਾ ਨਾਂ ਲਾ ਦਾਂ, ਭਰਾ ਦਾ ਨਾਂ ਲਾ ਦੇਵਾਂ, ਕਿ ਨਹੀਂ ਤੇ ਮੇਰੀ ਸ਼ਾਮਤ ਆ ਜਾਣੀ। ਆਦਤ ਇਹ ਪਾਉਣੀ ਚਾਹੀਦੀ ਕਿ ਬੱਚਾ ਨੁਕਸਾਨ ਹੋ ਗਿਆ ਤਾਂ ਤੁਹਾਨੂੰ ਦੱਸੇ ਆਣ ਕੇ ਵੀ ਅੱਜ ਆ ਮੈਂ ਗੱਡੀ ਲੈ ਗਿਆ ਸੀ, ਆ ਮੇਰੇ ਕੋਲ ਮਾੜੀ ਜਿਹੀ ਬਾਰੀ ਲੱਗ ਗਈ ਗੱਡੀ ਦੀ। ਪਤਾ ਡਰਦਾ ਬੱਚਾ ਕਿਉਂ ਨਹੀਂ ਦੱਸਦਾ? ਕਾਰਨ ਲੱਭਿਆ ਕਦੀ? ਕਿਉਂਕਿ ਅਸੀਂ ਝਰੀਟ ਗੱਡੀ ਦੀ ਬਾਅਦ 'ਚ ਵੇਖਣੀ ਹੈ, ਤੌਣੀ ਬੱਚੇ ਦੀ ਪਹਿਲਾਂ ਲਾ ਦੇਣੀ ਹੈ। ਉਹ ਫਿਰ ਜ਼ਿੰਦਗੀ 'ਚ ਇਹ ਨੋਟ ਕਰਦਾ, ਇਹਦਾ ਮਤਲਬ ਮੇਰੇ ਮਾਂ-ਬਾਪ ਨੂੰ ਗੱਡੀ ਪਿਆਰੀ ਆ, ਮੈਂ ਪਿਆਰਾ ਨਹੀਂ। ਅੱਗੇ ਤੋਂ ਕੀ ਹੋਣਾ, ਵੱਡੇ ਤੋਂ ਵੱਡਾ ਉਹਨੇ ਨੁਕਸਾਨ ਬਾਹਰ ਕਰ ਆਉਣਾ, ਪਰ ਤੁਹਾਡੇ ਡਰ ਕਾਰਨ ਉਹਨੇ ਤੁਹਾਨੂੰ ਘਰ ਆਣ ਕੇ ਦੱਸਣਾ ਨਹੀਂ। ਉਹਦੇ ਨਾਲ ਇੱਦਾਂ ਦੀ ਦੋਸਤੀ ਪਾ ਲਓ ਕਿ ਤੁਹਾਨੂੰ ਨਿੱਕਾ ਵੀ ਨੁਕਸਾਨ ਦੱਸੇ ਆਣ ਕੇ। ਪਹਿਲੀ ਤੁਹਾਨੂੰ ਇਹ ਖੁਸ਼ੀ ਹੋਣੀ ਚਾਹੀਦੀ ਕਿ ਮੈਂ ਕਿੰਨਾ ਭਾਗਾਂ ਵਾਲਾ ਵਾਂ, ਇਹਨੇ ਮੈਨੂੰ ਆਣ ਕੇ ਸੱਚ ਦੱਸਤਾ, ਮੈਨੂੰ ਜ਼ੋਰ ਨਹੀਂ ਲਾਉਣਾ ਪਿਆ। ਮੈਨੂੰ ਗੁਆਂਢੀਆਂ ਤੋਂ ਨਹੀਂ ਪਤਾ ਲੱਗਾ, ਮੈਨੂੰ ਕਿਸੇ ਪਿੰਡ ਵਾਲੇ ਨੇ ਨਹੀਂ ਦੱਸਿਆ, ਮੈਨੂੰ ਮੇਰੇ ਪੁੱਤ ਨੇ, ਮੇਰੀ ਧੀ ਨੇ ਖੁਦ ਆਣ ਕੇ ਦੱਸਤਾ ਕਿ ਸਾਡੇ ਕੋਲੋਂ ਆਹ ਨੁਕਸਾਨ ਹੋ ਗਿਆ। ਹੁਣ ਇਹ ਸ਼ੁਰੂਆਤ ਆ। ਜਦੋਂ ਨਿੱਕੀ ਨਿੱਕੀ ਚੀਜ਼ ਦੀ ਤੁਸੀਂ ਸ਼ੁਰੂਆਤ ਕਰਨੀ ਸ਼ੁਰੂ ਕਰਤੀ, ਫਿਰ ਹੌਲੀ ਹੌਲੀ ਕੱਲ੍ਹ ਨੂੰ ਕੋਈ ਘਟਨਾ ਵੀ ਵਾਪਰ ਗਈ ਨਾ, ਤੇ ਫਿਰ ਬੱਚਾ ਪੁੱਤ ਧੀ ਤੁਹਾਨੂੰ ਆਣ ਕੇ ਖੁਦ ਦੱਸੂਗਾ ਕਿ ਡੈਡੀ ਮੇਰੇ ਕੋਲੋਂ ਆਹ ਮਿਸਟੇਕ ਹੋਈ ਹੈ। ਅਤੇ ਡੈਡੀ ਦਾ ਫਰਜ਼ ਬਣਦਾ, ਪੁੱਤਰ ਕੋਈ ਗੱਲ ਨਹੀਂ, ਅੱਗੇ ਤੋਂ ਧਿਆਨ ਰੱਖੀ, ਇਹੋ ਜਿਹੀ ਗਲਤੀ ਤੇਰੇ ਕੋਲ ਨਹੀਂ ਹੋਣੀ ਚਾਹੀਦੀ। ਬੱਚੇ ਦੇ ਦਿਮਾਗ 'ਚ ਇੱਕ ਮੈਸੇਜ ਜਾਣਾ ਕਿ ਮੇਰੇ ਪਿਓ ਨੂੰ ਚੀਜ਼ਾਂ ਨਹੀਂ ਪਿਆਰੀਆਂ, ਮੇਰੇ ਪਿਓ ਨੂੰ ਮੈਂ ਪਿਆਰਾ। ਅੱਜ ਅਸੀਂ ਵਸਤੂਆਂ ਇੰਨੀਆਂ ਪਿਆਰੀਆਂ ਕਰ ਲਈਆਂ, ਰਿਸ਼ਤੇ, ਕਦਰਾਂ ਕੀਮਤਾਂ ਖਿੱਚ ਗਈਆਂ। ਕਦੀ ਗੰਭੀਰਤਾ ਨਾਲ ਸੋਚ ਕੇ ਵੇਖਿਓ, ਅੱਜ ਮਨੁੱਖ ਦੇ ਕੋਲ ਟਾਈਮ ਹੈ ਨਹੀਂ ਇੱਕ ਦੂਜੇ ਕੋਲ ਬਹਿਣ ਲਈ। ਕਦੀ ਘਰ ਕੱਚੇ ਸੀ, ਪਰਿਵਾਰ ਇਕੱਠੇ ਹੋ ਕੇ ਸ਼ਾਮਾਂ ਨੂੰ ਬਹਿੰਦੇ, ਦੁੱਖ ਸੁੱਖ ਬੋਲਦੇ ਸੀ, ਤੇ ਬੰਦੇ ਬਿਮਾਰ ਵੀ ਘੱਟ ਹੁੰਦੇ ਸੀ। ਅੱਜ ਚਮਕ ਦਮਕ ਜ਼ਿਆਦਾ ਆ ਗਈ ਹੈ, ਤੇ ਬੰਦੇ ਮਾਨਸਿਕ ਤੌਰ 'ਤੇ ਅਪਸੈਟ ਅਤੇ ਆਵਾਜ਼ਾਰ ਜ਼ਿਆਦੇ ਨੇ। ਹੁਣ ਸ਼ਬਦ ਕਿੱਡਾ ਕਮਾਲ ਦਾ, ਕਹਿੰਦੇ ਰਾਖ ਲੇਵੋ ਹਮ ਤੇ। ਰਾਖ ਲੇਵੋ, ਰੱਖ ਲਓ, ਬਚਾ ਲਓ। ਆਪਣੇ ਮੋਬਾਈਲ ਫੋਨ ਸਾਇਲੈਂਟ ਮੋਡ 'ਤੇ ਕਰ ਲਓ ਜੀ, ਰਿੰਗ ਬੰਦ ਕਰ ਦਿਓ ਮੋਬਾਈਲ ਦੀ। ਜਿਹਨੂੰ ਨਹੀਂ ਕਰਨੀ ਹੁੰਦੀ ਉਹ ਦੂਜੇ ਕੋਲੋਂ ਕਰਾ ਲਓ। ਕਈ ਵਾਰੀ ਐਸਾ ਵੀ ਹੁੰਦਾ ਵੀ ਮੋਬਾਈਲ ਮਹਿੰਗੇ ਹੁੰਦੇ ਨੇ ਅਤੇ ਉਹਨੂੰ ਸਾਇਲੈਂਟ ਮੋਡ 'ਤੇ ਨਹੀਂ ਕਰਨਾ ਹੁੰਦਾ। ਇੱਕ ਦੂਜੇ ਦੀ ਹੈਲਪ ਲੈ ਲਓ। ਗੁਰੂ ਦੀ ਹਜ਼ੂਰੀ ਵਿੱਚ ਮੋਬਾਈਲ ਦੀ ਰਿੰਗ ਨਾ ਵੱਜੇ, ਆਪਾਂ ਗੁਰੂ ਦੀ ਗੋਦ 'ਚ ਬੈਠੇ। ਇਹ ਅਪਮਾਨ ਹੈ। ਮੈਂ ਇਹ ਸਮਝਦਾ, ਤੁਸੀਂ SSP ਨੂੰ ਮਿਲਣ ਜਾਓ ਨਾ, ਮੋਬਾਈਲ ਬਾਹਰ ਜਮ੍ਹਾਂ ਕਰਾ ਲੈਂਦੇ ਆ। ਉਹ ਕਹਿੰਦੇ ਅਫਸਰ ਦੇ ਸਾਹਮਣੇ ਤੁਹਾਡੇ ਮੋਬਾਈਲ ਦੀ ਰਿੰਗ ਨਹੀਂ ਵੱਜਣੀ ਚਾਹੀਦੀ। ਅਤੇ ਸਾਡਾ ਗੁਰੂ SSP ਤੋਂ ਵੀ ਥੱਲੇ ਆ। ਬੋਲੋ ਸਾਰੇ ਜੀ। ਸਾਡਾ ਗੁਰੂ ਐਡਾ ਮਹਾਨ ਹੋਵੇ ਅਤੇ ਉਹਦੇ ਦਰਬਾਰ 'ਚ ਸਾਡੇ ਮੋਬਾਈਲ ਦੀਆਂ ਰਿੰਗਾਂ ਵੱਜੀ ਜਾਣ, ਇਹਦਾ ਮਤਲਬ ਸਾਨੂੰ ਗੁਰੂ ਦੇ ਕੋਲ ਬੈਠਣ ਦੀ ਇਜਾਜ਼ਤ ਨਹੀਂ ਦੇ ਆਈ।
ਮੈਂ ਪਹਿਲੀ ਬੇਨਤੀ ਤੇ ਕਰਦਾ, ਜਦੋਂ ਕਿਸੇ ਗੁਰਦੁਆਰਾ ਸਾਹਿਬ ਜਾਓ, ਜੋੜਾ ਉਤਾਰਨ ਤੋਂ ਪਹਿਲਾਂ ਆਪਣੇ ਮੋਬਾਈਲ ਦੀ ਰਿੰਗ ਬੰਦ ਕਰ ਦਿਓ। ਅੱਜ ਤੋਂ ਇੱਕ ਕੰਮ ਤੇ ਪੱਲੇ ਬੰਨ੍ਹ ਕੇ ਲੈ ਜਾਓ ਨਾ। ਘਰੋਂ ਜਦੋਂ ਤੁਰੋ, ਜੇ ਨਹੀਂ ਕਰਨਾ ਆਉਂਦਾ ਤਾਂ ਘਰੋਂ ਨੂੰਹ ਪੁੱਤ ਨੂੰ ਕਹੋ ਕਿਸੇ ਪਰਿਵਾਰ ਦੀ ਨੂੰ ਇਹਦੀ ਰਿੰਗ ਬੰਦ ਕਰ ਦੇ, ਬਹੁਤ ਜ਼ਰੂਰੀ ਹੋਊਗਾ ਤਾਂ ਮੈਂ ਬਾਹਰ ਜਾ ਕੇ ਸੁਣ ਲੂੰ, ਨਹੀਂ ਤਾਂ ਮੈਂ 1.5-2 ਘੰਟੇ ਹੁਣ ਇਹਦੇ ਵੱਲ ਵੇਖਣਾ ਹੀ ਨਹੀਂ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਵਾਕ ਆਪਾਂ ਪੜ੍ਹੇ। ਮੈਂ ਪਹਿਲਾਂ ਕਿਹਾ ਜੀ ਕਿਸੇ ਨੂੰ ਨਹੀਂ ਕਰਨੀ ਆਉਂਦੀ ਤਾਂ ਕਿਸੇ ਕੋਲੋਂ ਹੈਲਪ ਲੈ ਲਓ। ਮੈਂ ਪਹਿਲਾਂ ਆਰੰਭ 'ਚ ਬੇਨਤੀ ਤਾਂ ਕੀਤੀ ਹੈ ਕਿ ਜਿਹਨੂੰ ਮੋਬਾਈਲ ਦੀ ਰਿੰਗ ਨਹੀਂ ਬੰਦ ਕਰਨੀ ਆਉਂਦੀ, ਕਿਉਂਕਿ ਅਸੀਂ ਉਹਨਾਂ ਕੁ ਸਿੱਖਿਆ ਹੁੰਦਾ ਨਾ ਵੀ ਹਰੇ ਤੋਂ ਚੁੱਕਣਾ ਤੇ ਲਾਲ ਤੋਂ, ਬੋਲੋ ਸਾਰੇ ਜੀ। ਕਈ ਵਾਰੀ ਨਿਆਣੇ ਵਿਦੇਸ਼ਾਂ 'ਚ ਹੁੰਦੇ, ਉਹ ਮਹਿੰਗਾ ਫੋਨ ਡੈਡੀ ਮੰਮੀ ਲਈ ਘੱਲ ਦਿੰਦੇ। ਹੁਣ ਡੈਡੀ ਮੰਮੀ ਨੂੰ ਜਾਬਾ ਵੀ ਜ਼ਿਆਦਾ ਚਲਾਉਣਾ ਨਹੀਂ ਆਉਂਦਾ, ਸੌਖਾ ਕੰਮ ਆ ਜੀ। ਮੈਂ ਇੱਕ ਦਿਨ ਇੱਕ ਗੁਰਦੁਆਰੇ ਬੋਲ ਬੈਠਾ, ਮੈਂ ਕਿਹਾ ਵੀ ਮੇਰੀ ਬੇਨਤੀ ਆ, ਜਿਹਦੀ ਗੁਰਦੁਆਰੇ ਮੋਬਾਈਲ ਦੀ ਰਿੰਗ ਵੱਜੇ ਨਾ, ਉਹਨੂੰ ਸੰਗਤ ਵੱਲੋਂ ਇੱਕ ਸਜ਼ਾ ਲਾਉਣੀ ਚਾਹੀਦੀ, 500 ਰੁਪਏ ਦੀ ਰਸੀਦ ਕਟਾ ਗੁਰਦੁਆਰੇ ਨੂੰ, ਕੋਈ ਸੇਵਾ ਲਾ ਦਿਓ ਉਹਨੂੰ। ਮੈਂ ਕਿਹਾ ਅੱਗੇ ਤੋਂ ਪਤਾ, ਜਿਹਦੇ ਪਰਿਵਾਰ ਦੇ 2 ਜੀ ਆਏ ਹੋਏ, ਜਦੋਂ 1000 ਰੁਪਏ ਦੀ ਰਸੀਦ ਕੱਟੀ ਗਈ, ਉਹਨਾਂ ਘਰੋਂ ਕਹਿਣਾ ਕਾਕਾ ਪਿਛਲੀ ਵਾਰੀ ਤੇਰੀ ਮੰਮੀ ਦੇ ਮੋਬਾਈਲ ਦੀ ਰਿੰਗ ਵੀ ਵੱਜ ਗਈ, ਮੇਰੀ ਵੱਜ ਗਈ, ਵੱਡੇ ਭਰਾ ਦੀ 1500 ਦੇਣਾ ਪਿਆ, ਤੂੰ ਘਰੇ ਮੋਬਾਈਲ ਰੱਖ ਜਾ। ਜਦੋਂ ਚੰਡੀਗੜ੍ਹ ਜਾਂਦੇ ਆ, ਸਾਰੇ ਬੰਦੇ ਆਪਣੀਆਂ ਸੇਫਟੀ ਬੈਲਟਾਂ ਖਿੱਚ ਖਿੱਚ ਕੇ ਨਹੀਂ ਲਾਈ ਜਾਂਦੇ, ਇੱਥੇ ਕਿਉਂ ਨਹੀਂ ਲਾਉਂਦੇ ਭਲਾ? ਨਾ, ਇੱਥੇ ਆਂਦੇ SHO ਮਾਮਾ ਲੱਗਾ ਸਾਡਾ, ਗੁਰਦਾਸਪੁਰ ਮਾਮਾ ਲੱਗਾ ਆਪਣਾ, ਇੱਧਰ DSP ਲੱਗਾ ਬਟਾਲੇ ਆਪਣਾ ਚਾਚਾ, ਉਹਨੂੰ ਫੋਨ ਕਰ ਦੇਣਾ, ਕੰਨ ਨੂੰ ਫੋਨ ਲਾ ਦੇਣਾ। ਬਹੁਤੇ ਲੋਕ ਤਾਂ ਸਰਕਾਰਾਂ ਬਣਾਉਂਦੇ ਇਸੇ ਕਰਕੇ ਆ ਵੀ ਇੱਦਾਂ ਲੋੜ ਪੈਣ 'ਤੇ ਸਾਡੇ, ਬੋਲੋ ਸਾਰੇ, ਸਾਡੇ ਕੰਮ ਸਵਰਨਗੇ। ਤੁਹਾਡੇ ਵਿੱਚੋਂ ਕਈਆਂ ਦੇ ਵਿਦੇਸ਼ਾਂ 'ਚ ਪੁੱਤਰ ਧੀ ਹੋਣੇ ਆ, ਉਹਨਾਂ ਨੂੰ ਪੁੱਛ ਕੇ ਵੇਖਿਓ, ਉੱਥੇ ਲਿਹਾਜ਼ ਕਿਸੇ ਦਾ ਨਹੀਂ। ਉੱਥੋਂ ਦਾ PM ਵੀ ਅਗਲਾ ਕਿਤੇ ਰੈੱਡ ਬੱਤੀ ਪਾਰ ਕਰਕੇ ਲੰਘ ਜੇ ਨਾ, ਅਤੇ ਇੱਕ ਸਧਾਰਨ ਪੁਲਿਸ ਵਾਲਾ ਉਹਨੂੰ ਚਲਾਨ ਭੁਗਤਣ ਲਈ ਕਹਿ ਦਿੰਦਾ ਵੀ ਆਹ ਟਿਕਟ ਕੱਟ ਦਿੱਤੀ ਹੈ ਜੀ, ਇਹ ਤੁਹਾਨੂੰ ਟਿਕਟ ਦੇਣੀ ਪੈਣੀ ਹੈ। ਅਤੇ ਦੇਸ਼ ਦਾ PM ਵੀ ਖੁਸ਼ ਹੁੰਦਾ ਵੀ ਸ਼ੁਕਰ ਹੈ ਵੀ ਮੇਰੇ ਦੇਸ਼ ਦਾ ਸਿਪਾਹੀ ਇਮਾਨਦਾਰ ਆ। ਅਤੇ ਇੱਥੇ ਮੇਰੇ ਖਿਆਲ ਜੇ ਪੁਲਿਸ ਵਾਲਾ ਰੋਕ ਵੀ ਲਵੇ ਤਾਂ ਫੋਨ ਕਿਹਨੂੰ ਲਾਉਣਗੇ ਭਲਾ? ਬੋਲੋ ਸਾਰੇ ਜੀ। MLA ਜੇ ਪੇਪਰ ਨਾ ਹੋਇਆ ਤਾਂ ਆਹ ਸਮੱਸਿਆ ਸਾਡੀ ਸਭ ਤੋਂ ਵੱਡੀ। ਇੱਥੋਂ ਹੁਣ ਤਾਈਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ। ਤੋ ਖੈਰ, ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਰਾਖ ਲਵੋ ਹਮ ਤੇ ਬਿਗੜੀ, ਰੱਖ ਲਵੋ ਬਚਾ ਲਓ ਮੇਰੇ ਕੋਲੋਂ ਵਿਗੜ ਗਈ ਆ। ਕੀ ਵਿਗੜ ਗਈ ਆ? ਸੀਲ। ਗਿਣਤੀ ਕਰਿਓ, ਤੇਜੋਂ ਦੇ ਕੇ ਸੁਣਿਓ। ਮੈਂ ਤਾਂ ਮੋਬਾਈਲ ਦੀ ਰਿੰਗ ਬੰਦ ਕੀਤੀ ਆ ਵੀ ਆਪਾਂ ਇੱਥੋਂ ਜਾਣ ਲੱਗਿਆਂ ਸ਼ਬਦ ਨੂੰ ਨਾਲ ਲੈ ਕੇ ਜਾਈਏ ਘਰ ਤੱਕ। ਮੈਨੂੰ ਇਹ ਨਾ ਚੇਤਾ ਰਵੇ ਕਿ ਦਾਲ ਕਿੱਦਾਂ ਦੀ ਸੀ, ਪ੍ਰਸ਼ਾਦਾ ਕਿੱਦਾਂ ਦਾ ਸੀ, ਮੈਨੂੰ ਲੰਗਰ 'ਚ ਕੀ ਮਿਲਿਆ ਕੀ ਨਹੀਂ ਮਿਲਿਆ। ਮੈਨੂੰ ਸ਼ਬਦ ਚੇਤੇ ਰਵੇ ਘਰ ਤੱਕ। ਮੈਂ ਆਹ ਸਿੱਖ ਕੇ ਆਇਆ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ। ਜਿੱਦਣ ਸਿੱਖ ਗੁਰਦੁਆਰੇ ਇਸ ਬਿਰਤੀ ਲੈ ਕੇ ਆਇਆ ਨਾ ਕਿ ਇੱਥੋਂ ਜਦੋਂ ਮੈਂ ਜਾਊਂਗਾ, ਜਿਵੇਂ ਤੁਹਾਡਾ ਬੱਚਾ, ਸਾਡੀ ਧੀ ਜਦੋਂ ਸਕੂਲੋਂ ਵਾਪਸ ਆਉਂਦੀ ਆ, ਅਸੀਂ ਪੁੱਛਦੇ ਹਾਂ ਕਿ ਅੱਜ ਮੇਰਾ ਪੁੱਤ ਕੀ ਪੜ੍ਹ ਕੇ ਆਇਆ, ਉਹ ਦੱਸਦਾ ਅੱਜ ਮੈਥ ਪੜ੍ਹਿਆ, ਅੱਜ ਮੈਂ ਇੰਗਲਿਸ਼ ਚਾਹ ਪੜ੍ਹਿਆ, ਅੱਜ ਮੈਂ ਪੰਜਾਬੀ ਚਾਹ ਪੜ੍ਹਿਆ, ਮੈਨੂੰ ਟੀਚਰ ਨੇ ਆਹ ਪੜ੍ਹਾਇਆ। ਜਦੋਂ ਅਸੀਂ ਗੁਰਦੁਆਰਿਓਂ ਜਾ ਕੇ ਵੀ ਦੱਸਣ ਜੋਗੇ ਹੋ ਗਏ ਨਾ, ਅੱਜ ਮੈਂ ਗੁਰਦੁਆਰਿਓਂ ਆਹ ਸਿੱਖਿਆ ਲੈ ਕੇ ਆਇਆ, ਜਦੋਂ ਮੇਰਾ ਘਰ ਪੂਰਾ ਕਰ ਦਿੱਤਾ ਮੇਰੇ ਗੁਰੂ ਨੇ, ਅਤੇ ਮੈਨੂੰ ਗੁਰੂ ਛੱਡ ਕੇ ਕਿਸੇ ਦੇਹਧਾਰੀ ਕੋਲ ਜਾਣ ਦੀ ਲੋੜ ਪਊ? ਸਾਚੇ ਸਾਹਿਬਾ, ਘਰ ਤਾਂ ਤੇਰਾ। ਹੁਣ ਅਗਲਾ ਸ਼ਬਦ ਹੈ ਜਿਸ ਦੇ, ਇਹਦਾ ਮਤਲਬ ਉਹ ਕਈਆਂ ਨੂੰ ਦਿੰਦਾ ਨਹੀਂ, ਉਹ ਦਿੰਦਾ ਸਾਰਿਆਂ ਨੂੰ ਆ, ਸਾਨੂੰ ਲੈਣਾ ਨਹੀਂ ਆਉਂਦਾ। ਆਹ ਮੀਂਹ ਪੈ ਰਿਹਾ ਬਾਹਰ, ਮੰਨ ਲਓ ਮੀਂਹ ਪੈ ਰਿਹਾ, ਹੁਣ ਗੁਆਂਢੀਆਂ ਨੇ ਬਾਲਟੀ ਦਾ ਮੂੰਹ ਸਿੱਧਾ ਕਰਤਾ, ਅਸੀਂ ਬਾਲਟੀ ਦਾ ਮੂੰਹ ਮੂਧਾ ਕਰਤਾ। ਸਵੇਰੇ ਉੱਠ ਕੇ ਉਹਨਾਂ ਦੀ ਬਾਲਟੀ ਪਾਣੀ ਨਾਲ ਭਰੀ ਨੱਕੋ ਨੱਕ। ਹੁਣ ਸੌਖੀ ਐਗਜ਼ਾਮਪਲ ਦਿੰਦਾ, 10 ਜੂਨ ਤੋਂ ਬਾਅਦ ਆਪਾਂ ਪਾਣੀ ਛੱਡਦੇ ਹਾਂ ਝੋਨਿਆਂ ਵਾਸਤੇ। ਹੁਣ ਇੱਕ ਨੇ ਆਪਣੀਆਂ ਵੱਟਾਂ ਉੱਚੀਆਂ ਕੀਤੀਆਂ ਸੀ, ਰਾਤ ਮੀਂਹ ਪੈਂਦਾ ਰਿਹਾ, ਜਦੋਂ ਸਵੇਰੇ ਉੱਠਿਆ 1.5 ਫੁੱਟ ਪਾਣੀ ਉਹਦੇ ਖੇਤਾਂ 'ਚ। ਜਿਹਦੀਆਂ ਵੱਟਾਂ ਕਮਜ਼ੋਰ ਸੀ, ਮੀਂਹ ਉਹਦੇ ਵੀ ਖੇਤਾਂ 'ਚ ਪਿਆ, ਅਤੇ ਉਹਦਾ ਪਾਣੀ ਵਗ ਕੇ ਦੂਜੇ ਦੇ ਖੇਤ ਚਲਾ ਗਿਆ। ਉਹ ਸਵੇਰੇ ਉੱਠ ਕੇ ਕਹੇ ਸਾਡੀ ਕਿਸਮਤ ਮਾੜੀ, ਸਾਡੇ ਭਾਗ ਮਾੜੇ, ਸਾਡੇ ਪੈਲੀਆਂ 'ਚ ਭਾਈ ਪਾਣੀ ਕਿੱਥੇ ਖਲੋਂਦਾ, ਜਾਂ ਸਾਡੇ ਮੀਂਹ ਪਿਆ ਹੀ ਨਹੀਂ। ਮੀਂਹ ਉਹਨਾਂ ਦੇ ਖੇਤਾਂ 'ਚ ਵੀ ਪਿਆ ਸੀ। ਇੱਥੇ ਸ਼ਬਦ ਹੈ ਊਂਦੇ ਭਾਂਡੈ ਕਛ ਨਾ ਸਮਾਵੈ, ਸੀਧੇ ਅੰਮ੍ਰਿਤ ਪਰੈ ਨਿਹਾਰ। ਟੀਚਰ ਪੜ੍ਹਾ ਰਿਹਾ ਵਾ, ਇੱਕ ਸਟੂਡੈਂਟ ਨੇ ਭਾਂਡਾ ਸਿੱਧਾ ਕੀਤਾ, ਇੱਕ ਸਟੂਡੈਂਟ ਨੇ, ਅਤੇ ਇੱਕ ਨੇ ਭਾਂਡਾ ਮੂਧਾ ਕੀਤਾ। ਭਾਂਡਾ ਮੈਨੂੰ ਹਿਰਦਾ। ਹੁਣ ਕਈ ਵਾਰੀ ਪ੍ਰਿੰਸੀਪਲ ਦਾ ਬੱਚਾ ਉਸੇ ਸਕੂਲ 'ਚ ਪੜ੍ਹਦਾ,
ਉਹਦੇ ਨੰਬਰ 60% ਤੋਂ ਨਹੀਂ ਟੱਪਦੇ। ਅਤੇ ਜਿਹੜਾ ਸਕੂਲ ਦਾ ਪੀਅਨ ਹੁੰਦਾ, ਮਾਲੀ ਟੱਲੀ ਮਾਰਨ ਵਾਲਾ, ਉਹਦਾ ਬੱਚਾ 98% ਨੰਬਰ ਲੈ ਕੇ ਪਾਸ ਹੁੰਦਾ। ਕਿਉਂ ਜੀ? ਉਹਨੂੰ ਟੀਚਰ ਨੇ ਵੱਖਰਾ ਪੜ੍ਹਾਇਆ ਸੀ? ਨਹੀਂ, ਉਹਨੇ ਭਾਂਡਾ ਸਿੱਧਾ ਕੀਤਾ ਸੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗਿਆਨ ਦੀ ਵਰਖਾ ਦੇ ਰਹੇ ਆ, ਬਾਬਾ ਲਹਿਣਾ ਜੀ ਨੇ 1532 'ਚ ਭਾਂਡਾ ਸਿੱਧਾ ਕਰ ਲਿਆ ਅਤੇ 39 ਤੱਕ 7 ਸਾਲਾਂ 'ਚ ਭਾਂਡਾ ਨੱਕੋ ਨੱਕ ਭਰ ਕੇ, ਅਤੇ ਬਾਬਾ ਲਹਿਣਾ ਜੀ ਨਹੀਂ ਰਹੇ, ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣ ਗਏ। ਸ੍ਰੀ ਚੰਦ ਨੇ ਭਾਂਡਾ ਮੁੱਦਾ ਰੱਖਿਆ, ਉਹਦੇ ਬਾਰੇ ਲਿਖਣਾ ਪਿਆ ਭਾਈ ਗੁਰਦਾਸ ਨੂੰ, ਬਾਲ ਜਤੀ ਹੈ ਸ੍ਰੀ ਚੰਦ ਬਾਬਾਣਾ ਦਿਉਰਾ ਬਣਾਇਆ। ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮੁਰਟੀਆ, ਦਿਲ ਖੋਟੇ ਆਕੀ ਫਿਰਨ ਬੰਨ ਭਾਰ ਉਚੈਨ ਛੱਟੀਏ। ਲਿਖ ਦਿੱਤਾ, ਲਿਖਣ ਲੱਗਿਆ ਅੰਗਰੇਜ਼ ਨੇ ਕੀ ਸੀ। ਤੋ ਇੱਥੇ ਸ਼ਬਦ ਹੈ ਰਾਖ ਲੇਵੋ, ਰੱਖ ਲਵੋ, ਬਚਾ ਲਓ। ਹਮ ਤੇ, ਸਾਰੇ ਬੋਲੋ, ਹਮ ਤੇ ਕੀ ਵਿਗੜੀ? ਮੇਰੇ ਕੋਲੋਂ ਮੇਰੀ ਜ਼ਿੰਦਗੀ ਵਿਗੜ ਗਈ ਆ। ਜੇ ਅੱਜ ਕੋਈ ਬੰਦਾ ਨਸ਼ਿਆਂ 'ਚ ਪਿਆ ਤਾਂ ਉਹਦੀ ਜ਼ਿੰਦਗੀ ਕਿਹਨੇ ਵਿਗਾੜੀ ਹੈ ਜੀ ਭਲਾ? ਤਵੱਜੋ ਦੇ ਕੇ ਸੁਣਿਓ ਸਾਧ ਸੰਗਤ ਜੀ। ਤਵੱਜੋ ਦੇ ਕੇ ਸੁਣਿਓ ਜੀ। ਰਾਖ ਲਵੋ ਹਮ ਤੇ ਬਿਗੜੀ, ਰੱਖ ਲਵੋ ਮੇਰੇ ਕੋਲੋਂ ਮੇਰੀ ਜ਼ਿੰਦਗੀ ਵਿਗੜ ਗਈ ਆ। ਜਿਹੜਾ ਵੀ ਬੰਦਾ, ਆਪਾਂ ਕਹਿੰਦੇ ਪੰਜਾਬ 'ਚ ਨਸ਼ੇ ਬਹੁਤ ਆ, ਨਸ਼ੇ ਹਰ ਸਟੇਟ 'ਚ ਆ, ਨਸ਼ੇ ਹਰ ਦੇਸ਼ ਵਿੱਚ ਆ, ਸਟੇਟ 'ਚ ਨਹੀਂ ਹਰ ਦੇਸ਼ 'ਚ। ਕੈਨੇਡਾ ਨਸ਼ੇ ਹੈ ਨਹੀਂ, ਅਮਰੀਕਾ, ਮੈਂ ਅਮਰੀਕਾ ਖੁਦ ਵੇਖੇ ਨੇ। ਆਹ ਜਿਹੜਾ ਸੁੱਖਾ ਤੁਹਾਡੇ ਆ, ਜਿਹਨੂੰ ਆਪਾਂ ਸੁੱਖ ਨਿਧਾਨ ਜਿਹਨੂੰ ਕਹਿੰਦੇ ਸਾਡੇ ਨਿਹੰਗ ਸਿੰਘ, ਜਿਹੜਾ ਖਾਲਾਂ 'ਤੇ ਗਿਆ, ਉੱਥੇ ਰੈਸਟੋਰੈਂਟਾਂ 'ਤੇ ਹੋਟਲਾਂ 'ਤੇ ਆਮ ਵਿਕਦਾ ਨਸ਼ਾ। ਉੱਥੇ ਹੈ ਨਹੀਂ, ਡਰੱਗ ਹੈ। ਕਿਹੜਾ ਨਸ਼ਾ ਨਹੀਂ ਬਾਹਰਲੀਆਂ ਕੰਟਰੀਆਂ 'ਚ ਹੈਗਾ। ਜਿਹਨੇ ਆਪਣੇ ਆਪ ਨੂੰ ਬਚਾਉਣਾ ਉਹਨੇ ਪੰਜਾਬ 'ਚ ਰਹਿ ਕੇ ਵੀ ਬਚਾ ਲੈਣਾ, ਜਿਹਨੇ ਨਹੀਂ ਬਚਾਉਣਾ ਉਹਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਆਪਣੇ ਆਪ ਨੂੰ ਨਹੀਂ ਬਚਾਉਣਾ। ਸਮਝ ਲੱਗੀ? ਇੱਕ ਬੰਦੇ ਦੀ ਉੱਥੇ ਕੋਠੀ ਆ ਜਿੱਥੇ ਲਾਗੇ ਠੇਕਾ ਵਾ, ਉਹ ਸਵੇਰੇ ਉੱਠਦਾ ਅਤੇ ਕਹਿੰਦਾ ਚਲੋ ਗੁਰਦੁਆਰਾ ਸਾਹਿਬ ਜਾ ਕੇ ਭਾਈ ਸਾਹਿਬ ਨਾਲ ਪ੍ਰਕਾਸ਼ ਕਰਾਈਏ। ਸ਼ਾਮਾਂ ਨੂੰ ਭਾਈ ਸਾਹਿਬ ਨਾਲ ਸਰੂਪ ਦੀ ਸੇਵਾ ਕਰਾ ਕੇ ਵੀ ਜਾਂਦਾ। ਘਰ ਉਹਦਾ ਠੇਕੇ ਦੇ ਬਿਲਕੁਲ ਲਾਗੇ ਆ। ਇੱਕ ਬੰਦੇ ਦੀ ਕੰਧ ਨਾਲ ਕੰਧ ਗੁਰਦੁਆਰਾ ਸਾਂਝਾ, ਉਹ ਠੇਕੇ 'ਤੇ ਜਾਂਦਾ। ਦੱਸੋ ਹੁਣ, ਇਹ ਮੈਟਰ ਨਹੀਂ ਹੈਗਾ ਵੀ ਤੁਸੀਂ ਰਹਿੰਦੇ ਕਿੱਥੇ ਜੀ। ਡੱਡੂ ਕਮਲ ਫੁੱਲ ਦੇ ਪੈਰਾਂ 'ਚ ਰਹਿੰਦਾ ਅਤੇ ਜਾੜਾ ਖਾਂਦਾ, ਭੌਰਾ ਦੂਰੋਂ ਆਣ ਕੇ ਸੁਗੰਧੀ ਦਾ ਆਨੰਦ ਮਾਣ ਕੇ ਹੋ ਗਿਆ ਅਤੇ ਹੋ ਗਿਆ। ਬਸ ਜਲ ਨਿਤ ਨ ਵਸਤ ਅਲੀਅਲ, ਬਸ ਵਸਦਾ ਨਹੀਂ, ਬਸ ਜਲ ਨਿਤ, ਜਲ ਵਿੱਚ ਨਿਤ ਨਹੀਂ ਵਸਦਾ। ਅਲੀਅਲ ਕਹਿੰਦੇ ਨੇ ਭੌਰੇ ਨੂੰ। ਮਾਰੂ ਰਾਗ ਦਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ, ਕਹਿੰਦੇ ਬਸ ਜਲ ਨਿਤ ਨ ਵਸਤ ਅਲੀਅਰ। ਮੇਰ, ਮੇਰ ਕਹਿੰਦੇ ਨੇ ਚੋਟੀ ਨੂੰ। ਜਿਵੇਂ ਦੁਨੀਆ ਦੇ ਸਾਰਿਆਂ ਪਰਬਤਾਂ 'ਚੋਂ ਸੁਮੇਰ ਪਰਬਤ ਵੱਡਾ, ਮੇਰ ਕਹਿੰਦੇ ਚੋਟੀ ਨੂੰ। ਕਮਲ ਫੁੱਲ ਦੀ ਜਿਹੜੀ ਚੋਟੀ ਹੈ ਉਹਨੂੰ ਮੁਕਰਾਂਦ ਕਹਿੰਦੇ, ਜਿੱਥੇ ਰਸ ਹੁੰਦਾ। ਕਹਿੰਦੇ ਮੇਰ ਚੱਚਾ, ਚੱਚਾ ਦਾ ਅਰਥ ਹੈ ਚੂਸਦਾ ਹੈ, ਗੁਣ। ਕਿੱਡੀ ਪਿਆਰੀ ਗੱਲ ਹੈ, ਚੂਸਦਾ ਹੈ। ਮੇਰ ਚੱਚਾ ਗੁਣ ਰੇ, ਗੁਣ ਦਾ ਅਰਥ ਰਸ। ਭੌਰਾ ਉਸ ਮੁਕਰਾਂਦ 'ਤੇ ਬੈਠ ਕੇ ਰਸ ਚੂਸਦਾ ਹੈ, ਪਰ ਭੌਰਾ ਲੈਂਦਾ ਉੱਥੇ ਨਹੀਂ। ਸਮਝ ਆ ਗਈ? ਹੁਣ ਚਿੱਚੜ 24 ਘੰਟੇ ਮੱਝ ਦੇ ਥਣਾਂ ਨੂੰ ਚੰਬੜਿਆ, ਕੀ ਪੀਂਦਾ ਉੱਥੋਂ ਭਲਾ? ਖੂਨ। ਅਤੇ ਕੱਟੀ ਵੱਛੀ ਕਿੱਥੇ ਹੁੰਦੀ ਭਲਾ? ਉਹ ਸੁਹਾਗੇ ਨਾਲ ਪਿੱਛੇ ਬੱਧੀ ਹੁੰਦੀ ਹੈ। ਉਹਦਾ ਰੱਸਾ ਖੋਲ੍ਹਦਾ ਅਤੇ ਭੱਜ ਕੇ ਆਣ ਕੇ ਕੀ ਕਰਦੀ ਭਲਾ? ਉਹ ਦੁੱਧ ਪੀਂਦੀ ਹੈ। ਇਹ ਐਗਜ਼ੈਂਪਲਾਂ ਦਿੱਤੀਆਂ ਗੁਰੂ ਨਾਨਕ ਸਾਹਿਬ ਨੇ। ਇਹ ਉਹ ਸ਼ਬਦ ਆ ਜਿਨ੍ਹਾਂ ਦੀਆਂ ਇਕੋਤਰੀਆਂ ਹੋ ਰਹੀਆਂ ਗੁਰਦੁਆਰਿਆਂ 'ਚ, ਜਿਨ੍ਹਾਂ ਦੇ ਸੰਪਟ ਪਾਠ ਲੱਗ ਰਹੇ ਆ, ਜਿਨ੍ਹਾਂ ਦੇ ਇੱਕ ਅਖੰਡ ਪਾਠ ਦਾ ਭੋਗ ਪੈਂਦਾ, ਦੂਜਾ ਸ਼ੁਰੂ ਹੋ ਜਾਂਦਾ। ਪਰ ਅਸੀਂ 2 ਤੁਕਾਂ ਵੀ ਗੁਰੂ ਨਾਨਕ ਸਾਹਿਬ ਦੇ ਕੋਲ ਬੈਠ ਕੇ ਸੁਣਨ ਨੂੰ ਤਿਆਰ ਹੈ ਨਹੀਂ। ਦੱਸ ਦਿਓ ਜੇ ਗਲਤ ਆ। ਬਾਬਾ ਬੈਠਾ ਹੋਵੇ, ਗੋਡਿਆਂ ਤੱਕ ਉਹਨੇ ਚੋਲਾ ਪਾਇਆ ਹੋਵੇ, ਆਉਂਦਾ ਉਹਨੂੰ ਕੱਖ ਨਾ ਹੋਵੇ, ਉਹਦੇ ਪੈਰ ਦੀ ਮਿੱਟੀ ਜੋ ਕੇ ਮੱਥੇ ਨੂੰ ਲਾਈ ਜਾਣਗੇ। ਮਾਫ਼ ਕਰਨਾ, ਇਹ ਗੱਲ ਸੱਚ ਹੈ। 35 ਮਹਾਂਪੁਰਖਾਂ ਦਾ ਉਪਦੇਸ਼ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਅਤੇ ਜਦੋਂ ਉਹ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਉਂਦਾ, ਕੋਈ ਟਾਵਾਂ ਜਿਹੜਾ ਆਪਣੇ ਅੰਦਰ ਇਹ ਜਿਹਨ ਵਿੱਚ ਸੋਚਦਾ, ਉਹ ਮੇਰੇ ਘਰ 'ਚ ਅੱਜ ਗੁਰੂ ਨਾਨਕ ਸਾਹਿਬ ਆਏ ਆ, ਅੱਜ ਮੇਰੇ ਘਰ 'ਚ ਗੁਰੂ ਅਰਜਨ ਸਾਹਿਬ ਆਏ ਆ, ਅੱਜ ਮੇਰੇ ਘਰ 'ਚ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਆਏ ਆ, ਅੱਜ ਮੇਰੇ ਘਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਆਏ ਆ। ਅੱਜ ਮੇਰਾ ਫਰਜ਼ ਬਣਦਾ ਵੀ ਮੈਂ ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਇਹਨਾਂ ਦੇ ਕੋਲ ਬੈਠ ਕੇ ਬਚਨ ਸੁਣਾ। ਅਤੇ ਇੱਕ ਬੰਨੇ ਸਧਾਰਨ ਕੋ ਬਾਬਾ ਅਜੇ
ਉਹਦੇ ਕੋਲ ਬਹਿ ਜਾਂਦੇ ਆ। ਅੱਛਾ, ਉਹਦੇ ਗਾੜੀ ਬਹਿ ਕੇ ਨਾ ਇੱਦਾਂ ਪੱਲਾ ਅੱਡਿਆ ਹੁੰਦਾ, ਬਾਬਾ ਜੀ ਕਿਰਪਾ ਕਰ ਦਿਓ ਕੁਝ। ਮੈਂ ਨਾ ਗ੍ਰੰਥੀ ਚੰਗਾ ਹੋਵੇ ਕਵੇ ਵੀ ਉਹਦਾ ਪਿਓ ਦਾ ਪ੍ਰਕਾਸ਼ ਕਰਾਇਆ ਜੇ ਅੰਦਰ, ਉਹ ਕਾਹਦੇ ਲਈ ਕਰਾਇਆ ਜੀ? ਜਿਹਨੂੰ ਸਿਰ 'ਤੇ ਚੁੱਕ ਕੇ ਲੈ ਕੇ ਆਏ ਜੇ, ਜਿਹਦੇ ਉੱਤੇ ਤੁਹਾਡੇ ਪਾਪਾ ਜੀ ਨੇ ਸਵੇਰੇ ਉੱਠ ਕੇ ਨਾਲ ਚੌਰ ਕਰਦੇ ਲੈ ਕੇ ਆਏ ਜੇ, ਦੱਸੋ ਉਹ ਕਾਹਦੇ ਲਈ ਲੈ ਕੇ ਆਂਦਾ ਜੇ ਤੁਸੀਂ ਬਾਬੇ ਕੋਲੋਂ ਹੀ ਝੋਲੀ ਅੱਡਣੀ ਹੈ? ਵੇਖੋ ਹੁਣ ਤੁਸੀਂ ਮੈਨੂੰ ਸੱਦ ਤੇ ਲਿਆ, ਗਲਤੀ ਕਰ ਬੈਠੇ ਜੀ। ਦੇਖੋ ਮੈਂ ਸਿੱਧੀ ਕਹਿੰਦਾ ਹੁੰਦਾ ਵੀ ਜਿਹੜਾ ਮੈਨੂੰ ਸੱਦੇ ਮੈਂ ਉਹਨੂੰ ਕਹਿੰਦਾ ਤੂੰ ਗਲਤੀ ਕਰ ਬੈਠਾ ਭਾਈ, ਕਿਉਂਕਿ ਮੇਰੇ ਕੋਲੋਂ ਤੁਹਾਡੀਆਂ ਲਿੰਬੀਆਂ ਪੋਚੀਆਂ ਗੱਲਾਂ ਨਹੀਂ ਹੋਣੀਆਂ। ਦੱਸ ਇੱਦਾਂ ਹੋ ਰਿਹਾ ਕਿ ਨਹੀਂ ਹੋ ਰਿਹਾ? ਬੋਲ ਕੇ ਦੱਸਿਓ ਜੀ। ਜੇ ਗ੍ਰੰਥੀ ਸਿੰਘ ਨੇ ਗੱਲ ਕਹਿ ਦਿੱਤੀ ਤੇ ਅਸੀਂ ਗ੍ਰੰਥੀ ਦੇ ਦੁਆਲੇ ਹੋ ਜਾਣਾ ਵੀ ਤੂੰ ਇਹ ਗੱਲ ਕਿਉਂ ਕਹੀ, ਪਰ ਗੱਲ ਉਹਨੇ ਸਹੀ ਕਹੀ ਆ। ਇੱਦਾਂ ਕਹਿੰਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਜਿੱਦਣ ਅਸੀਂ ਸੱਚੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਲੱਗ ਪਏ, ਗਿਆਨ ਦੀ ਵਿਚਾਰ ਕਰਨ ਲੱਗ ਪਏ, ਸਮਝ ਆ ਗਈ, ਸਾਨੂੰ ਕਿਤੇ ਬਾਹਰ ਜਾਣ ਦੀ ਲੋੜ ਪੈਣੀ ਨਹੀਂ। ਅੱਜ ਤਾਂ ਹੁਣ ਤੁਸੀਂ ਬੈਠੇ ਜੇ ਰੋਜ਼ ਸਵੇਰੇ 15 ਮਿੰਟ ਰੋਜ਼ ਸ਼ਬਦ ਦੀ ਵਿਚਾਰ ਗੁਰਦੁਆਰਾ ਸਾਹਿਬ 'ਚ ਹੋਵੇ, ਕੀਰਤਨ ਹੋਵੇ, ਵਿਚਾਰਾਂ ਹੋਣ, ਹਰ ਇੱਥੋਂ ਅਸੀਂ ਆਨੰਦ ਲੈ ਕੇ ਆਪੋ ਆਪਣੇ ਕੰਮਾਂ ਨੂੰ ਜਾਈਏ, ਸ਼ਾਮਾਂ ਨੂੰ ਫੇਰ ਇੱਦਾਂ ਹੀ ਸਤਸੰਗ ਹੋਵੇ। ਦੱਸੋ ਜੀ, ਪਿੰਡ 'ਚ ਆਣ ਕੇ ਕੋਈ ਕਵੇ ਜੀ ਫਲਾਣੇ ਮਹਾਂਪੁਰਖਾਂ ਦੀ ਟਰਾਲੀ ਬੱਸ ਆ ਗਈ ਆ ਜੀ, ਸਾਧ ਸੰਗਤ ਜੀ ਉੱਥੇ ਜਾਣਾ, ਤੁਸੀਂ ਕਹੋਗੇ ਭਰਾਵਾ ਹੁਣ ਮੈਨੂੰ ਜਾਣ ਦੀ ਲੋੜ ਨਹੀਂ, ਮੇਰਾ ਘਰ ਮੇਰੇ ਗੁਰੂ ਨੇ ਘਰੇ ਪੂਰਾ ਕਰ ਦਿੱਤਾ। ਕੱਤ ਜਾਈਏ ਰੇ, ਕੱਤ ਜਾਈਏ ਰੇ, ਘਰ ਲਾਗੋ ਰੰਗ, ਮੇਰਾ ਤਾਂ ਘਰੇ ਹੀ ਰੰਗ ਲੱਗ ਗਿਆ। ਕੋਈ ਬੰਦਾ ਕਵੇ ਚਲੇ ਫਲਾਣੇ ਮਹਾਂਪੁਰਖਾਂ ਦੇ ਡੇਰੇ ਸੇਵਾ ਕਰ ਚਲੀਏ, ਤੇ ਪੁੱਤ ਕਿਉਂ ਕਵੇ ਮੇਰਾ ਮਹਾਂਪੁਰਖ ਮੇਰਾ ਦਾਦਾ ਘਰੇ ਹੀ ਆ, ਉਹਨੂੰ ਬੁਖਾਰ ਚੜ੍ਹਿਆ ਮੈਂ ਉਹਨੂੰ ਦਵਾਈ ਦਵਾਉਣ ਚੱਲਿਆ। ਨੌ ਨੂੰ ਗੁਆਂਢਣ ਨੇ ਕਿਹਾ ਭੈਣੇ ਚੱਲੀਏ ਫਲਾਣੇ ਮਹਾਂਪੁਰਖਾਂ ਸੇਵਾ ਕਰਨ, ਆਉਂਦੀ ਨਹੀਂ ਮੇਰੀ ਸੱਸ ਨੂੰ ਟਾਈਫਾਇਡ ਹੋਇਆ, ਇਸ ਵਕਤ ਸਭ ਤੋਂ ਵੱਧ ਉਹਨੂੰ ਮੇਰੀ ਲੋੜ ਆ, ਮੇਰਾ ਰੱਬ ਮੇਰਾ ਮਹਾਂਪੁਰਖ ਸਭ ਕੁਝ ਮੇਰਾ ਘਰ ਹੀ ਹੈ, ਕੋਈ ਘਰ ਲਾਗੋ ਰੰਗ। ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ, ਮੇਰਾ ਹੁਣ ਚਿੱਤ ਨਹੀਂ ਚੱਲਦਾ, ਮਨ ਭਇਓ ਭੰਗ। ਹੁਣ ਮੇਰਾ ਮਨ ਪਿੰਗਲਾ ਹੋ ਗਿਆ, ਮਨ ਪਿੰਗਲਾ ਹੋ ਗਿਆ, ਅਪਾਹਜ ਹੋ ਗਿਆ ਮੇਰਾ ਮਨ। ਹੁਣ ਮੇਰੇ ਮਨ 'ਚ ਤਾਕਤ ਨਹੀਂ ਰਹੀ ਕਿ ਮੈਂ ਉੱਧਰ ਨੂੰ ਜਾਵਾਂ। ਏਕ ਦਿਵਸ ਮਨ ਭਈ ਉਮੰਗ, ਇੱਕ ਦਿਨ ਮੇਰੇ ਮਨ 'ਚ ਵੀ ਚਾਅ ਆਇਆ। ਭਗਤ ਜੀ ਕਹਿੰਦੇ ਵੀ ਮੈਂ ਵੀ ਜਾਵਾਂ, ਜਿਵੇਂ ਲੋਕ ਜਾਂਦੇ ਆ, ਲੋਕੀ ਫੁੱਲ ਲੈ ਕੇ ਜਾਂਦੇ ਆ, ਲੋਕੀ ਥਾਲੀਆਂ ਲੈ ਕੇ ਜਾਂਦੇ ਆ, ਦੀਵੇ ਸਜਾਉਂਦੇ, ਮੈਂ ਵੀ ਕਰਾਂ। ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੋਆ ਬਹੁ ਸੁਗੰਧ, ਮੈਂ ਵੀ ਲਿਲੀਆਂ ਸੁਗੰਧੀਆਂ ਵੀ ਮੈਂ ਵੀ ਪੂਜਾ ਕਰਿਆ। ਪੂਜਨ ਚਾਲੀ ਬ੍ਰਹਮ ਠਾਏ, ਮੈਂ ਵੀ ਪੂਜਾ ਕਰਨ ਤੁਰ ਪਈ। ਪਰ ਸੋ ਬ੍ਰਹਮ ਬਤਾਇਓ ਗੁਰ ਮਾਨੀ ਮਾਏ, ਮੇਰੇ ਗੁਰੂ ਨੇ ਉਹ ਬ੍ਰਹਮ ਮੇਰੇ ਹਿਰਦੇ 'ਚ ਹੀ ਵਿਖਾਤਾ, ਮੈਨੂੰ ਹੁਣ ਬਾਹਰ ਜਾਣ ਦੀ ਲੋੜ। ਸੋ ਬ੍ਰਹਮ ਬਤਾਇਓ ਗੁਰ ਮਾਨੀ ਮੈਂ, ਜੈ ਜਾਈਏ ਜਿੱਥੇ ਜਾਈਏ, ਜੈ ਜਾਈਏ ਤੈਂ ਜਲ ਪਖਾਨ, ਜਿੱਥੇ ਜਾਈਏ ਉੱਥੇ ਪੱਥਰ ਤੇ ਪਾਣੀ ਹੈ, ਤੂੰ ਪੂਰ ਰਹਿਓ ਹੈ ਸਭ ਸਮਾਨ, ਵੇਦ ਪੁਰਾਣ ਸਭ ਦੇਖੇ ਜੋਏ, ਊਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਮੈਂ ਉੱਥੇ ਤੇ ਤਾਂ ਮੱਥਾ ਟੇਕਣ ਜਾਵਾਂ, ਉੱਥੇ ਤੇ ਮੈਂ ਸ਼ਾਂਤੀ ਤਾਂ ਲੈਣ ਜਾਵਾਂ, ਉੱਥੇ ਤੇ ਮੈਂ ਸੇਵਾ ਕਰਨ ਤਾਂ ਜਾਵਾਂ ਜੇ ਮੇਰੇ ਘਰ ਸੇਵਾ ਦੀ ਲੋੜ ਨਾ ਹੋਵੇ। ਤੇ ਕਈਆਂ ਘਰਾਂ 'ਚ ਨਾ ਪਿਓ ਕਹਿੰਦਾ ਪੁੱਤ ਮੈਂ ਠੀਕ ਨਹੀਂ ਹਾਂ, ਜਾਂ ਤੇਰੀ ਮਾਂ ਠੀਕ ਨਹੀਂ, ਜਾਂ ਇਹਨੂੰ ਸ਼ਹਿਰੋਂ ਦਵਾਈ ਦਵਾ ਲਿਆ। ਪੁੱਤਾਂ ਦਾ ਨਹੀਂ ਮੇਰੇ ਕੋਲ ਟਾਈਮ ਹੈ ਨਹੀਂ, ਕਿੱਥੇ ਜਾਣਾ? ਅਸੀਂ ਦੋਵਾਂ ਜੀਆਂ ਨੇ ਅੱਜ ਮਹਾਂਪੁਰਖਾਂ ਦੇ ਡੇਰੇ ਸੇਵਾ ਕਰਨ ਜਾਣਾ। ਦੱਸੋ ਜੀ, ਮਗਰੋਂ ਮਾਂ ਬਾਪ 'ਚੋਂ ਕੋਈ ਪ੍ਰੋਬਲਮ ਆ ਗਈ, ਘਟਨਾ ਵਾਪਰ ਗਈ, ਮਗਰੋਂ ਲਿਆ ਕੇ ਮਹਿੰਗਾ ਖੱਫਣ ਚੜਾਉਣ ਦਾ ਕੋਈ ਫਾਇਦਾ ਹੈਗਾ? ਬੋਲ ਕੇ ਦੱਸਿਓ ਜੀ। ਅੱਛਾ, ਉਹਨਾਂ ਦੇ ਦਿਮਾਗ 'ਚ ਆ ਵੀ ਉੱਥੇ ਸੇਵਾ ਕਰਨਾ ਘਰ 'ਚ ਸ਼ਾਂਤੀ ਆਉਣੀ ਆ। ਉਹਨਾਂ ਕਮਲੇ ਨੂੰ ਨਹੀਂ ਪਤਾ ਮਾਂ ਦੀ ਤੈਨੂੰ ਇਸ ਵਕਤ ਲੋੜ ਆ, ਤੂੰ ਜਿੱਡੀ ਵਧੀਆ ਅਸੀਸ ਤੈਨੂੰ ਤੇਰੀ ਮਾਂ ਨੇ ਦੇ ਦੇਣੀ ਆ ਨਾ, ਤੇਰੇ ਪਿਓ ਨੇ ਦੇ ਦੇਣੀ ਆ। ਕੋਈ ਬਾਬਾ ਇਹੋ ਜਿਹਾ ਪੈਦਾ ਹੋਇਆ ਨਹੀਂ ਜਿਹੜਾ ਤੈਨੂੰ ਐਡੀ ਵਧੀਆ ਅਸੀਸ ਦੇ ਸਕੇ। ਉਹਦੇ ਅੰਦਰੋਂ ਕੀ ਪਤਾ ਕਿਹੜੀ ਦੁਆ ਨਿਕਲਣੀ ਅੰਦਰੋਂ। ਕਈ ਬਾਬਿਆਂ ਨੂੰ ਪੁੱਛਦੇ ਬਾਬਾ ਜੀ ਵੀਜ਼ਾ ਲੱਗ ਜੂ ਬਾਹਰ ਦਾ, ਮਾਂ ਨੂੰ ਪੁੱਛਾਂ ਲੱਗਣਾ ਕਿ ਨਹੀਂ ਲੱਗਣਾ, ਪਿਓ ਨੂੰ ਪੁੱਛਾਂ। ਮਾਂ ਬਾਪ ਦੇ ਕੋਲੋਂ ਤੁਸੀਂ ਚੋਰੀਆਂ ਕਰਦੇ ਪਏ। ਮਾਫ਼ ਕਰਨਾ, ਸਾਡੇ ਘਰਾਂ ਦੇ ਹਾਲਾਤ ਐਡੇ ਵਧੀਆ ਨਹੀਂ, ਜੇ ਵਧੀਆ ਹੋਣ ਨਾ ਤੇ ਖੁਸ਼ਬੂ ਆਵੇ, ਖੁਸ਼ਬੂ ਆ ਜਿਵੇਂ ਰਾਤ ਦੀ ਰਾਣੀ ਨਹੀਂ ਰਾਤ ਨੂੰ ਖੁਸ਼ਬੂ ਦਿੰਦੀ, ਸਾਡੇ ਘਰਾਂ 'ਚ ਇੱਦਾਂ ਮਹਿਕਾਂ ਆਉਣਗੀਆਂ, ਖੁਸ਼ਬੂ ਆਏਗੀ ਵੀ ਕਿਆ ਬਾਤ ਹੈ ਜੀ, ਘਰ ਇਹੋ ਜਿਹਾ, ਕਿਆ ਇਤਫਾਕ ਹੈ ਜ਼ਿੰਦਗੀ ਦਾ। ਜਿੱਦਣ ਅਸੀਂ ਆਪਣੀ ਜ਼ਿੰਮੇਵਾਰੀ ਚੁੱਕਣੀ ਸ਼ੁਰੂ ਕਰਤੀ ਕਿ ਮੇਰੇ ਕੋਲੋਂ ਵਿਗੜ ਗਈ ਆ ਜ਼ਿੰਦਗੀ, ਜੇ ਅੱਜ ਜ਼ਿੰਦਗੀ 'ਚ ਤਣਾਅ ਆ, ਜੇ ਜ਼ਿੰਦਗੀ 'ਚ ਲੜਾਈ ਕਲੇਸ਼ ਆ, ਇਹਦਾ ਜ਼ਿੰਮੇਵਾਰ ਮੈਂ ਆ। ਰਾਖ ਲੇਵੋ ਹਮ ਤੇ ਬਿਗੜੀ ਸੀਲ, ਵਿਗੜੀ ਕਿੱਦਾਂ ਸੁਣਿਓ, ਹੁਣ ਗਿਣਤੀ ਕਰੀ ਜਾਇਓ ਆਪੋ ਆਪਣੇ ਅੰਦਰ। ਜਿਵੇਂ ਸੀਸੇ ਦੇ ਸਾਹਮਣੇ ਖਲੋ ਕੇ ਬੰਦਾ ਆਪਣਾ ਮੂੰਹ ਨਹੀਂ ਵੇਖਦਾ,
ਬੰਦਾ ਸੀਸਾ ਘਰ 'ਚ ਕਿਉਂ ਲਾਉਂਦਾ? ਹੁਣ ਆਪਣੇ ਘਰ ਇੱਕ ਹੁੰਦਾ, ਪਰ ਸੀਸੇ ਕਿੰਨੇ ਲਾਏ ਹੁੰਦੇ ਆਪਾਂ ਆਪਣੇ ਘਰਾਂ 'ਚ? ਹਰ ਜਗ੍ਹਾ 'ਤੇ ਸਿੰਕ 'ਤੇ ਵੀ ਸੀਸਾ ਲਾਉਂਦੇ ਵੀ ਸਵੇਰੇ ਉੱਠਦੇ ਨਾਲੇ ਮੈਂ ਬਰੱਸ਼ ਕਰਾਂ ਅਤੇ ਨਾਲੇ ਆਪਣਾ ਬੋਲੋ ਵੀ ਸੁੱਜਿਆ ਤਾਂ ਨਹੀਂ। ਜੇ ਨੀਂਦ ਵਧੀਆ ਆ ਗਈ ਤਾਂ ਫਿਰ ਸਹੀ ਹੋਣਾ, ਅਤੇ ਜੇ ਨੀਂਦ ਨਾ ਆਈ ਤਾਂ ਫਿਰ ਭਲ ਜੀ ਪਈ ਹੋਣੀ ਅੱਖਾਂ ਦੇ ਲਾਗੇ, ਮੂੰਹ ਜਿਹਾ ਸੁੱਜਾ ਹੋਣਾ ਵਾ। ਅਤੇ ਸੁੱਜਣਾ ਤਾਂ ਵਾ ਵੀ ਰਾਤ ਸੌਣ ਲੱਗਿਆ ਮੈਂ ਦੂਜਿਆਂ ਬਾਰੇ ਗਲਤ ਸੋਚੀ ਜਾਣਾ, ਹਾਏ ਗੁਆਂਢੀਆਂ ਗੱਡੀ ਲੈ ਲਈ, ਹਾਏ ਉਹਨਾਂ ਦਾ ਬਾਹਰ ਚਲੇ ਗਿਆ, ਹਾਏ ਉਹਨਾਂ ਦੀ ਇੱਦਾਂ ਹੋ ਗਿਆ, ਹਾਏ ਉਹਨਾਂ ਰੈਸਟੋਰੈਂਟ ਲੈ ਲਿਆ, ਅਸੀਂ ਪਿੱਛੇ ਰਹਿ ਗਏ। ਇਹੋ ਕੁਝ ਹੀ ਹੈ। ਉਹ ਅੱਗੇ ਲੰਘੇ, ਅਸੀਂ ਉਹਨਾਂ ਤੋਂ ਪਿੱਛੇ ਰਹਿ ਗਏ। ਆਹ ਪਰੇਸ਼ਾਨੀਆਂ ਟੈਨਸ਼ਨਾਂ ਕਰਕੇ ਬੰਦਾ ਮਰਿਆ ਪਿਆ। ਹੁਣ ਪਾਤਸ਼ਾਹ ਜੀ ਇੱਥੇ ਕੀ ਕਹਿੰਦੇ? ਰਾਖ ਲੈ ਉਹ ਹਮ ਤੇ ਬਿਗਰੀ ਸੀਲ। ਸੱਸੇ ਨੂੰ ਬਿਹਾਰੀ, ਲੱਲਾ ਸੀਲ। ਸੀਲ ਦਾ ਅਰਥ ਕੀ ਹੈ? ਮਿੱਠਾ ਸੁਭਾਅ। ਵਿਗੜੀ ਤਾਂ ਵਾ ਮੇਰਾ ਸੁਭਾਅ ਮਿੱਠਾ ਨਹੀਂ ਹੈਗਾ। ਮੈਂ ਧੀ ਨੂੰ ਤੇ ਪੁੱਤ ਕਹਿ ਕੇ ਬੁਲਾਉਣਾ ਨਹੀਂ, ਨਹੁੰ ਵਾਸਤੇ ਪੁੱਤ ਸ਼ਬਦ ਮੇਰੀ ਜ਼ੁਬਾਨ 'ਤੇ ਆਉਂਦਾ ਹੀ ਨਹੀਂ। ਬੋਲ ਕੇ ਦੱਸਿਓ ਜੀ। ਉਹ ਭਾਗਾਂ ਵਾਲੀਆਂ ਸੱਸਾਂ ਜਿਨ੍ਹਾਂ ਘਰਾਂ 'ਚ ਸੱਸ ਆਪਣੀ ਨੂੰਹ ਨੂੰ ਹਮੇਸ਼ਾ ਪੁੱਤ ਕਹਿ ਕੇ ਬੁਲਾਉਂਦੀ ਹੈ, ਉਹਨਾਂ ਘਰਾਂ 'ਚ ਅੰਮ੍ਰਿਤ ਹਮੇਸ਼ਾ ਹੀ। ਅਤੇ ਜਿਨ੍ਹਾਂ ਘਰਾਂ 'ਚ ਨੂੰਹ ਵੀ ਆਪਣੀ ਫਿਰ ਸੱਸ ਨੂੰ ਮਾਂ ਕਹਿ ਕੇ ਅਦਬ ਦਿੰਦੀ ਆ, ਮੰਮੀ ਜੀ ਕਹਿੰਦੀ ਆ ਮੇਰੀ ਮਾਂ ਨੇ ਮੈਨੂੰ ਜੰਮਿਆ ਵਾ। ਪਰ ਇੱਥੇ ਮੈਂ ਬਹੁਤ ਕੁਝ ਐਸੀਆਂ ਧੀਆਂ ਵੀ ਵੇਖੀਆਂ। ਵੇਖੋ ਹਰ ਘਰ 'ਚ ਨੂੰਹ ਸੱਸ ਦੀ ਲੜਾਈ ਹੈ ਨਹੀਂ, ਇਹ ਭੁਲੇਖਾ ਵਾ, ਇਹ ਭੁਲੇਖਾ ਵਾ। ਕੁਝ ਘਰ ਐਸੇ ਵੀ ਹੈਗੇ ਜਿੱਥੇ ਨੂੰਹ ਇਹ ਕਹਿੰਦੀ ਆ ਕਿ ਮੈਂ ਆਪਣੀ ਮਾਂ ਕੋਲੋਂ ਉਹਨੇ ਗੁਣ ਨਹੀਂ ਸਿੱਖੇ ਜਿੰਨੇ ਮੇਰੀ ਸੱਸ ਨੇ ਸਿਖਾਏ ਨੇ। ਅਤੇ ਸੱਸ ਕਹਿੰਦੀ ਆ ਅਜੇ ਮੇਰੀ ਧੀ ਜਿਹੜੀ ਜੰਮੀ ਸੀ ਨਾ, ਉਹ ਕਦੀ ਮੇਰੇ ਅੱਗੇ ਬੋਲ ਪੈਂਦੀ ਸੀ, ਪਰ ਇਹਨੇ ਚੰਗੇ ਸੰਸਕਾਰ ਲੈ ਕੇ ਆਈ ਆ ਕਿ ਮੈਂ ਕਿਤੇ ਕੌੜਾ ਕਛੜਾ ਵੀ ਬੋਲ ਦੇਵਾਂ ਅਤੇ ਜਰ ਜਾਂਦੀ ਆ, ਜਰ ਜਾਂਦੀ ਆ। ਇਹਦੇ ਵਿੱਚ ਗੁਣ ਵਾ, ਇਹ ਸੰਸਕਾਰ ਲੈ ਕੇ ਆਈ ਆ। ਮਿੱਠਾ ਸੁਭਾਅ। ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਬੜਾ ਪਿਆਰਾ। ਕਹਿੰਦੇ ਲੋਕ ਕਹਿੰਦੇ ਨੇ ਸ਼ਹਿਦ ਬੜਾ ਮਿੱਠਾ, ਦੁੱਧ ਬੜਾ ਮਿੱਠਾ, ਗੁੜ ਬੜਾ ਮਿੱਠਾ, ਖੰਡ ਬੜੀ ਮਿੱਠੀ, ਆਮ ਆਪਾਂ ਕਹਿੰਦੇ ਚੀਜ਼ ਬੜੀ ਮਿੱਠੀ ਆ। ਕਹਿੰਦੇ ਦੁਨੀਆ ਦੀ ਹਰ ਮਿਠਾਸ ਇਸ ਮਿਠਾਸ ਦੇ ਸਾਹਮਣੇ ਫੇਲ ਆ। ਕਿਹੜੀ? ਜੇ ਤੁਹਾਡਾ ਸੁਭਾਅ ਮਿੱਠਾ ਤੇ ਤੁਹਾਡਾ ਨੇਚਰ, ਤੁਹਾਡਾ ਸੁਭਾਅ, ਤੁਹਾਡੀ ਸੋਚ ਵਧੀਆ ਹੋਵੇ, ਤੁਸੀਂ ਬੱਸ ਵਿੱਚ ਚੜ੍ਹ ਜਾਓ, ਸਾਰੀਆਂ ਸਵਾਰੀਆਂ ਫੁੱਲ ਆ, ਪਰ ਤੁਹਾਡੇ ਵਾਸਤੇ ਬਹਿਣ ਨੂੰ ਜਗ੍ਹਾ ਹੈ ਨਹੀਂ, ਤੁਸੀਂ ਖਲੋ ਕੇ ਸਫ਼ਰ ਕਰ ਰਹੇ ਜੇ। ਪਰ ਜੇ ਤੁਸੀਂ ਬੜੇ ਰਿਸਪੈਕਟ ਨਾਲ, ਬੜੇ ਪਿਆਰ ਨਾਲ, ਬੜੀ ਇੱਜ਼ਤ ਨਾਲ, ਇੱਦਾਂ ਸਲੀਕੇ ਨਾਲ ਪੁੱਛੋਗੇ ਵੀ ਬੇਟਾ, ਭਰਾ, ਮੇਰੀ ਭੈਣ, ਮੈਨੂੰ ਬੁਖਾਰ ਆ, ਮੈਂ ਹੁਣੇ ਡਾਕਟਰ ਸਾਹਿਬ ਕੋਲ ਚੈੱਕ ਕਰਾ ਕੇ ਆਇਆ, ਤੁਹਾਡੇ ਬੋਲੀ ਨੇ ਤੁਹਾਡਾ ਹੱਕ ਨਹੀਂ ਸੀ ਬਣਦਾ ਉਸ ਸੀਟ 'ਤੇ, ਕਿਉਂਕਿ ਉਹ ਪਿੱਛੋਂ ਬੈਠ ਕੇ ਆ ਰਿਹਾ ਸੀ। ਉਹ ਅਗਲਾ ਉੱਠ ਕੇ ਗਿਆ, ਬੈਠੋ ਜੀ, ਤੁਸੀਂ ਬੈਠੋ, ਤੁਸੀਂ ਸਫ਼ਰ ਕਰੋ, ਮੈਂ ਖਲੋ ਜਾਣਾ, ਕੋਈ ਗੱਲ ਨਹੀਂ। ਅੱਛਾ, ਜੇ ਉਹ ਗੱਲ ਬੰਦਾ ਕਿਤੇ ਗਲਤ ਬੋਲ ਪਵੇ ਅਤੇ ਜਿਹੜਾ ਪਿੱਛੋਂ ਬਹਿ ਕੇ ਆ ਰਿਹਾ ਤਾਂ ਉਹਨੂੰ ਵੀ ਫੜ ਕੇ ਬਾਹੋਂ ਅਗਲੇ ਤਾਰ ਦਿੰਦੇ ਵੀ ਚੱਲ ਥੱਲੇ। ਜਿਹੜੀ ਚੀਜ਼ ਆਪਣੀ ਹੁੰਦੀ ਆ ਉਹ ਵੀ ਗਵਾ ਬਹਿੰਦਾ ਆਪਣੀ ਭਾਸ਼ਾ ਕਰਕੇ, ਆਪਣੀ ਬੋਲੀ ਕਰਕੇ। ਜ਼ੁਬਾਨ ਵਿੱਚ ਐਡੀ ਵੱਡੀ ਲਿਆ। ਵੇਖੋ ਜ਼ੁਬਾਨ 'ਚ ਹੱਡੀ ਕੋਈ ਨਹੀਂ, ਪਰ ਐਡੀ ਭੈੜੀ ਹੈ, ਬੰਦੇ ਦੀਆਂ ਹੱਡੀਆਂ ਤੜਵਾ ਦਿੰਦੀ ਆ। ਇਹ 'ਚ ਹੱਡੀ ਕੋਈ ਨਹੀਂ ਹੈਗੀ, ਪਰ ਹੱਡੀਆਂ ਬਣਾ ਦਿੰਦੀ ਆ ਨਾ। ਹੈਗਾ ਮਾਸ ਦਾ ਟੁਕੜਾ ਹੀ ਆ, ਕਿੱਦਾਂ ਬੋਲ ਬੋਲ ਕੇ ਜਖਣਾ ਲਾ ਹੁੰਦੀ ਇੱਕ ਵਾਰੀ। ਪਰ ਜੇ ਕਿਤੇ ਇਹਨੂੰ ਬੋਲਣਾ ਆ ਜਾਏ, ਸਲੀਕਾ ਆ ਜਾਏ, ਤਰੀਕਾ ਆ ਜਾਏ, ਕਿਆ ਬਾਤ ਹੈ, ਜ਼ਿੰਦਗੀ ਸਵਰ ਬਣ ਜਾਏਗੀ। ਹੁਣ ਇੱਥੇ ਸ਼ਬਦ ਵਰਤਿਆ ਸੀਲ, ਮਿੱਠਾ ਸੁਭਾਅ। ਸੀਲ ਧਰਮ, ਧੱਦਾ ਰਾਰਾ ਅਤੇ ਮੰਮਾ, ਧਰਮ। ਧਰਮ ਕੀ ਆ? ਫਰਜ਼। ਹੁਣ ਕਈ ਪੁੱਛਦੇ ਆ, ਆਮ ਸਵਾਲ ਸਾਡੇ ਸਮਾਜ, ਕੀ ਧਰਮੀ ਹੋਣਾ ਜ਼ਰੂਰੀ ਆ? ਜਿਹੜਾ ਬੰਦਾ ਇਹ ਕੁਐਸਚਨ ਕਰਦਾ ਨਾ, ਸਮਝ ਲਓ ਵੀ ਉਹਨੂੰ ਧਰਮ ਦੀ ਅਸਲੀ ਪਰਿਭਾਸ਼ਾ ਦਾ ਨਹੀਂ ਪਤਾ। ਉਹ ਧਰਮ ਸਮਝ ਕੇ ਇਹਨੂੰ ਰਿਹਾ। ਧਰਮ ਦਾ ਅਸਲੀ ਮਤਲਬ ਕੀ ਆ? ਆਹ ਮਾਈਕ ਹੈ, ਮਾਈਕ ਦਾ ਧਰਮ ਕੀ ਆ? ਵੀ ਇੱਥੋਂ ਜੋ ਬੋਲਿਆ ਜਾ ਰਿਹਾ ਤੁਹਾਡੇ ਤੱਕ ਆਵਾਜ਼ ਲੈ ਕੇ ਜਾ ਰਿਹਾ, ਇਹ ਉਹਦਾ ਕੀ ਆ? ਧਰਮ। ਜੇ ਹੁਣੇ ਇਹਦੀ ਲੀਡ 'ਚ ਪ੍ਰੋਬਲਮ ਆ ਗਈ, ਇਹਦਾ ਮਤਲਬ ਆਪਣਾ ਧਰਮ ਛੱਡ ਚੁੱਕਾ ਵਾ। ਇਹਨੂੰ ਆਪਾਂ ਚੁੱਕ ਕੇ ਇੱਥੋਂ, ਉੱਚੀ ਬੋਲੋ ਜੀ, ਇਹ ਮਾਇਕ ਆਪਣੀ ਡਿਊਟੀ ਨਿਭਾਵੇ ਨਾ ਤੇ ਅੜੀ ਜਾਵੇ, ਕਵੇ ਮੈਨੂੰ ਇੱਥੇ ਰੱਖੋ, ਇਹ ਰਹਿ ਸਕਦਾ ਇੱਥੇ? ਬੋਲ ਕੇ ਦੱਸਿਓ। ਪੱਖੇ ਦਾ ਧਰਮ ਕੀ ਭਲਾ? ਮੈਂ ਆਪਣੀ ਸੌਖੀ ਭਾਸ਼ਾ ਸਮਝਾ ਰਿਹਾ। ਪੱਖੇ ਦਾ ਕੀ ਧਰਮ ਹੈ? ਤੇ ਜੇ ਹਵਾ ਨਾ ਦੇਵੇ, ਚੱਲੇ ਨਾ, ਕਵੇ ਵੇਖੋ ਜੀ ਮੈਂ ਚੱਲਣਾ ਵੀ ਨਹੀਂ ਜੇਗਾ, ਹਵਾ ਵੀ ਨਹੀਂ ਜੇ ਦੇਣੀ, ਤੇ ਰਹਿਣਾ ਵੀ ਤੁਹਾਡੇ ਘਰ ਜੇ, ਤੇ ਲਮਕਣਾ ਵੀ ਛੱਤ ਨਾ ਜੇ। ਉੱਚੀ ਬੋਲ ਕੇ ਦੱਸਿਓ। ਪੱਖਾ ਕਵੇ ਹਵਾ ਨਹੀਂ ਜੇ ਮੈਂ ਦੇਣੀ, ਰਹਿਣਾ ਵੀ ਤੁਹਾਡੀ ਕੋਠੀ 'ਚ ਹੀ ਆ, ਲਮਕਣਾ ਵੀ ਛੱਤ ਨਾਲ ਹੀ ਆ, ਹਵਾ ਨਹੀਂ ਜੇ ਮੈਂ ਦੇਣੀ। ਇਮਾਨਦਾਰ ਨਾਲ ਜਵਾਬ ਦਿਓ, ਰੱਖੋਗੇ ਆਪਣੇ ਘਰ ਉਹਨੂੰ? ਤੇ ਫਿਰ ਮੈਨੂੰ ਦੱਸੋ,
ਹੁਣ ਗਾਂ ਹੀ ਆ, ਗਾਂ ਕਹਿੰਦੀ ਵੇਖ ਖਰੀਦ ਲਿਆ ਮੈਨੂੰ ਮੰਡੀ 'ਚੋਂ, 1 ਸਾਲ ਤੇਰੀ ਮੈਂ ਬਾਲਟੀ ਦੁੱਧ ਨਾਲ ਭਰ ਦਿੰਦੀ ਰਹੀ ਆ ਨਾ, ਤੂੰ ਦੂਜੀ ਵੀ ਬਾਲਟੀ ਲਿਆਉਣੀ ਪਾਉਂਦੀ ਰਹੀ। ਕਈਆਂ ਗਾਵਾਂ ਹੁੰਦੀਆਂ ਨਾ ਵੀ 20-20 ਲੀਟਰ ਵੀ ਦੁੱਧ ਦਿੰਦੀਆਂ, ਅਤੇ ਬਾਲਟੀ ਸੀ 15 ਲੀਟਰ ਦੀ, 5 ਲੀਟਰ ਮੁੜ ਕੇ ਲਾ ਕੇ ਜੱਗ 'ਚ ਪਾਉਣਾ, ਡੇਢ ਕੋਈ ਡੋਲੂ ਲੈ ਆਉਣਾ। ਹੁਣ 1 ਸਾਲ ਤੇ ਗਾਂ ਨੇ ਰਜਾਤਾ, ਦੂਜੀ ਗਾਂ ਅੱਗੇ ਜਾ ਕੇ ਉਹਨੇ ਦੁੱਧ ਦਿੱਤਾ ਹੀ ਨਹੀਂ। ਹੁਣ ਗਾਂ ਕਹੇ ਵੇਖੋ ਹੁਣ ਮੈਂ ਦੁੱਧ ਵੀ ਨਹੀਂ ਜੇ ਦੇਣਾ, ਪੱਠੇ ਵੀ ਵਧੀਆ ਖਾਣੇ ਆ, ਰੱਖੋਗੇ ਆਪਣੇ ਘਰ? ਬੋਲ ਕੇ ਦੱਸਿਓ। ਹੌਲੀ ਹੌਲੀ ਬੰਦਾ ਸਾਲ ਡੇਢ 2 ਸਾਲਾਂ ਬਾਅਦ ਉਹਦੇ ਗਲੋਂ ਰੱਸਾ ਆ ਜਿਹੜੀਆਂ ਵੱਜਦੀਆਂ ਫਿਰਦੀਆਂ ਨੇ ਨਾ ਬੱਸਾਂ ਗੱਡੀਆਂ 'ਚ, ਇਹ ਕਦੀ ਮੰਡੀ 'ਚੋਂ ਖਰੀਦ ਕੇ ਲਿਆਂਦੀਆਂ ਹੋਣਗੀਆਂ ਕਿਸੇ ਬੰਦੇ ਨੇ, ਪਰ ਅੱਜ ਆਪਣੇ ਗਲੋਂ ਆਪਣੇ ਘਰੋਂ ਆਪੇ ਰੱਸਾ ਲਾ ਦਿੱਤਾ। ਸੇਮ ਇਹ ਜਿਹੜੇ ਕਹਿੰਦੇ ਧਰਮ ਜ਼ਰੂਰੀ ਆ, ਬਸ ਐਗਜ਼ਾਮਪਲ ਦੇਤੀ ਮੈਂ ਕਿ ਪੱਖਾ ਕਹਿੰਦਾ ਮੈਂ ਹਵਾ ਵੀ ਨਹੀਂ ਜੀ ਦੇਣੀ, ਰਹਿਣਾ ਵੀ ਤੁਹਾਡੇ ਘਰ ਆ ਅਤੇ ਲਮਕਣਾ ਵੀ ਛੱਤ ਨਾਲ ਹੀ ਆ, ਅਤੇ ਆਪਾਂ ਕਹਿੰਦੇ ਨਾ ਭਰਾਵਾ ਜੇ ਤੂੰ ਹਵਾ ਨਹੀਂ ਦੇਣੀ ਮੈਨੂੰ ਤੇਰੀ। ਹੁਣ ਦੱਸੋ, ਹਾਂ ਸਕੂਲ ਦਾ ਟੀਚਰ ਆ, ਸਕੂਲ 'ਚ ਟੀਚਰ ਦਾ ਕੀ ਧਰਮ ਹੈ ਜੀ ਭਲਾ? ਬੋਲ ਕੇ ਦੱਸਿਓ ਜੀ, ਸਾਫ਼ ਨਹੀਂ ਸਿੱਧਾ ਦੱਸੋ। ਟੀਚਰ ਦਾ ਧਰਮ ਹੈ ਪੜ੍ਹਾਉਣਾ, ਸਿੱਖਿਆ ਦੇਣੀ ਬੱਚੇ ਨੂੰ, ਸੰਸਕਾਰ ਦੇਣੇ, ਉਹਨੇ ਪੜ੍ਹਾਉਣਾ ਜਾ ਕੇ, ਉਹਦਾ ਧਰਮ ਹੈ। ਉੱਥੇ ਜਾ ਕੇ ਉਹਦਾ ਮਤਲਬ ਪਾਠ ਕਰਨਾ ਨਹੀਂ, ਉਹ ਆਪਣਾ ਪਾਠ ਸਵੇਰੇ ਕਰ ਆਵੇ, ਸ਼ਾਮਾਂ ਨੂੰ ਜਾ ਕਰੇ। ਸਕੂਲੇ ਜਿਸ ਕੰਮ ਦੀ ਉਹਨੂੰ ਤਨਖਾਹ ਮਿਲਦੀ ਉਹਨੇ ਜਾ ਕੇ ਬੱਚਿਆਂ ਨੂੰ ਪੜ੍ਹਾਉਣਾ ਵਾ। ਜੇ ਉਹ ਪੜ੍ਹਾਉਂਦਾ ਵਾ ਅਤੇ ਸਕੂਲ ਦਾ ਟੀਚਰ ਪੂਰਨ ਤੌਰ 'ਤੇ ਆਪਣਾ ਧਰਮ ਨਿਭਾ ਰਿਹਾ ਵਾ। ਇੱਕ ਡਾਕਟਰ ਦਾ ਧਰਮ ਕੀ ਹੈ? ਹੌਸਪੀਟਲ 'ਚ ਆਏ ਮਰੀਜ਼ ਦਾ, ਹੁਣ ਅੱਛਾ ਉੱਧਰੋਂ ਮਰੀਜ਼ ਤੜਫ ਰਿਹਾ ਅਤੇ ਡਾਕਟਰ ਸਾਹਿਬ ਆਪਣੇ ਆਫਿਸ ਵਿੱਚ ਕਵੇ ਮੈਂ ਤਾਂ ਪਾਠ ਕਰ ਰਿਹਾ ਜੀ, ਵੀ ਉਹਦਾ ਪਾਠ ਕਰਨਾ ਧਰਮ ਹੈ? ਇੱਥੇ ਨਾ ਨਾ ਨਾ, ਇੱਥੇ ਗੁੜਕਾ ਛੱਡ ਭਾਈ, ਤੈਨੂੰ ਤਨਖਾਹ ਪਾਠ ਕਰਨ ਦੀ ਨਹੀਂ ਮਿਲ ਰਹੀ, ਤੈਨੂੰ ਤਨਖਾਹ ਮਿਲ ਰਹੀ ਹੈ ਮਰੀਜ਼ ਦਾ ਇਲਾਜ ਕਰਨ ਵਾਸਤੇ। ਦੁਨੀਆ ਅੰਦਰ ਹਰ ਇੱਕ ਬੰਦੇ ਦਾ ਧਰਮ, ਜਿਵੇਂ ਮਾਈਕ ਦਾ ਧਰਮ ਹੈ ਤੁਹਾਡੇ ਤੱਕ ਆਵਾਜ਼ ਪਹੁੰਚਾਉਣੀ। ਹੁਣ ਦੱਸਿਓ ਭਲਾ, ਬੰਦੇ ਵਿੱਚੋਂ 7 ਬਾਹਰ ਕੱਢ ਦਿਓ, ਸੰਤੋਖ ਬਾਹਰ ਕੱਢ ਦਿਓ, ਦਇਆ ਬਾਹਰ ਕੱਢ ਦਿਓ, ਧਰਮ ਬਾਹਰ ਕੱਢ ਦਿਓ, ਅਤੇ ਬੰਦਾ ਤੇ ਬੰਦਾ ਰਹਿ ਨਹੀਂ ਜਾਂਦਾ। ਅਤੇ ਇਹੋ ਹੀ ਧਰਮ ਆ, ਸਗਲ ਧਰਮ ਹਰ ਕੋ ਨਾਮ ਜਪ, ਨਿਰਮਲ ਕਰਮ ਕਰਨੇ ਹੀ ਦੁਨੀਆ ਦਾ ਸਭ ਤੋਂ ਸ੍ਰੇਸ਼ਟ ਕਰਮ। ਇਹ 2 ਵਾਰ ਤੁਕ ਆਈ ਗੁਰੂ ਗ੍ਰੰਥ ਸਾਹਿਬ, ਸਗਲ ਧਰਮ ਅਤੇ ਸਰਬ ਧਰਮ। ਸਰਬ ਧਰਮ ਹੈ ਸ੍ਰੇਸ਼ਟ ਧਰਮ ਅਤੇ ਸਗਲ ਧਰਮ ਹੈ ਸ੍ਰੇਸ਼ਟ ਧਰਮ। ਹਰ ਕੋ ਨਾਮ ਜਪ, ਨਿਰਮਲ ਕਰਮ ਕਰਨੇ ਹੀ ਸਭ ਤੋਂ ਵੱਡਾ ਧਰਮ ਹੈ। ਅਤੇ ਜੇ ਬੰਦਾ ਗੁਣਾ ਮੁਤਾਬਕ ਜ਼ਿੰਦਗੀ ਨਹੀਂ ਜੂ ਰਿਹਾ ਤਾਂ ਫਿਰ ਇਹਨਾਂ ਨੂੰ ਵੇਖ ਕੇ ਤੇ ਗੁਰੂ ਅਰਜਨ ਸਾਹਿਬ ਨੂੰ ਕਹਿਣਾ ਪਿਆ ਸੀ, ਕਰਤੂਤ ਪਸ਼ੂ ਕੀ। ਉਹ ਕੰਮ ਤੇਰੇ ਪਸ਼ੂਆਂ ਵਾਲੇ ਅਤੇ ਸ਼ਕਲ ਤੇਰੀ ਮਨੁੱਖ ਵਾਲੀ। ਤੂੰ ਡਬਲ ਜ਼ਿੰਦਗੀ ਜੂ ਰਿਹਾ। ਮੱਝ ਦਿਸਦੀ ਵੀ ਮੱਝ ਆ ਅਤੇ ਹੈਗੀ ਵੀ ਮੱਝ ਆ, ਕੁੱਤਾ ਦਿਸਦਾ ਵੀ ਕੁੱਤਾ ਅਤੇ ਹੈਗਾ ਵੀ ਕੁੱਤਾ ਵਾ, ਸੱਪ ਦਿਸਦਾ ਵੀ ਸੱਪ ਆ ਅਤੇ ਹੈਗਾ ਵੀ ਸੱਪ ਆ, ਮੱਛੀ ਦਿਖਦੀ ਵੀ ਮੱਛੀ ਆ ਅਤੇ ਹੈਗੀ ਵੀ ਮੱਛੀ ਆ। ਤੂੰ ਇਕੱਲਾ ਹੀ ਬੰਦਾ ਵਾਂ, ਦਿਖੀ ਮਨੁੱਖ ਜਾਨਾ ਵਾਂ। ਤੂੰ ਕਾਮ ਵਾਸ਼ਨਾ ਹੁੰਦੀਆਂ ਅਤੇ ਹਾਥੀ ਹੁੰਨਾ, ਲਾਲਚੀ ਹੁੰਨਾ ਅਤੇ ਬਾਂਦਰ ਹੁੰਨਾ, ਜੇ ਤੂੰ ਪਰਾਇਆ ਰੂਪ ਤੱਕਦਾ ਅਤੇ ਪਤੰਗਾ ਹੁੰਨਾ, ਗਲਤ ਸੁਣਦਾ ਅਤੇ ਤੂੰ ਹਿਰਨ ਹੁੰਨਾ। ਤੂੰ ਇਕੱਲਾ ਹੀ ਆ ਜਿਹੜਾ ਸਾਰਿਆਂ ਪਸ਼ੂਆਂ ਦੀਆਂ ਜੂਨਾਂ ਭੋਗੀ ਜਾਂਦਾ। ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, 5 ਦੋਖ ਅਸਾਧ ਜਾਮੈ ਤਾਂ ਕੀ ਕੇਤਕ ਆਸ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਥੇ ਗੱਲ ਕਹਿ ਦਿੱਤੀ, ਕਹਿੰਦੇ ਰਾਖ ਲੇਵੋ ਹਮ ਤੇ ਬਿਗੜੀ, ਰੱਖ ਲਵੋ ਸਾਡੇ ਕੋਲੋਂ ਵਿਗੜ ਗਈ ਹੈ। ਵਿਗੜੀ ਕਿੱਦਾਂ? ਸੀਲ, ਮੇਰੇ ਮਿੱਠੇ ਸੁਭਾਅ ਨੇ ਸਾਡੇ ਪਰਿਵਾਰ ਦੀ ਜਖਣਾ ਲਾ ਕੇ ਰੱਖ ਦਿੱਤੀ ਹੈ। ਸ਼ਾਇਦ ਮੈਂ ਉਸ ਵਕਤ ਇਹ ਗੱਲ ਨਾ ਕਹਿੰਦਾ ਅਤੇ ਅੱਜ ਮੇਰੇ ਨੂੰਹ ਪੁੱਤ, ਮੇਰੇ ਭੈਣ ਭਰਾ, ਮੇਰੇ ਦੋਸਤ ਮਿੱਤਰ ਮੇਰੇ ਤੋਂ ਦੂਰ, ਉੱਚੀ ਬੋਲੋ ਜੀ, ਨਾ ਹੁੰਦੇ। ਸੀਲ ਧਰਮ, ਧਰਮ ਦਾ ਅਰਥ ਕੀ? ਮੇਰੇ ਇਨਸਾਨ ਦੇ ਫਰਜ਼। ਜਿਵੇਂ ਮੱਝ ਦਾ, ਗਾਂ ਦਾ ਫਰਜ਼ ਕੀ? ਦੁੱਧ ਦੇਣਾ। ਬੰਦੇ ਦਾ ਤੇਰਾ ਫਰਜ਼ ਕੀ ਸੀ? ਚੰਗੇ ਸੰਸਕਾਰ ਤੇਰੀ ਜ਼ਿੰਦਗੀ 'ਚ ਹੁੰਦੇ। ਅੱਜ ਬੰਦੇ ਦੀ ਜ਼ਿੰਦਗੀ ਚੰਗੇ ਸੰਸਕਾਰ ਨਹੀਂ ਹੈ। ਕੱਢ ਕਸੀਦਾ ਪੈਰੈਂ ਚੋਲੀ ਤਾਂ ਤੁਮ ਜਾਣੋ ਨਾਰੀ, ਜੇ ਘਰ ਰਾਖੇ ਬੁਰਾ ਨਾ ਚਾਕੇ ਹੋਵੇਂ ਕੰਤ ਪਿਆਰੀ। ਬੜੀ ਛੇਤੀ ਗੱਲ ਸਮਝ ਆਏਗੀ। ਬਾਜ਼ਾਰੋਂ ਕੱਪੜਾ ਲਿਆਂਦਾ 200 ਰੁਪਏ ਮੀਟਰ, ਬਾਜ਼ਾਰੋਂ ਕੱਪੜਾ ਲਿਆਂਦਾ ਪਲੇਨ 150 ਰੁਪਏ ਮੀਟਰ, ਉਹਦੇ 'ਤੇ ਕਢਾਈ ਕੀਤੀ, ਕਸੀਦਾ ਕੱਢਿਆ ਗਿਆ, ਹੁਣ ਵੀ 200 ਰੁਪਏ ਮੀਟਰ ਹੀ ਹੈ। ਨਾਲ ਹੀ ਕੀਮਤ 500 ਰੁਪਇਆ ਮੀਟਰ ਹੋ ਗਈ। ਉਹ ਕੀਮਤ ਕਿਹਨੇ ਵਧਾਤੀ? ਉੱਤੇ ਕੱਢੇ ਹੋਏ ਕਸੀਦੇ ਨੇ। ਪਾਤਸ਼ਾਹ ਜੀ ਨੇ ਗਿਆਨ ਦਿੱਤਾ, ਕਹਿੰਦੇ ਕੱਢ ਕਸੀਦਾ ਪੈਰੈਂ ਚੋਲੀ ਤਾਂ ਤੂੰ ਜਾਣੋ ਨਾਰੀ, ਜੇ ਘਰ ਰਾਖੇ ਬੁਰਾ ਨਾ ਚਾਖੇ ਹੋਵੇ ਕੰਤ ਪਿਆਰੀ। ਮੰਨ ਲਓ ਵੀ ਜਿਹੜਾ ਮਨ ਹੈ ਇਹ ਪਲੇਨ ਕੱਪੜਾ ਹੀ ਆ,
ਮਨ ਪਲੇਨ ਕੱਪੜਾ ਹੀ ਆ। ਮਨ ਇੱਦਾਂ ਕੱਪੜਾ ਜਿਵੇਂ 200 ਰੁਪਏ ਬਾਜ਼ਾਰੋਂ ਮੀਟਰ ਲੈ ਆਂਦਾ। ਹੁਣ ਇਸ ਮਨ ਰੂਪੀ ਕੱਪੜੇ 'ਤੇ ਮੈਂ ਕਸੀਦਾ ਕੱਢਣਾ ਕਾਹਦਾ? ਗੁਣਾਂ ਦਾ। ਜਿਹਨੇ ਗੁਣਾਂ ਦਾ ਕਸੀਦਾ ਕੱਢ ਲਿਆ ਉਹਦਾ ਮਨ ਰੂਪੀ ਕੱਪੜਾ ਆਪੇ ਮਹਿੰਗਾ ਹੋ ਗਿਆ, ਅਤੇ ਜਿਹਨੂੰ ਕਸੀਦਾ ਕੱਢਣਾ ਨਹੀਂ ਆਇਆ ਉਹਦਾ ਮਨ ਰੂਪੀ ਕੱਪੜਾ ਆਪੇ ਸਸਤਾ ਵਿਕਿਆ। ਇਹਦਾ ਅਰਥ ਤੂੰ ਆਪਣੀ ਜ਼ਿੰਦਗੀ ਨੂੰ ਮਹਿੰਗਾ ਬਣਾਉਣਾ ਤੇਰੀ ਮਰਜ਼ੀ, ਸਸਤਾ ਬਣਾਉਣਾ ਤੇਰੀ ਮਰਜ਼ੀ। ਇਹ ਸਭ ਤੇਰੇ 'ਤੇ ਡਿਪੈਂਡ ਹੈ। ਰੱਬ ਨਹੀਂ ਕਰਦਾ ਕਿਸੇ ਨਾਲ ਧੱਕਾ, ਨਾ ਨਾ ਨਾ। ਸਤਿਗੁਰ ਸਭਨਾਂ ਦਾ ਭਲਾ ਮਨਾਏਦਾ। ਇਹ ਨੇਚਰ ਆ, ਇਹ ਦੁਨੀਆ ਦਾ ਅਸੂਲ ਆ। ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ। ਜਿੱਦਾਂ ਦਾ ਤੁਸੀਂ ਬੀਜ ਪਾਓਗੇ, ਜਿੱਦਾਂ ਦਾ ਤੁਸੀਂ ਕੰਮ ਕਰੋਗੇ, ਉਹਦਾ ਰਿਜ਼ਲਟ ਤੁਹਾਨੂੰ ਮਿਲਣਾ ਹੀ ਮਿਲਣਾ ਹੈ। ਤਾਂ ਬਾਣੀ ਚੱਕਦੇ ਨਾ, ਕਾਮ ਕ੍ਰੋਧ ਦੋਏ। ਇੱਥੇ ਰੁਕਣਾ, ਬਸੰਤ ਰਾਗ ਦਾ ਸ਼ਬਦ ਹੈ। ਕਾਮ ਕ੍ਰੋਧ ਦੋਏ ਕਰੋ ਬਸੋਲੇ। ਬਸੋਲਾ ਕਹਿੰਦੇ ਰੰਬੇ ਨੂੰ। ਮੱਕੀ ਬੀਜੀ ਕਿਸਾਨ ਨੇ, ਅਤੇ ਪੁਰਾਣੇ ਸਮੇਂ 'ਤੇ ਮੱਕੀ ਗੋਡਦੇ ਵੀ ਹੁੰਦੇ ਸੀ। ਅੱਜ ਕੱਲ੍ਹ ਤਾਂ ਮੈਂ ਕਿਹਾ ਮੱਕੀ ਵੀ ਨਹੀਂ ਬੀਜਦਾ ਕੋਈ। ਗੋਡਣ ਵਾਲੀ ਗੱਲ ਤਾਂ ਬਹੁਤ ਦੂਰ ਦੀ ਰਹੀ। ਮੱਕੀ ਬੀਜੀ ਜਾਂਦੀ ਸੀ ਅਤੇ ਫਿਰ ਗੋਡਣੀ ਕਾਹਦੇ ਲਈ ਗੋਡੀ ਦੀ ਸੀ? ਉਦੋਂ ਜੋ ਘਾਹ ਪੁੱਟ ਬਾਹਰ ਸੁੱਟ ਜਾਣਾ, ਜਿਹੜਾ ਟਾਂਡਾ ਹੋਣਾ ਉਹਦੀਆਂ ਜੜ੍ਹਾਂ ਨੂੰ ਮਿੱਟੀ ਲਾਈ ਜਾਣੀ। ਜੇ ਮਾੜੀ ਮੋੜ ਕੇ ਤੇ ਮਿੱਟੀ ਲੈ ਗਈ ਨਾ, ਨਾਲੇ ਮਿੱਟੀ ਲਾਈ ਜਾਣੀ, ਘਾਹ ਪੁੱਟ ਕੇ ਸੁੱਟੀ ਜਾਣਾ। ਜੇ ਨਹੀਂ ਵੀ ਸੁੱਟਣਾ ਉਹਦੀ ਜੜ੍ਹ ਪੁੱਟ ਦੇਣੀ ਆ ਅਤੇ ਸ਼ਾਮ ਤੱਕ ਸੁੱਕ ਜਾਣਾ। ਉਹ ਖਾਦ ਬਣ ਜਾਂਦੀ ਸੀ। ਉੱਦਾਂ ਹੀ ਜਦੋਂ ਪਾਣੀ ਲਾਉਣਾ ਉਹਦੀ ਖਾਦ ਬਣ ਜਾਣੀ। ਛੱਲੀਆਂ ਲੱਗਣੀਆਂ, 2-2 3-3 ਟਾਂਡੇ ਮੋਟੇ ਹੋ ਜਾਣੇ। ਮਿਹਨਤ ਕੀਤੀ। ਹੁਣ ਗੁਰੂ ਸਾਹਿਬ ਨੇ ਖੇਤੀ ਦੀ ਐਗਜ਼ਾਮਪਲ ਦੇ, ਤਾਂ ਹੀ ਤਾਂ ਆਪਾਂ ਆਉਂਦੇ ਹਾਂ ਸਾਡਾ ਖੇਤੀ ਧੰਦਾ ਹੀ ਨਹੀਂ, ਸਾਡਾ ਖੇਤੀ ਕਲਚਰ ਵੀ ਹੈ, ਸਾਡਾ ਖੇਤੀ ਸੱਭਿਆਚਾਰ ਵੀ ਹੈ, ਸਾਡਾ ਖੇਤੀ ਵਿਰਾਸਤ ਵਿਰਸਾ ਵੀ ਆ। ਕਿਉਂਕਿ ਸਾਡੇ ਬਾਪੂ ਨੇ ਤਾਂ ਖੇਤੀ ਦੀਆਂ ਉਦਾਹਰਨਾਂ ਦੇ ਦੇ ਕੇ ਸਾਨੂੰ ਰੱਬੀ ਗਿਆਨ ਵੀ ਬਖਸ਼ਿਸ਼ ਕੀਤਾ। ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਬਾਬੇ ਨਾਨਕ ਨੇ ਖੇਤੀ ਕੀਤੀ ਸੀ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਮੇਰੇ ਭੈਣ ਭਰਾ ਬਜ਼ੁਰਗ ਤੁਸੀਂ ਕਿੰਨੇ ਬੈਠੇ ਹੋਗੇ, ਖੇਤੀ ਨਾਲ ਸੰਬੰਧਿਤ ਕਿੰਨੀਆਂ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ 'ਚ। ਕਿਰਸਾਣੀ ਕਿਰਸਾਨ ਕਰੇ ਲੋਚੇ ਜੀਓ ਲਾਏ, ਹਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ। ਕਿਸਾਨ ਦਾ ਭਲਾ ਸਵੇਰੇ ਸੌਣ ਨੂੰ ਜੀ ਨਹੀਂ ਕਰਦਾ? ਕਿਉਂ ਸਾਸਾਂ ਜੀ ਕਿਸਾਨ ਦਾ ਵੀ ਕਰਦਾ ਨਾ। ਤੇ ਸੂਰਜ ਚੜ੍ਹਨ ਤੋਂ ਪਹਿਲਾਂ, ਸੂਰਜ ਛੱਡੋ, ਪੁਰਾਣੇ ਬਜ਼ੁਰਗ ਕਈ ਆਪਣੇ ਇੰਨੇ ਸਵੇਰੇ ਟਾਈਮ ਨਾਲ ਉੱਠਦੇ ਸੀ, ਗੁਰਦੁਆਰੇ ਦੇ ਗ੍ਰੰਥੀ ਦੇ ਪ੍ਰਕਾਸ਼ ਕਰਨ ਤੋਂ ਪਹਿਲਾਂ। ਇੱਦਾਂ ਜਦੋਂ ਪਿੰਡੋਂ ਹਾਲੀ ਨੇ ਤੁਰਨਾ ਨਾ, ਤੇ ਗ੍ਰੰਥੀ ਸਾਹਿਬ ਨੇ ਗੁਰਦੁਆਰੇ ਵੱਲ ਨੂੰ ਤੁਰੇ ਆਉਂਦੇ ਹੋਣਾ। ਉਹਨਾਂ ਬਜ਼ੁਰਗੋ ਤੁਰ ਪਏ ਦੇ, ਅਜੇ ਬਾਬਾ ਜੀ ਨੇ ਪ੍ਰਕਾਸ਼ ਮਗਰੋਂ ਕਰਨਾ, ਅਤੇ ਬਜ਼ੁਰਗ ਪਿੰਡ 'ਚੋਂ ਖੇਤ ਬਲਦ ਲੈ ਕੇ ਪਹਿਲਾਂ ਤੁਰ ਪਿਆ। ਅਤੇ ਸੂਰਜ ਚੜ੍ਹਨ ਤੋਂ ਪਹਿਲਾਂ 1 ਕਿੱਲੇ ਦੇ ਲਾਗੇ ਛਾਗੇ ਪੈਲੀ ਬਜ਼ੁਰਗਾਂ ਨੇ ਸੌਣ ਨੂੰ ਜੀ ਕਰਦਾ ਸੀ ਨਾ ਬਜ਼ੁਰਗ ਦਾ ਵੀ। ਵੱਖਰੀ ਗੱਲ ਹੁਣ ਟਰੈਕਟਰ ਆ ਗਏ ਆ, ਹੁਣ ਕੰਪੈਨਾਂ ਆ ਗਈਆਂ। ਅੱਛਾ, ਮਸ਼ੀਨਰੀ ਬਹੁਤ ਤੇਜ਼ ਆ ਗਈ ਆ। ਹੁਣ 50 ਕਿੱਲੇ ਸਵੇਰੇ ਖਲੋਤੇ ਆ, ਸ਼ਾਮ ਨੂੰ ਮੰਡੀ 'ਚ, ਅਗਲੇ ਦਿਨ ਕਣਕ ਤੂੜੀ ਵੀ ਬਣ ਗਈ। ਇੱਥੋਂ ਅਸੀਂ ਬਹੁਤ ਤੇਜ਼ ਹੋ ਗਏ ਹਾਂ, ਪਰ ਗੁਣਾਂ ਪੱਖੋਂ, ਸਹਿਜ ਪੱਖੋਂ, ਜ਼ਿੰਦਗੀ ਜੂਣ ਪੱਖੋਂ ਅਸੀਂ ਬਹੁਤ ਫੇਲ ਹੋ ਗਏ। ਵੇਖੋ, ਮੈਂ ਕਦੀ ਕਦੀ ਸੋਚਦਾ ਹੁੰਦਾ, ਧਿਆਨ ਨਾਲ ਸੁਣਿਓ। ਆਪਾਂ ਸਾਰੇ ਗ੍ਰਸਤੀ ਪਰਿਵਾਰਾਂ ਵਾਲੇ ਬੈਠੇ ਹਾਂ। ਸਾਧਨ ਆਪਾਂ ਕਾਹਦੇ ਲਈ ਲੈਂਦੇ ਹਾਂ? ਗੱਡੀ, ਕਾਰ, ਮੋਟਰਸਾਈਕਲ, ਇਹ ਕਾਹਦੇ ਲਈ ਲੈਂਦੇ ਹਾਂ? ਸੁੱਖ ਲਈ ਲੈਂਦੇ ਨਾ। ਪੁਰਾਣੇ ਸਮੇਂ 'ਚ ਆਪਣੇ ਘਰਾਂ 'ਚ ਵਿਆਹਾਂ ਸ਼ਾਦੀਆਂ 'ਤੇ ਕੀ ਹੁੰਦਾ ਸੀ? ਬੱਸ 'ਤੇ ਸਭ ਰਿਸ਼ਤੇਦਾਰ ਆਉਂਦਾ ਸੀ। ਉਹਨੂੰ ਪਤਾ ਹੁੰਦਾ ਸੀ ਮੇਰੇ ਕੋਲ ਆਪਸ਼ਨ ਕੋਈ ਨਹੀਂ ਹੁਣ ਵਾਪਸ ਮੁੜਨ ਦੀ। ਉਹ ਰਾਤ ਆਣ ਕੇ ਆਪਣੇ ਰਹਿੰਦਾ ਸੀ, ਗੱਲਾਂ ਬਾਤਾਂ ਕਰਦਾ ਸੀ। ਹੋਰ ਮਾਸੜ ਜੀ ਕੀ ਹਾਲ ਆ, ਫੁੱਫੜ ਜੀ ਕੀ, ਉਹਨੇ ਨਿਆਣਿਆਂ ਬਾਰੇ ਪੁੱਛਣਾ, ਆਪਾਂ ਉਹਨਾਂ ਬਾਰੇ ਪੁੱਛਣਾ। ਅੱਜ ਬੰਦਾ ਸਵੇਰੇ ਗੱਡੀ 'ਤੇ ਆਉਂਦਾ, 3 ਰਿਸ਼ਤੇਦਾਰਾਂ ਦੇ ਕੋਲ ਜਾਣਾ ਉਹਨੇ, ਅਤੇ ਸ਼ਾਮਾਂ ਨੂੰ ਫਿਰ ਵਾਪਸ। ਅਤੇ ਬਹੁਤਿਆਂ ਨੂੰ ਇੱਕ ਦੂਜੇ ਨਿਆਣਿਆਂ ਬਾਰੇ ਵੀ ਨਹੀਂ ਪਤਾ ਹੁੰਦਾ। ਬਾਜ਼ਾਰ 'ਚ ਕਿਤੇ ਮਿਲ ਪਣੇ, ਕੌਣ ਆ? ਆਪਣੀ ਮਾਸੜ ਦਾ ਮੁੰਡਾ। ਅੱਛਾ, ਕੋਈ ਵੇਖੇ ਨਹੀਂ ਕਦੀ ਆਪਾਂ। ਪਰ ਤੂੰ ਜਾਏਂਗਾ ਤੇ ਵੇਖੇਂਗਾ, ਤੂੰ ਤਾਂ ਮਸ਼ੀਨ ਬਣ ਗਿਆ ਭਾਈ। ਐਗਜ਼ਾਮਪਲ ਦੇ ਰਿਹਾ ਮੈਂ, ਇੱਕ ਟੱਬਰ ਦੀ ਗੱਲ ਨਹੀਂ ਦੱਸ ਰਿਹਾ ਮੈਂ ਤੁਹਾਨੂੰ। ਅੱਗੇ ਰਾਤ ਰਹਿਣਾ ਬੰਦੇ ਕੋਲ ਆਪਸ਼ਨ ਕੋਈ ਨਹੀਂ ਸੀ ਹੁੰਦੀ। ਬੰਦੇ ਕਹਿਣਾ ਵੀ ਸਵੇਰੇ ਘਰੋਂ ਤੁਰਿਆ, ਉੱਥੇ ਜਾ ਕੇ ਰਾਤ ਰਹਿ ਕੇ ਆਉਣਾ। ਅੱਜ ਸਿੱਧਾ ਪੈਲਸ 'ਚ, ਪਹਿਲੇ ਕਹਿੰਦਾ ਘਰ ਵੀ ਕੋਈ ਨਹੀਂ ਜਾਂਦਾ, ਸਿੱਧਾ ਪੈਲਸ ਜਾਣਾ, ਉੱਥੋਂ ਖਾ ਕੇ ਆਪਣੇ ਘਰ ਨੂੰ ਆ ਜਾਣਾ, ਲਿਫਾਫਾ ਦੇ ਆਉਣਾ, ਆਪ ਖਾ ਪੀ ਆਉਣਾ। ਕੀ ਆਂਦੇ ਜੀ? ਵਿਆਹ ਵੇਖ, ਕੀ ਵੇਖ ਆਏ ਆ? ਅੱਛਾ, ਚੀਜ਼ਾਂ ਵਧੀਆ ਬਣ ਗਈਆਂ, ਪਰ ਪਿਆਰ ਨਹੀਂ ਰਿਹਾ। ਅੱਛਾ, ਵਿਆਹ ਜਾਂਦੇ ਪੈਲਸ 'ਚ, ਉੱਥੋਂ ਘਰ ਆ ਜਾਂਦੇ ਹਾਂ। ਆਪਾਂ ਨੂੰ 4-5 ਸਾਲਾਂ ਬਾਅਦ ਪਤਾ ਲੱਗਦਾ ਵੀ ਜਿਹਦੇ ਵਿਆਹ ਗਿਆ ਉਹਦਾ ਤਲਾਕ ਵੀ ਹੋ ਗਿਆ। ਕਈਆਂ ਘਰਾਂ 'ਚ ਫੁੱਫੜ ਨੂੰ ਨਹੀਂ ਪਤਾ ਹੁੰਦਾ, ਮਾਸੜ ਨੂੰ ਨਹੀਂ ਪਤਾ। ਉਹ ਘਰ 'ਚ ਡਰਦੇ ਗੱਲ ਵੀ ਨਹੀਂ ਕਰਦੇ ਵੀ ਕਿੱਦਾਂ ਦੱਸੀਏ। ਉਹ 'ਚ ਬਾਅਦ 'ਚ ਪਤਾ ਲੱਗਦਾ ਵੀ ਜਿਹੜੇ ਵਿਆਹ ਤੂੰ ਮਿਲਣੀ 'ਚ ਕੰਬਲ ਫੜਿਆ ਸੀ ਨਾ ਫੁੱਫੜ ਜੀ, ਸੁੱਖ ਨਾਲ ਉਹਨਾਂ ਦਾ ਤਲਾਕ ਹੋ ਗਿਆ ਵਾ।
ਕਿਉਂਕਿ ਸਾਨੂੰ ਅਸੀਂ ਨੇੜੇ ਹੋ ਕੇ ਵੀ ਦੂਰ ਹਾਂ, ਸਾਨੂੰ ਪਤਾ ਹੀ ਨਹੀਂ ਇੱਕ ਦੂਜੇ ਬਾਰੇ। ਆਪਾਂ ਗੁਰੂ ਦੀ ਗੱਲ ਕਰਦੇ ਹਾਂ, ਬਹੁਤਿਆਂ ਨੂੰ ਆਪਣੀਆਂ ਰਿਸ਼ਤੇਦਾਰੀਆਂ ਬਾਰੇ ਨਹੀਂ ਪਤਾ ਹੈਗਾ। ਅਸੀਂ ਉੱਤੇ ਉੱਤੇ ਤਰਦੇ ਫਿਰਦੇ ਹਾਂ। ਸੱਚ ਹੈ, ਅੱਜ ਬੰਦਾ ਆਪਣੀ ਪੀੜ ਨਾਲ ਹੀ ਮਰਿਆ ਪਿਆ, ਆਪਣੇ ਦੁੱਖਾਂ ਨਾਲ ਹੀ ਮਰਿਆ ਪਿਆ। ਅੱਜ ਮੂੰਹ ਜਾ ਢਿੱਲਾ ਕਰਕੇ ਜਦੋਂ ਅਸੀਂ ਕਿਸੇ ਰਿਸ਼ਤੇਦਾਰ ਕੋਲ ਆਪਣਾ ਦੁੱਖ ਰੋਣੇ ਨਾ, ਗੁੱਸਾ ਨਾ ਮਨਾਇਓ, ਆਪਾਂ ਸੋਚਦੇ ਇਹਨੂੰ ਹਮਦਰਦੀ ਹੋਣੀ ਮੇਰੇ ਨਾਲ। ਕਿਸੇ ਟਾਵੇਂ ਰਿਸ਼ਤੇਦਾਰ ਨੂੰ ਤੁਹਾਡੀ ਉਸ ਤਕਲੀਫ ਦੀ ਹਮਦਰਦੀ ਹੋਊ, ਬਹੁਤੇ ਤੰਦ ਨੂੰ ਇਸ ਗੱਲੋਂ ਖੁਸ਼ ਹੋਣੇ ਆ, ਤੇਰੇ ਨਾਲ ਜੇ ਹੋਰ ਹੋਣੀ ਆ। ਆਪਾਂ ਦੱਸੀ ਜਾਣਾ ਇਮੋਸ਼ਨਲ ਹੋ ਕੇ ਵੀ ਆਹ ਵੀ ਹੋ ਗਿਆ, ਆਹ ਵੀ ਹੋ, ਫਿਰ ਉਹਨਾਂ ਸਾਰੀਆਂ ਗੱਲਾਂ ਨੂੰ ਸੇਵ ਕਰ ਲੈਣਾ, ਲੋੜ ਪੈਣ 'ਤੇ ਤੁਹਾਡਾ ਨੁਕਸਾਨ ਕਰਨਾ। ਮੇਰੀਆਂ ਭੈਣਾਂ ਬੈਠੀਆਂ, ਇੱਕ ਉਦਾਹਰਨ ਦੇਣ ਲੱਗਾ। ਜਿਹੜੀ ਸੱਸ ਆਪਣੀ ਨੂੰਹ ਦੀਆਂ ਦੂਜਿਆਂ ਕੋਲ ਜਾ ਗੱਲਾਂ ਕਰਦੀ ਆ ਨਾ, ਦੂਜੀਆਂ ਭਾਵੇਂ ਆਪਣੀ ਸਗੀ ਭੈਣ ਕੋਲ ਹੀ ਕਰਦੀ ਆ, ਇਹ ਕੰਧ 'ਤੇ ਲਿਖਿਆ ਪੜ੍ਹ ਲਓ, ਘਰ ਕਦੀ ਸੁਖੀ ਨਹੀਂ ਹੋਣਾ। ਕਿਉਂ? ਕਿਉਂਕਿ ਤੁਹਾਡੀ ਭੈਣ ਨੇ ਵਾਇਆ ਫਲੌਰ, ਵਾਇਆ ਅਬੋਰ, ਵਾਇਆ ਮਲੋਟ, ਜਿੱਥੇ ਸੇ ਵਿਆਹੀ ਹੋਊ, ਉਹਨੇ ਤੁਹਾਡੀ ਨੂੰਹ ਤੱਕ ਖਬਰ ਪਹੁੰਚਾ ਦੇਣੀ ਆ। ਅਤੇ ਫਿਰ ਜਦੋਂ ਸ਼ਾਮਾਂ ਨੂੰ ਕਹਿਣਾ ਅੱਜ ਮੂੰਹ ਜਿਹਾ ਵਟਿਆ ਮੇਰੀ ਨੂੰਹ ਨੇ, ਉਹ ਤੇਰਾ ਸਿਰ ਪਾੜਨ ਨੂੰ ਫਿਰਦੀ ਜਿਹੜਾ ਤੂੰ ਉਹਦੇ ਬਾਰੇ ਬੋਲ ਕੇ ਆਈ ਆ, ਉਹਨੇ ਤਾਂ ਮੂੰਹ ਹੀ ਵਟਿਆ ਜੇ। ਦੱਸ ਦਿਓ ਜੇ ਗਲਤ ਤਾਂ ਬੋਲੋ। ਸੱਚ ਇਹ ਹੈ, ਸਿਆਣੀਆਂ ਸੱਸਾਂ ਪਤਾ ਕਰਦੀਆਂ, ਉਹ ਕਹਿੰਦੀਆਂ ਵੇਖੋ ਜਿਹੜੀ ਨੁਕਸ ਮੇਰੀ ਨੂੰਹ 'ਚ ਮੈਂ ਸਾਹਮਣੇ ਕਹੂੰ, ਪਰ ਬਾਹਰ ਜਾ ਕੇ ਉਹਨੇ ਪਤਾ ਕਹਿਣਾ ਭੈਣੇ ਮੈਂ ਮੋਤੀ ਪੁੰਨ ਕੀਤੇ ਜਿੱਦਾਂ ਦੀਆਂ ਮੈਨੂੰ ਨੂੰਹਾਂ ਮਿਲੀਆਂ। ਜਦੋਂ ਤੁਸੀਂ ਗਲਤ ਗੱਲ ਕਿਸੇ ਨੂੰ ਕਹੀ ਨਹੀਂ, ਕਿਸੇ ਦੀ ਕੀ ਮਜਾਲ ਆ, ਤੁਹਾਡੇ ਘਰ 'ਚ ਲੜਾਈ ਪਾ ਦੂ ਜੀ। ਇੱਕ ਅਸੂਲ ਪਾੜ ਲਓ, ਜਿਨ੍ਹਾਂ ਨੇ ਜੇ ਪੁੱਤ ਵਿਆਹੁਣੇ ਆ ਨਾ, ਆਹ ਨੁਕਤਾ ਨੋਟ ਕਰ ਲਓ। ਆਪਣੀ ਨੂੰਹ ਨੂੰ ਜੋ ਕਹਿਣਾ ਘਰ 'ਚ ਕਹਿ ਲਓ, ਰਿਸ਼ਤੇਦਾਰ ਸਾਹਮਣੇ ਪਤਾ ਕਹੋ ਬਹੁਤ ਵਧੀਆ। ਪੁਰਾਣੇ ਬਜ਼ੁਰਗਾਂ ਦੇ ਹੁੰਦੇ, ਪੁੱਤਰੋ ਅੱਧੀ ਰੋਟੀ ਖਾ ਕੇ ਵੀ ਘਰੋਂ ਬਾਹਰ ਨਿਕਲੋ ਨਾ, ਗਲੀ ਜਾ ਕੇ ਡਕਾਰ ਮਾਰੋ, ਪਤਾ ਲੱਗੇ ਰੱਜ ਕੇ ਆਇਆ। ਸਾਡੇ ਖਾ ਪੀ ਕੇ ਬੁਰੀ ਹਾਲਤ ਹੈ, ਕਿਤੇ ਝੋਨਾ ਹੀ ਨਹੀਂ ਹੋਇਆ। ਅੱਛਾ ਪੁੱਤ ਬਾਹਰ ਟਰਾਲਾ ਚਲਾਉਣ ਡਿਆ, ਚੰਗੇ ਭਲੇ ਡਾਲਰ ਕਮਾਉਂਦਾ, ਕੀ ਹਾਲ? ਉਹ 5 ਨਹੀਂ ਪੂਰੇ, ਤੇਰੇ 5 ਨੂੰ ਹੁਣ ਕੀ ਕਰ ਲਈਏ ਬਈ। ਮੈਂ ਅਮਰੀਕਾ ਦੀ ਗੱਲ ਦੱਸਦਾ, ਉੱਥੇ ਮੈਨੂੰ ਇੱਕ ਬਜ਼ੁਰਗ ਦਾ ਫੋਨ ਆ ਗਿਆ, ਕੈਲੀਫੋਰਨੀਆ ਦੀ ਗੱਲ ਹੈ। ਕਹਿੰਦਾ ਪੁੱਤਰਾ ਅਸੀਂ ਬੜੇ ਇੱਥੇ ਦੁਖੀ ਹਾਂ। ਮੈਂ ਕੀ ਹੋਇਆ? ਸਾਡੀਆਂ ਨੂੰਹਾਂ ਸਾਡੇ ਨਾਲ ਲੜਦੀਆਂ ਨੇ, ਸਾਡਾ ਵਿਹਾਰ ਬੜਾ ਮਾੜਾ ਵਾ, ਸਾਨੂੰ ਮਾੜਾ ਚੰਗਾ ਬੋਲਦੀਆਂ, ਬੜੇ ਦੁਖੀ ਹਾਂ। ਮੈਂ ਹੱਸ ਕੇ ਕਿਉਂ ਕਿਹਾ, ਮੈਂ ਕਿਹਾ ਬਾਪੂ ਜੀ ਸਭ ਤੋਂ ਵੱਡਾ ਦੇਸ਼ ਅਮਰੀਕਾ ਵਾ, ਇਹ ਤੋਂ ਤਾਂ ਵੱਡਾ ਦੇਸ਼ ਹੀ ਕੋਈ ਨਹੀਂ ਹੋਗਾ। ਜੇ ਇੱਥੇ ਵੀ ਤੁਸੀਂ ਦੁਖੀ ਜੇ ਤੇ ਦੱਸੋ ਹੁਣ ਇਹ ਤੋਂ ਅੱਗੇ ਦੇ ਟਾਪੂ ਹੀ ਰਹਿ ਗਿਆ, ਮੈਂ ਸਮੁੰਦਰ ਹੀ ਆ। ਸੁੱਖ ਦਾ ਸੰਬੰਧ ਸਮੇਂ ਸਥਾਨ ਨਾਲ ਨਹੀਂ ਜੇਗਾ, ਸੁੱਖ ਦਾ ਸੰਬੰਧ ਤੁਹਾਡੇ ਆਪਣੇ ਵਿਹਾਰ ਨਾਲ ਆ। ਤੁਹਾਡੇ ਘਰ 'ਚ ਲੜਾਈ ਰਹਿੰਦੀ ਆ, ਸਾਰੇ ਆਪਣੇ ਆਪ ਨੂੰ ਬਦਲ ਲਓ, ਤੁਹਾਡਾ ਘਰ ਸਵਰਗ ਬਣ ਜਾਣਾ। ਮੈਂ ਪਹਿਲਾਂ ਗੱਲ ਕਰਦੀ, ਕਈ ਵਾਰੀ ਅਸੀਂ ਮੂੰਹ ਜਾਂ ਢਿੱਲਾ ਕਰਕੇ ਨਾ ਆਪਣੇ ਅੰਦਰ ਦੇ ਦੁੱਖ ਤਕਲੀਫਾਂ ਰਿਸ਼ਤੇਦਾਰਾਂ ਕੋਲ, ਦੋਸਤਾਂ ਮਿੱਤਰਾਂ ਕੋਲ ਦੱਸਦੇ ਹਾਂ, ਅਤੇ ਉਹਦੇ ਨਾਲ ਫਿਰ ਕੀ ਹੁੰਦਾ। ਅੱਛਾ ਇੱਕ ਭੈਣ ਆਪਣੀ ਨੂੰਹ ਸੱਸ ਦੀ ਕਦੀ ਆਪਣੇ ਪਰਿਵਾਰ ਦੀ ਗੱਲ ਕਦੀ ਪਾਸੇ ਨਹੀਂ ਕਰਦੀ, ਇੱਕ ਸਭ ਕੁਝ ਦੱਸੀ ਜਾਂਦੀ। ਉੱਥੇ ਚਾਹੀਦਾ ਨਾ ਭਾਈ ਚੰਗੀ ਗੱਲ ਕਰ ਲਓ, ਚੰਗੇ ਸੰਸਕਾਰਾਂ ਦੀ ਗੱਲ ਕਰ ਲਓ, ਚੰਗੀ ਸਿੱਖਿਆ ਦੀ ਗੱਲ ਕਰ ਲਓ, ਜ਼ਿੰਦਗੀ ਸਵਰਗ ਬਣ ਜੂ ਸਾਡੀ। ਤੁਹਾਡੇ ਘਰ ਦਾ ਭੇਤ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਨੂੰ ਤਾਂ ਨਹੀਂ ਪਤਾ। ਜੇ ਤੁਹਾਡੇ ਘਰ ਦੀ ਕੋਈ ਵੀਕਨੈਸ ਗੁਆਂਢੀਆਂ ਕਰ ਗਈ ਆ, ਇਹ ਤਾਂ ਮਤਲਬ ਤੁਹਾਡੇ ਘਰ 'ਚੋਂ ਕਿਸੇ ਬੰਦੇ ਨੇ ਗੱਲ ਬਾਹਰ ਕੀਤੀ ਆ। ਆਪਣੇ ਘਰ ਦੀ ਕੰਧ ਉੱਚੀ ਕਰ ਲਓ, ਖੇਤ ਮਿਆਲਾਂ ਉੱਚੀਆਂ, ਘਰ ਹੀ ਉੱਚਾ ਨਿਰਨੋ। ਜਦੋਂ ਮੈਂ ਖੇਤ ਦੀ ਵੱਟ ਉੱਚੀ ਕਰੂੰਗਾ ਤੇ ਮੇਰੇ ਖੇਤ ਦਾ ਪਾਣੀ ਬਾਹਰ ਕਿੱਦਾਂ ਚੱਲ ਜੂ ਬਈ। ਆਪਣੇ ਘਰ ਦੀ ਮਰਿਆਦਾ ਬਣਾ ਲਓ, ਆਪਣੇ ਘਰ ਦਾ ਕੋਈ ਨਿਯਮ ਬਣਾ ਲਓ, ਅਸੂਲ ਬਣਾ ਲਓ। ਜਿਹੜੀ ਗੱਲ ਕਹਿਣੀ ਹੈ ਮੂੰਹ 'ਤੇ ਕਹੋ, ਪਰੇ ਜਾ ਕੇ ਕੰਨ ਭਰਨ ਦੀ ਕੋਸ਼ਿਸ਼ ਨਾ ਕਰੋ, ਨਹੀਂ ਤਾਂ ਇਹਦਾ ਨੁਕਸਾਨ ਪਤਾ ਕੀ ਹੋਣਾ, ਤੁਸੀਂ ਆਪਣੇ ਘਰ 'ਚ ਕੈਦੀ ਬਣ ਕੇ ਰਹਿ ਜਾਣਾ। ਆਪਣੇ ਘਰ ਦੇ ਵਿੱਚ ਹੀ ਕੀ ਬਣ ਜਾਣਾ? ਕੈਦੀ ਬਣ ਕੇ ਰਹਿ ਜਾਣਾ। ਹੁਣ ਸ਼ਬਦ ਹੈ ਸੀਲ ਧਰਮ, ਬੰਦਾ ਆਪਣਾ ਧਰਮ ਛੱਡ ਚੁੱਕਾ ਵਾ। ਇਹਨੂੰ ਬੰਦੇ ਨੂੰ ਪਤਾ ਨਹੀਂ ਕਿ ਬੰਦੇ ਦੇ ਕੰਮ ਕੀ ਹੁੰਦੇ, ਗੁਣ ਕਿਹੜੇ। ਸੀਲ ਧਰਮ ਜਪ, ਜਪ ਦਾ ਅਰਥ ਕੀ? ਸਿਮਰਨ, ਇਬਾਦਤ। ਭਗਤ ਦੇ ਤੱਤੇ ਨੂੰ ਸਿਆਰੀਏ, ਇਹਦਾ ਅਰਥ ਹੈ ਭਗਤੀ। ਜਪ ਅਤੇ ਭਗਤ ਇਹ ਸ਼ਬਦ ਕਾਮਨ ਆ, ਸਾਂਝੇ ਸ਼ਬਦ, ਦੋਵੇਂ ਆਪਸ ਵਿੱਚ ਜੁੜੇ ਹੋਏ ਆ। ਜਪ ਭਗਤ ਨਾ ਕੀਨੀ। ਭਗਤੀ ਕੀ ਆ? ਵਿਣ ਗੁਣ ਕੀਤੇ। ਸਾਰੇ ਬੋਲੋ, ਵਿਣ ਗੁਣ ਕੀਤੇ। ਗੁਣ ਹੀ ਭਗਤੀ ਆ, ਤੇ ਜੇ ਗੁਣ ਆ ਗਏ ਬੰਦਾ ਧਰਮ ਨਿਭਾ ਰਿਹਾ ਆਪਣਾ। ਗੱਲ ਕਲੀਅਰ ਹੋ ਗਈ ਨਾ? ਜਿਵੇਂ ਇਹਦਾ ਗੁਣ ਕੀ ਸੀ, ਇੱਥੋਂ ਆਵਾਜ਼ ਜਾਣੀ। ਮੱਝ ਦਾ ਗੁਣ ਹੈ ਦੁੱਧ ਦੇਣਾ, ਗਾਂ ਦਾ ਦੁੱਧ ਜਿਹੜਾ ਗੁਣ ਹੈ ਦੁੱਧ ਦੇਣਾ, ਪੱਖੇ ਦਾ ਗੁਣ ਹੈ ਹਵਾ ਦੇਣੀ, ਗੱਡੀ ਦਾ ਗੁਣ ਆ ਤੁਹਾਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲੈ ਕੇ ਜਾਣਾ। ਅਤੇ ਬੰਦੇ ਦਾ ਗੁਣ ਕੀ? ਗੁਣ ਬੰਦੇ ਦਾ ਜਿਹੜਾ ਅਸਲੀ ਧਰਮ ਕੀ ਆ? ਗੁਣ ਜ਼ਿੰਦਗੀ 'ਚ। ਸ਼ੀਲ ਧਰਮ ਜਪ ਭਗਤ ਨਾ ਕੀਨੀ। ਹਉ ਅਭਿਮਾਨ, ਹਉ ਮੈਂ, ਅਭਿਮਾਨ ਦਾ ਅਰਥ ਹੰਕਾਰ।
मैं हंकार च फस के टेढ़ पगरी मैं टेढ़े रस्ते ਨੂੰ ਫੜ ਲਿਆ, ਸਿੱਧਾ ਰਸਤਾ ਛੱਡ ਕੇ ਤੇ ਟੇਢੇ ਰਸਤੇ ਤੁਰ ਪਿਆ। ਹੁਣ ਜੇ ਤੇ ਮਿਲ ਪਿਆ ਗੁਰੂ, ਉਹ ਕਹੂਗਾ ਰਸਤਾ ਗਲਤ ਫੜ ਲਿਆ। ਮੰਨ ਲਓ ਹੁਣ ਅਸੀਂ ਤੁਹਾਡੇ ਨਗਰ ਆਏ ਹਾਂ ਐਡੀ ਦੂਰੋਂ, ਅੱਜ ਕੱਲ੍ਹ ਤਾਂ GPS ਹੈ, ਅੱਜ ਕੱਲ੍ਹ ਤਾਂ ਤੁਸੀਂ ਲੋਕੇਸ਼ਨ ਭੇਜੋ ਆਪਣੇ ਆਪ ਪਹੁੰਚ ਜਾਂਦਾ। ਪਹਿਲਾਂ ਨਹੀਂ ਸੀ ਹੁੰਦਾ, ਬੰਦਾ ਪੁੱਛਦਾ ਸੀ ਇੱਕ ਦੂਜੇ ਨੂੰ। ਜੇ ਤੇ ਤੁਹਾਨੂੰ ਸਹੀ ਬੰਦੇ ਨੇ ਰਾਹ ਦੱਸਤਾ ਤੇ ਸਾਡਾ ਫਰਜ਼ ਬਣਦਾ ਉਹਦਾ ਧੰਨਵਾਦ ਕਰੀਏ ਵੀ ਤੂੰ ਮੈਨੂੰ ਸਹੀ ਰਸਤੇ ਪਾਤਾ। ਜੇ ਮੈਨੂੰ ਕਿਸੇ ਨੇ ਗਲਤ ਰਸਤੇ ਪਾਤਾ ਜਾਂ ਮੈਨੂੰ ਗਲਤ ਰਸਤੇ ਤੋੜ ਦਿੱਤਾ, ਫਿਰ ਤਾਂ ਮੈਂ ਜਿੰਨਾ ਤੁਰਿਆ ਜਾਊਂਗਾ ਇੱਕ ਤਾਂ ਮੇਰਾ ਮੰਜ਼ਿਲ ਦੂਰ ਹੋ ਗਈ। ਹੁਣ ਬਾਣੀ 'ਚ ਲਿਖਿਆ ਅੰਧੇ ਕਹਿ ਰਾਹ ਦੱਸਿਆ ਅੰਧਾ ਹੋਏ ਸੋ ਜਾਏ। ਪੁੱਛਣ ਵਾਲਾ ਵੀ ਅੰਨਾ ਤੇ ਦੱਸਣ ਵਾਲਾ ਵੀ ਅੰਨਾ ਹੋਏ ਸੁਜਾਖਾ ਨਾਨਕਾ ਸੋ ਕਿਉਂ ਉਜੜ ਪਾਏ। ਜਿਹੜਾ ਸੁਜਾਖਾ ਹੋਏਗਾ ਜਦੋਂ ਉਹਨੂੰ ਕੋਈ ਰਾਹ ਦੱਸੂਗਾ ਨਾ, ਉਹਨੇ ਉਸ ਵੇਲੇ ਬੁੱਝ ਲੈਣਾ ਵੀ ਇਹ ਮੈਨੂੰ ਗਲਤ ਰਾਹ ਪਾ ਰਿਹਾ, ਇਹ ਸ਼ਹਿਰ ਇੱਧਰ ਹੈ ਹੀ ਨਹੀਂ, ਇਹ ਗਲਤ ਰਾਹ ਪਾ ਰਿਹਾ ਮੈਨੂੰ। ਅੱਜ ਸੁਜਾਖੇ ਕਿੱਥੇ ਆ? ਕਿਉਂਕਿ ਹਮ ਅੰਧੁਲੇ ਆਂਦਾ ਬਿਖੇ ਬਿਖਰਾਤੇ ਕਿਉਂ ਚੱਲ ਗੁਰ ਚਾਲੀ। ਅਸੀਂ ਜ਼ਹਿਰ ਦੇ ਨਾਲ ਇੰਨੇ ਭਰੇ ਪਏ ਆ ਕਿ ਅੱਜ ਬੰਦੇ ਨੂੰ ਮੰਜ਼ਿਲ ਨਹੀਂ ਦਿਸ ਰਹੀ, ਬੰਦੇ ਨੂੰ ਰਸਤਾ ਨਹੀਂ ਦਿਸ ਰਿਹਾ। ਕਬੀਰ ਮਾਰਗ ਮੋਤੀ ਬੀਥਰੈ ਅੰਧਾ ਨਿਕਸਿਓ ਜਾਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਸੋਨੇ ਦਾ ਕੜਾ ਪਿਆ ਰਸਤੇ 'ਚ, ਆਪਾਂ ਦੂਰੋਂ ਵੇਖ ਕੇ ਚੁੱਕ ਲੈਣਾ, ਨੇਤਰਹੀਣ ਬੰਦਾ ਉੱਤੇ ਪੈਰ ਰੱਖ ਕੇ ਲੰਘ ਜਾਊ ਤੇ ਲੋਕ ਹੱਸਣ ਉਹਦੇ 'ਤੇ। ਲੋਕ ਕਹਿਣ ਯਾਰ ਤੂੰ ਕਮਾਲ ਦਾ ਬੰਦਾ ਬਈ, ਤੂੰ ਇੱਥੇ ਪੈਰ ਰੱਖ ਕੇ ਲੰਘ ਗਿਆ। ਉਹ ਤਾਂ ਅੱਗੋਂ ਕਹੇਗਾ ਭਰਾਵਾ ਮੇਰੇ ਕੋਲ ਅੱਖਾਂ ਨਹੀਂ ਸੀ ਹੈਗੀਆਂ, ਮੈਂ ਤਾਂ ਪੈਰ ਰੱਖ ਕੇ ਲੰਘ ਗਿਆ। ਤੂੰ ਤਾਂ ਪੈਰ ਅੱਖਾਂ ਹੋਣ ਦੇ ਬਾਵਜੂਦ ਵੀ ਉੱਤੇ ਪੈਰ ਰੱਖ ਕੇ ਲੰਘੀ ਜਾ ਰਿਹਾ। ਕਬੀਰ ਮਨ ਜਾਣਤ ਸਭ ਬਾਤ ਜਾਣਤ ਹੀ ਕਾਹੇ ਕੀ ਹਾਥ ਦੀਪ। ਨਸ਼ੇ ਦੀ ਬੋਤਲ ਉੱਤੇ ਕੀ ਲਿਖਿਆ ਭਲਾ? ਇਹਨੂੰ ਪੀਣ ਨਾਲ ਸਿਹਤ ਵਧੀਆ ਬਣਦੀ ਆ। ਅੱਗੇ ਬੋਲੋ ਕੀ ਲਿਖਿਆ? ਸਿਹਤ ਲਈ। ਇਹਦਾ ਮਤਲਬ ਬੰਦੇ ਨੂੰ ਪਤਾ ਨਾ ਵੀ ਇਹ ਸਿਹਤ ਲਈ ਹਾਨੀਕਾਰਕ ਆ। ਤੇ ਸਹੁਰਾ ਸਾਹਿਬ ਖਰੀਦ ਕੇ ਲਿਆਏ ਆ ਤੇ ਬਹਿ ਕੇ ਪੀ ਕੇ ਇਹਦੇ ਨਾਲ ਰਿਹਾ ਜਵਾਈ ਨਾਲ। ਇਹਦਾ ਮਤਲਬ ਚਾਹੁੰਦੇ ਮੇਰੇ ਜਵਾਈ ਦੀ ਸਿਹਤ ਖਰਾਬ ਹੋਵੇ। ਬੋਲ ਕੇ ਦੱਸਿਓ ਹੁਣ, ਉਹ ਬੋਲੋ ਭਾਈ। ਇਹਦਾ ਮਤਲਬ ਚਾਹ ਰਿਹਾ ਨਾ ਵੀ ਮੇਰੇ ਜਵਾਈ ਦੀ ਸਿਹਤ ਖਰਾਬ ਹੋਵੇ। ਜੇ ਪਿਓ ਪੁੱਤ ਇਕੱਠੇ ਬੈਠ ਕੇ ਪੀ ਰਹੇ ਆ, ਉਹ ਚਾਹੁੰਦੇ ਆ ਕਿ ਸਾਡੇ ਪਰਿਵਾਰ ਦੇ ਸਾਡੇ ਪਿਓ ਪੁੱਤਰਾਂ ਦੀ ਸਿਹਤ ਖਰਾਬ ਹੋਵੇ। ਹੁਣ ਸੋਚ ਕੇ ਵੇਖੋ ਅਸੀਂ ਖਲੋਤੇ ਕਿੱਥੇ ਆ। ਸਿਹਤ ਲਈ ਹਾਨੀਕਾਰਕ ਉੱਤੇ। ਅੱਛਾ ਬਣਾਉਣ ਵਾਲਾ ਅੱਜ ਕੱਲ੍ਹ ਤਾਂ ਫਿਲਮਾਂ 'ਚ ਨਾ ਸੀਰੀਅਲ ਵੇਖ ਲਓ ਤੁਸੀਂ, ਉਹਨਾਂ ਵਿੱਚ ਵੀ ਜਿੱਥੇ ਕੋਈ ਨਸ਼ੇ ਵਾਲਾ ਕੋਈ ਸੀਨ ਆਉਂਦਾ ਨਾ, ਉੱਥੇ ਲਿਖਿਆ ਹੁੰਦਾ ਵੀ ਇਹ ਸਿਹਤ ਲਈ ਲਾਭਦਾਇਕ ਨਹੀਂ ਹੈਗਾ, ਨੁਕਸਾਨਦਾਇਕ ਆ। ਅੱਛਾ ਜੇ ਕੰਪਨੀਆਂ ਵੀ ਹੋ ਗਈਆਂ, ਮੀਡੀਆ ਵੀ ਹੋ ਗਿਆ, ਹਰ ਇੱਕ ਵਿਅਕਤੀ ਇਸ ਪੱਖੋਂ ਸਾਨੂੰ ਸੁਚੇਤ ਕਰ ਰਿਹਾ, ਉਹਦੇ ਬਾਵਜੂਦ ਵੀ ਸਾਡੇ ਪੁੱਤਰਾਂ ਧੀਆਂ ਦੇ ਵਿਆਹਾਂ 'ਤੇ ਲੱਖਾਂ ਦਾ ਨਸ਼ਾ ਪੀਤਾ ਜਾ ਰਿਹਾ। ਦੱਸੋ ਫਿਰ ਇਹ 'ਚ ਕਸੂਰਵਾਰ ਕੌਣ ਹੈ? ਪਹਿਲੋਂ ਅਸੀਂ ਚੁੱਪ ਹਾਂ। ਇਹ ਵੀ ਕਹਿ ਦਿਓ ਇਹ 'ਚ ਅਕਾਲੀਆਂ ਦਾ ਕਸੂਰ ਆ, ਕਾਂਗਰਸ ਦਾ ਕਸੂਰ ਆ, ਝਾੜੂ ਵਾਲਿਆਂ ਦਾ ਕਸੂਰ ਆ, ਫੁੱਲ ਵਾਲਿਆਂ ਦਾ ਕਸੂਰ ਆ। ਅਸੀਂ ਤਾਂ ਕਸੂਰ ਹੀ ਕੱਢਣ ਜਾਣਦੇ ਹਾਂ ਨਾ। ਮੈਂ ਸਾਂਝਾ ਨਾਂ ਪਤਾ ਕਿਉਂ ਲਿਆ? ਜਿਹਦਾ ਮੈਂ ਨਾਂ ਛੱਡਤਾ ਤੁਸੀਂ ਕਹਿਣਾ ਬੰਦਾ ਪੱਕਾ ਉਹਨਾਂ ਦਾ ਹੋਣਾ ਜੇ। ਕਿਉਂਕਿ ਸਾਡਾ ਠੱਪੇ ਤਾਂ ਅਸੀਂ ਜੇਬ 'ਚ ਪਾਈ ਫਿਰਦੇ ਇੱਦਾਂ, ਜਾਣ ਲੱਗਿਆ ਠੱਪਾ ਲਾ ਜਾਂਦੇ ਵੀ ਇਹ ਫਲਾਣੀ ਪਾਰਟੀ ਦਾ ਬੰਦਾ। ਮੈਂ ਕਿਸੇ ਧੜੇ ਦਾ ਨਹੀਂ ਹੈਗਾ ਜੀ, ਮੇਰਾ ਇੱਕੋ ਧੜਾ ਧੰਨ ਸ੍ਰੀ ਗੁਰੂ। ਮੈਂ ਜਦੋਂ ਵੋਟ ਪਾਉਣਾ ਹਰ ਵਾਰ ਮੈਂ ਵੋਟ ਪਾਉਣਾ, ਜਦੋਂ ਵੋਟਾਂ ਆਉਂਦੀਆਂ ਨੇ ਵੋਟ ਪਾਉਣਾ ਮੈਂ ਬੰਦਾ ਵੇਖ ਕੇ, ਧੜਾ ਵੇਖ ਕੇ ਅਜੇ ਤੱਕ ਵੋਟ ਨਹੀਂ ਪਾਈ। ਜੇ ਬੰਦੇ 'ਚ ਕੋਈ ਲੱਗੇ ਤੇ ਉਹ ਹੁਣ ਤੁਹਾਨੂੰ ਲੱਭਣੇ ਪੈਣੇ। ਹੁਣ ਕਈ ਕਹਿੰਦੀ ਬੰਦਾ ਚੰਗਾ, ਹੁਣ ਇਹ ਨਾ ਜਾਣ ਲੱਗਿਆ ਪੁੱਛ ਲਓ ਵੀ ਚੰਗਾ ਕਿਹੜਾ। ਇਹ ਤਾਂ ਗੰਢਿਆਂ ਦਾ ਟੋਕਰਾ ਭਰਿਆ ਪਿਆ, ਛਾਣ ਕੇ ਕੱਢਣੇ ਪੈਣੇ ਤੁਹਾਨੂੰ। ਹਾਂਜੀ ਆਲੂਆਂ ਨਾਲ ਟੋਕਰਾ ਭਰਿਆ ਪਿਆ, ਛਾਂਟ ਕੇ ਕੱਢਣੇ ਪੈਣੇ ਆ। ਉਹਦੇ ਇਹੋ ਹੀ ਜੀ ਇੱਥੋਂ ਛਾਂਟ ਲਓ ਜਿੰਨੇ ਛਾਂਟਣੇ ਤੁਸੀਂ। ਜਿੰਨੀਆਂ ਮਰਜ਼ੀ ਨਵੀਆਂ ਪਾਰਟੀਆਂ ਬਣਨ, ਬੰਦੇ ਤਾਂ ਇੱਥੋਂ ਲੈਣੇ ਆਪਾਂ। ਬੰਦੇ ਤਾਂ ਇੱਥੋਂ ਹੀ ਆ ਨਾ। ਨੁਕਸਾਨ ਇੱਥੋਂ ਹੋਣਾ ਸਾਡਾ ਜਿੱਦਣ ਅਸੀਂ ਆਪਣੇ ਘਰ ਤੋਂ ਇਮਾਨਦਾਰੀ ਸ਼ੁਰੂ ਕਰਾਂਗੇ, ਬੱਚਿਆਂ ਤੋਂ, ਨੂੰਹਾਂ ਤੋਂ, ਪੁੱਤਾਂ ਤੋਂ। ਇੱਥੋਂ ਸ਼ੁਰੂਆਤ ਹੋਏਗੀ, ਜ਼ਿੰਦਗੀ ਸਵਰਗ ਬਣ ਜਾਏਗੀ। ਅਜੇ ਇੱਕ ਦੂਜੇ ਵੱਲ ਵੇਖ ਵੇਖ ਕੇ ਅਸੀਂ ਇਹ ਸੋਚੀ ਜਾਂਦੇ ਹਾਂ ਉਹ ਵੀ ਤਾਂ ਬੇਈਮਾਨੀ ਕਰਦਾ ਹੀ ਆ, ਮੇਰੇ ਇਕੱਲੇ ਦੇ ਇਮਾਨਦਾਰ ਬਣਨਾ ਕੀ ਹੋਣਾ? ਪਤਾ ਕੀ ਹੋਣਾ? ਸੁਣਿਓ ਇਮਾਨਦਾਰੀ ਦਾ ਫਾਇਦਾ ਕੀ ਹੋਣਾ? ਰਾਤ ਨੂੰ ਨੀਂਦ ਬੜੀ ਕਮਾਲ ਦੀ ਆਉਣੀ। ਪਹਿਲਾ ਫਾਇਦਾ ਇਹ ਹੋਣਾ ਜਦੋਂ ਤੁਸੀਂ ਰਾਤ ਨੂੰ ਸੌਣਾ ਨਾ ਇੱਦਾਂ ਤੁਸੀਂ ਕਈ ਬੰਦੇ ਵੇਖਿਆ ਪ੍ਰਸ਼ਾਦਾ ਛਕ ਕੇ ਸੋਫੇ 'ਤੇ ਬੈਠਣ 'ਤੇ ਉੱਥੇ ਵੀ ਅੱਖ ਲੱਗ ਜਾਂਦੀ ਹੈ। ਬਹੁਤ ਵਧੀਆ ਇਨਸਾਨ ਆ ਉਹ। ਪਤਾ ਕਿਉਂ? ਉਹ ਠੀਕ ਆ, ਬੰਦੇ ਨੂੰ ਕੋਈ ਚਿੰਤਾ ਨਹੀਂ, ਕੋਈ ਝੋਰਾ ਨਹੀਂ, ਵਧੀਆ ਉੱਥੇ ਅੱਖ ਲਾ ਲੈਂਦਾ। ਕਈ ਬੰਦੇ ਵੇਖਿਆ ਤੁਸੀਂ ਰਾਤ ਨੂੰ ਉਹਦਾ ਸੌਂਦਾ ਨਹੀਂ, ਪਾਸੇ ਮਰੀ ਜਾਂਦਾ, ਨੀਂਦ ਨਹੀਂ ਆਉਂਦੀ ਮੈਨੂੰ। ਤੂੰ ਸਾਰੇ ਦਿਨ ਦਾ ਥੱਕਿਆ, ਤੈਨੂੰ ਨੀਂਦ ਕਿਉਂ ਨਹੀਂ ਆ ਰਹੀ ਬਈ? ਇਹਦਾ ਮਤਲਬ ਅੰਦਰੋਂ ਕੋਈ ਸੰਕਲਪ ਚੱਲ ਰਿਹਾ, ਅੰਦਰ ਕੋਈ ਚੱਕਰ ਵੀ ਘੁੰਮ ਰਿਹਾ ਵਾ।
ਜੇ ਤੇਰੀ ਰਾਤ ਸੁੱਤਿਆਂ ਆ 7-8 ਵਾਰ ਅੱਖ ਖੁੱਲ੍ਹਦੀ ਆ ਨਾ, ਇਲਾਜ ਕਰਾ ਭਾਈ ਆਪਣਾ। ਤੇਰੀ ਸੋਚ ਗਲਤ ਆ, ਤੇਰੀ ਸੋਚ ਸਹੀ ਨਹੀਂ ਹੈਗੀ। ਨੀਂਦ ਦਾ ਸੰਬੰਧ ਸੋਚ ਨਾਲ ਵੀ ਆ। ਤੁਸੀਂ ਸੋਚੋ ਚੰਗਾ, ਤੁਹਾਨੂੰ ਫਰੈਸ਼ ਨੀਂਦ ਆਏਗੀ। ਨੀਂਦ ਦਾ ਸੰਬੰਧ ਨੀਂਦ ਦਾ ਸੰਬੰਧ ਤੁਹਾਡੀ ਸੋਚ ਨਾਲ ਵੀ ਆ। ਤੁਸੀਂ ਜਦੋਂ ਸੌਣ ਲੱਗਿਆ ਸੋਚਣਾ ਹੀ ਗਲਤ ਹੈ, ਖਿਆਲਾਤ ਹੀ ਗਲਤ ਨੇ। ਕੀ ਪਤਾ ਕੀ ਬੰਦਾ ਸੋਚੀ ਜਾ ਰਿਹਾ ਰਾਤ ਨੂੰ। ਜਦੋਂ ਤੁਹਾਡੇ ਅੰਦਰ ਦਿਮਾਗ 'ਚ ਖਿਆਲ ਆਈ ਜਾਂਦੇ ਆ, ਪੁੱਠੇ ਪੁੱਠੇ ਸੰਕਲਪ ਵਿਕਲਪ, ਤਾਲ ਮਦੀਰੇ ਘਟ ਕੇ ਘਟ, ਦੋਲਕ ਦੁਨੀਆ ਵਾਜੇ ਵਾਜ, ਨਾਰਦ ਨਾਚੇ ਕਲ ਕਾ ਭਾਉ, ਜਤੀ ਸਤੀ ਕਹਿ ਰਾਖੇ ਪਾਉ, ਨਾਨਕ ਨਾਮ ਵਿਟੋਂ ਕੁਰਬਾਨ ਦੀ ਦੁਨੀਆ ਸਾਹਿਬ ਜਾਣ। ਬੰਦੇ ਦੇ ਅੰਦਰ ਵਿਚਾਰ ਬਣਦੇ ਆ, ਟੁੱਟਦੇ ਆ, ਬਣਦੇ ਆ, ਟੁੱਟਦੇ ਆ। ਪਤਾ ਨਹੀਂ ਕੀ ਕੁਝ ਲੈ ਕੇ ਰਾਤ ਨੂੰ ਬੰਦਾ ਸੌਂਦਾ। ਇਕੱਲਾ ਥੋੜ੍ਹਾ ਸੌਂਦਾ ਵਾ, ਇਹਦੇ ਦਿਮਾਗ 'ਚ ਵਿਚਾਰਾਂ ਦੀ ਪੰਡ ਵਾ ਬੜੀ ਵੱਡੀ। ਤੇ ਪਾਤਸ਼ਾਹ ਜੀ ਕਹਿੰਦੇ ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ। ਮੈਂ ਅਭਿਮਾਨ 'ਚ ਫਸ ਕੇ, ਹੰਕਾਰ 'ਚ ਫਸ ਕੇ, ਟੇਢ ਪਗਰੀ। ਹੰਕਾਰ ਏਡੀ ਖਤਰਨਾਕ ਚੀਜ਼ ਆ। ਹੰਕਾਰ 'ਚ ਫਸਿਆ ਬੰਦਾ ਕਿਸੇ ਨੂੰ ਰਾਹ ਵੀ ਨਹੀਂ ਪੁੱਛਦਾ ਨਾ। ਹੁਣ ਐਗਜ਼ਾਮਪਲ ਦੇਵਾਂ, ਜੇ ਜ਼ਿੰਦਗੀ 'ਚ ਕਿਸੇ ਚੀਜ਼ ਦਾ ਨਹੀਂ ਪਤਾ ਤਾਂ ਕਿਸੇ ਨੂੰ ਪੁੱਛ ਲੈਣਾ ਚਾਹੀਦਾ ਵੀ ਮੈਨੂੰ ਨਹੀਂ ਪਤਾ ਇਸ ਗੱਲ ਦਾ। ਈਗੋ 'ਚ ਕਈ ਵਾਰੀ ਬੰਦਾ ਕਹਿੰਦਾ ਇਹਨੂੰ ਪੁੱਛਿਆ ਤੇ ਇਹਨੇ ਕਹਿਣਾ ਲੈ ਇਹਨੂੰ ਅਜੇ ਤੱਕ ਪਤਾ ਹੀ ਨਹੀਂ ਹੈਗਾ। ਮੈਂ ਇਸ ਕਰਕੇ ਗਲਤ ਰਸਤੇ ਤੁਰਿਆ ਜਾਊਂ, ਪਰ ਮੈਂ ਇਹਨੂੰ ਪੁੱਛਣਾ ਨਹੀਂ। ਘਰ ਬੈਕੁੰਠ ਬਣ ਜਾਊ। ਆ ਨੁਕਤਾ ਵਾ ਪਤਾ ਕਿਹੜਾ, ਜਦੋਂ ਨਹੁੰ ਵਿਆਹੀ ਆਵੇ ਨਾ, ਉਹ ਆਉਂਦਿਆਂ ਕਹੇ ਵੇਖੋ ਮੰਮੀ ਜੀ ਮੈਂ ਸਕੂਲਾਂ ਕਾਲਜਾਂ 'ਚ ਪੜ੍ਹੀ ਹਾਂ, ਹੋ ਸਕਦਾ ਮੈਨੂੰ 1-2 ਸਬਜ਼ੀਆਂ ਨਾ ਬਣਾਉਣੀਆਂ ਆਉਂਦੀਆਂ ਹੋਣ। ਜਿਹੜੀ ਚੀਜ਼ ਮੈਨੂੰ ਨਹੀਂ ਬਣਾਉਣੀ ਆਉਂਦੀ, ਜਿਵੇਂ ਆਪਣੀ ਧੀ ਨੂੰ ਸਿਖਾਇਆ ਉੱਦਾਂ ਮੈਨੂੰ ਸਿਖਾ ਦਿਓ। ਅਤੇ ਅੱਗੇ ਸੱਸ ਕਹੇ ਪੁੱਤ ਜੇ ਹਾਂ ਏਡੀ ਵੱਡੀ ਗੱਲ ਕਹਿਤੀ ਉਹ ਨਾ, ਤਾਂ ਫਿਰ ਮੈਨੂੰ ਵੀ ਇੱਕ ਗੱਲ ਦੱਸ ਦੇ ਪੁੱਤ, ਹੈਗੀ ਤਾਂ ਮੈਂ ਤੇਰੀ ਸੱਸ ਵਾਂ, ਮੈਂ ਤੇਨਾਂ 4 ਦਰਾਣੀਆਂ ਜਠਾਣੀਆਂ 'ਚ ਕੱਢੀ ਆ, ਅਤੇ ਮੈਂ ਤੇਰੇ ਜਿੰਨੀ ਪੜ੍ਹੀ ਨਹੀਂ। ਜਿੱਥੇ ਕਿਤੇ ਮੇਰੇ ਕੋਲੋਂ ਕੋਈ ਗੱਲ ਗਲਤ ਹੋ ਗਈ ਤਾਂ ਮੈਨੂੰ ਤੂੰ ਸਮਝਾ ਦੀ, ਆਪਾਂ ਰਲ ਮਿਲ ਕੇ ਘਰ ਨੂੰ ਸਵਰਗ ਬਣਾਉਣਾ। ਦੱਸਿਓ ਜੀ, ਭਾਵੇਂ ਤੁਹਾਡੇ ਦਰਵਾਜ਼ੇ ਗਾੜੀ ਕੋਈ ਨਾਰੀਅਲ ਮਾਂਹ ਦੀ ਦਾਲ ਜਿੰਨੇ ਮਰਜ਼ੀ ਟੂਣੇ ਕਰ ਜੇ, ਤੁਹਾਡੇ ਘਰ ਆ ਕੇ ਕੋਈ ਲੜਾਈ ਪਾ ਜੇ। ਜਦੋਂ ਸਾਡੀ ਸਮੱਸਿਆ ਇਹ ਆ ਕਿ ਅਸੀਂ ਇੱਕ ਦੂਜੇ ਦੇ ਅੱਗੇ ਈਨ ਮੰਨਣ ਨੂੰ ਤਿਆਰ, ਇੱਦਾਂ ਪਤੀ ਪਤਨੀ ਆ, ਪਤਨੀ ਪਤੀ ਨੂੰ ਕਵੇ ਸਿਰ ਦਿਆ ਸਾਈਆਂ ਜੇ ਮੇਰੇ ਕੋਲੋਂ ਕੋਈ ਗਲਤੀ ਹੋ ਗਈ, ਸਬਜ਼ੀ 'ਚ ਨਮਕ ਵੱਧ ਘੱਟ ਪੈ ਗਿਆ, ਮੈਨੂੰ ਅੰਦਰ ਵੜ ਕੇ ਸਮਝਾ ਦੀ। ਰਿਸ਼ਤੇਦਾਰਾਂ ਸਾਹਮਣੇ ਨਾ ਰੋਹ ਪਾਉਣ ਲੱਗ ਪਈ। ਹੁਣ ਬੰਦਾ ਰਿਸ਼ਤੇਦਾਰਾਂ ਸਾਹਮਣੇ ਰੋਹ ਪਾਉਣ ਲੱਗ ਪਿਓ, ਆਂਦੀ ਵੀ ਅਗਲੀ ਵਾਰੀ ਆਪੇ ਬਣਾ ਲਿਓ, ਮੇਰੇ ਕੋਲ ਨਹੀਂ ਬਣਦੀ ਵੀ, ਮੇਰੇ ਕੋਲ ਤਾਂ ਇੱਦਾਂ ਦੀ ਬਣਦੀ। ਉਹ ਫਿਰ ਅਗਲੀ ਵਾਰੀ ਜਾਣ ਕੇ ਵੱਧ ਬਣਾਉਂਦੀ ਆ, ਭੈੜੀ ਬਣਾਉਂਗੀ ਵੀ ਅਗਲੀ ਵਾਰੀ ਮੈਨੂੰ ਇਹ ਕਹਿਣ ਹੀ ਨਾ, ਜਾਂ ਰਿਸ਼ਤੇਦਾਰਾਂ ਨੂੰ ਡਰਦੇ ਕਹਿਣ ਵੀ ਠੀਕ ਆ ਫਿਰ ਸਾਡਾ ਆਇਆ ਗਿਆ ਨਹੀਂ। ਤੁਸੀਂ ਕਿਸੇ ਰਿਸ਼ਤੇਦਾਰ ਦੇ ਘਰ ਜਾਓ, ਉਹਦੇ ਪਕਵਾਨ ਤੋਂ ਤੁਹਾਨੂੰ ਸਮਝ ਆ ਜਾਊ ਵੀ ਇਹਨਾਂ ਨੂੰ ਸਾਡਾ ਆਇਆ ਪਸੰਦ ਚੰਗਾ ਲੱਗਾ ਕਿ ਨਹੀਂ ਚੰਗਾ ਲੱਗਾ। ਇੰਨੇ ਕਿ ਸਿਆਣੇ ਤੇ ਆਪਾਂ ਵੀ ਹੁੰਦੇ ਵੀ ਤੁਹਾਡੀ ਰਿਸਪੈਕਟ ਤੋਂ, ਤੁਹਾਡੇ ਪਰੋਸਣ ਤੋਂ ਅੰਦਾਜ਼ਾ। ਅਗਲਾ ਅੱਜ ਕੱਲ੍ਹ ਐਜੂਕੇਸ਼ਨ ਬੜਾ ਮਿੰਟ 'ਚ ਬੰਦਾ ਜੱਜਮੈਂਟ ਕਰ ਜਾਂਦਾ। ਇਹੋ ਗੱਲਾਂ ਸਿੱਖਣੀਆਂ ਸੀ ਕਿ ਮੈਂ ਸਮਾਜ ਵਿੱਚ ਰਹਿਣਾ ਕਿੱਦਾਂ। ਸਾਡੇ ਕਹਿਣਗੇ ਜੀ ਇੰਨੀ ਬਾਣੀ ਪੜ੍ਹਦਾ ਜੀ, ਇੰਨਾ ਤੁਹਾਡੇ ਪਾਠ ਨਹੀਂ ਕਿਸੇ ਨੇ ਵੇਖਣੇ, ਤੁਹਾਡੀ ਬਾਣੀ ਨਹੀਂ ਕਿਸੇ ਨੇ ਵੇਖਣੀ, ਤੁਸੀਂ ਕਿੰਨੇ ਵਜੇ ਉੱਠਦੇ ਇਹ ਨਹੀਂ ਵੇਖਣਾ। ਇਹ ਵੇਖਣਾ ਇਹ ਪਰਿਵਾਰ 'ਚ, ਸਮਾਜ 'ਚ, ਪਿੰਡ 'ਚ ਰਹਿੰਦਾ ਕਿੱਦਾਂ ਵਾ, ਇਹਨੇ ਖੁਸ਼ਬੂ ਕਿੰਨੀ ਕੁ ਦਿੱਤੀ ਆ, ਇਹਦੀ ਜ਼ਿੰਦਗੀ ਦਾ ਤਰੀਕਾ ਸਲੀਕਾ ਕੀ ਆ, ਇਹ ਸਮਾਜ ਵਿੱਚ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਕਿੱਦਾਂ ਕਾਮਯਾਬ ਹੁੰਦਾ। ਇਹ ਬਾਣੀ ਸਾਨੂੰ ਸਿਖਾਉਂਦੀ ਹੈ। ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ। ਮੈਂ ਰਾਹ ਟੇਢਾ ਫੜ ਲਿਆ ਅਤੇ ਟੇਢੇ ਰਸਤਾ ਪੈ ਗਿਆ। ਹੁਣ ਮੈਂ ਮੰਨ ਲਓ ਐਗਜ਼ਾਮਪਲ ਦੇਣ ਲੱਗਾ, ਆਪਾਂ ਜਾਣਾ ਇੱਥੋਂ ਲੁਧਿਆਣੇ ਅਤੇ ਰਸਤਾ ਫੜ ਲਵਾਂ ਮੈਂ ਅੰਮ੍ਰਿਤਸਰ ਵਾਲਾ। ਅਸੀਂ ਜਿੰਨੀ ਗੱਡੀ ਤੇਜ਼ ਭਜਾਈ ਜਾਣੀ ਆ ਨਾ, ਓਨੀ ਸਾਡੇ ਤੋਂ ਮੰਜ਼ਿਲ ਦੂਰ ਹੁੰਦੀ ਜਾਣੀ। ਰਸਤਾ ਗਲਤ, ਅਸੀਂ ਤੁਰ ਰਹੇ ਹਾਂ ਪਰ ਰਸਤਾ ਗਲਤ ਫੜ ਲਿਆ ਸੀ। ਜਿੰਨਾ ਤੁਰ ਰਹੇ ਹਾਂ ਮੰਜ਼ਿਲ ਸਾਡੇ ਤੋਂ ਦੂਰ ਹੁੰਦੀ ਜਾਂਦੀ ਹੈ। ਅਤੇ ਹੋਇਆ ਕਿ ਅਮਰ ਜਾਣ ਕੇ ਵੀ ਮੈਂ ਥੋੜ੍ਹਾ ਜਾਣਾ ਇੱਥੋਂ, ਅਮਰ ਜਾਣ ਕੇ ਸੰਚਰੇ ਆ ਕਾਇਆ ਨੂੰ। ਇੱਦਾਂ ਕਹਿੰਦੇ ਆ ਮੈਂ ਨਹੀਂ ਇੱਧਰ ਦੀ ਗੱਡੀ ਲੰਘਣ ਦੇਣੀ ਭਾਈ, ਇੱਦਾਂ ਛਾਤੀ 'ਤੇ ਹੱਥ ਮਾਰਦਾ। ਅਤੇ ਕਈਆਂ ਨੂੰ ਹੱਥ ਮਾਰਦਿਆਂ ਮਾਰਦਿਆਂ ਅਟੈਕ ਹੋ ਜਾਂਦੇ ਆ। ਉਹ ਅਗਲਾ ਆਉਂਦਾ ਲੈ ਕੱਲ੍ਹ ਆਉਂਦਾ ਮੈਂ ਇੱਧਰ ਦੀ ਟਰੈਕਟਰ ਨਹੀਂ ਲੰਘਣ ਦੇਣਾ, ਅਗਲੇ ਕੰਪੈਨਾਂ ਲੰਘਾਉਣ ਡੇ ਹੁਣ। ਆਹ ਕੱਲ੍ਹ ਆਉਂਦਾ ਮੈਂ ਟਰੈਕਟਰ ਨਹੀਂ ਲੰਘਾਉਣ ਦੇਣਾ, ਅਗਲੇ ਹੁਣ ਕੰਪੈਨ ਲੰਘਾਤੀ ਕਣਕ ਦੇ ਵਿੱਚੋਂ। ਹੁਣ ਦੱਸ ਹੈ ਹੀ ਨਹੀਂ ਉਹ ਕਿੱਥੇ ਗਿਆ, ਪਰ ਇੱਦਾਂ ਕਹਿੰਦਾ ਇੱਦਾਂ ਮੈਂ ਨਹੀਂ, ਮੇਰੇ ਜਿਉਂਦੇ ਜੀ ਨਹੀਂ ਆਊਗਾ। ਸਕੇ ਭਰਾ ਨੇ ਕਿਹਾ ਮੈਂ ਇੱਧਰ ਦੀ ਟਰੈਕਟਰ ਲੰਘਾ ਲਾਂ, ਸਿਰ ਵੜਵੇਂ ਵੈਰ ਪੈ ਗਏ। ਉੱਥੋਂ ਅੱਧੀ ਵੱਧ ਤੋਂ 20-25 ਕਿਲੋ ਕਣਕ ਖਰਾਬ ਹੋਣੀ ਸੀ, ਅੱਧੀ ਬੋਰੀ ਹੋ ਜਾਂਦੀ, ਅਤੇ ਬਾਬਿਆਂ ਮਗਰ 3 ਬੋਰੀਆਂ ਚੱਕੀ ਫਿਰਦਾ। ਦੱਸੋ ਇਹਨਾਂ ਤੁਹਾਡੇ ਬੱਚੇ ਨੂੰ ਆਈਲੈਟਸ ਕਰਾਈ ਆ? ਦੁੱਧ ਵੀ ਸਾਡਾ, ਮੱਝਾਂ ਗਾਵਾਂ ਵੀ ਆਪਣੀਆਂ। ਮਾਫ਼ ਕਰਨਾ ਸੱਚ ਹੈ, ਅਸੀਂ ਖਲੋਤੇ ਕਿੱਥੇ ਹਾਂ?
ਸਗਾ ਭਰਾ ਸੀ, ਸਕੇ ਭਰਾ ਨੇ ਇੰਨਾ ਹੀ ਕਿਹਾ ਸੀ ਨਾ, ਮੈਨੂੰ ਪਾਣੀ ਨਿਕਾਲ। ਮੋਟਰਾਂ ਖਾਲੀ ਪਈਆਂ ਹੁੰਦੀਆਂ ਕਈ ਵਾਰੀ, ਅਗਲਾ ਬੰਦ ਕਰਕੇ ਚਾਬੀ ਘਰ ਲੈ ਆਉਂਦਾ ਵੀ ਕਿਤੇ ਭਰਾ ਮੇਰੀ ਮੋਟਰ ਨਾ ਛੱਡ ਲਵੇ। ਹਜ਼ੂਰ ਸਾਹਿਬ ਜਾਣਗੇ ਦਰਸ਼ਨ ਕਰਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਉੱਥੇ ਛਬੀਲ ਲਾਈ ਆ, ਸਕੇ ਭਰਾ ਦੇ ਪੱਠੇ ਸੁੱਕ ਰਹੇ ਆ, ਨਹੀਂ ਵੀ ਬਣਦੀ ਆਪੇ ਪਾਣੀ ਲਾਇਆ ਉੱਧਰ ਨੂੰ। ਦੁਸ਼ਮਣ ਨਾ ਮਾਰ, ਦੁਸ਼ਮਣੀ ਮਾਰ। ਨਿਆਣੇ ਕਹਿਣ ਇੰਨਾ ਤਾਇਆ ਮਾੜਾ ਨਹੀਂ ਹੈਗਾ ਜਿੰਨਾ ਪਾਪਾ ਜੀ ਆਪਾਂ ਸੋਚਦੇ ਹਾਂ। ਅਸੀਂ ਹੁਣੇ ਵੇਖ ਕੇ ਆਏ ਹਾਂ, ਉਹਨੇ ਆਪ ਪਾਣੀ ਲਾਉਣ ਲਈ ਸਾਨੂੰ ਕਿਹਾ, ਪੁੱਤਰੋ ਪਾਣੀ ਲਾ ਲਓ, ਪੱਠੇ ਸੁੱਕ ਰਹੇ ਤੁਹਾਡੇ। ਸਾਧ ਸੰਗਤ ਜੀ, ਬਹੁਤ ਗੱਲਾਂ ਜਿਹੜੀਆਂ ਸਾਨੂੰ ਆਪਣੀ ਜ਼ਿੰਦਗੀ 'ਚੋਂ ਸਿੱਖਣ ਦੀ ਲੋੜ ਆ। ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੈ ਓੜ, ਹੀਰਾ ਕਿਸ ਕਾ ਬਪਰਾ ਪੂਜੇ ਨਾ ਰਤਨ। ਪੌਦਾ ਨਰਸਰੀ 'ਚੋਂ ਲੈ ਕੇ ਕਿੰਨੀ ਕੋਮਲਤਾ ਹੁੰਦੀ ਹੈ, ਉਹਦੀ ਸਿਰ ਦੀ ਕਰੂੰਬਲੀ ਫੜ ਕੇ ਨਾ ਜ਼ਮੀਨ ਨਾਲ ਲਾ ਦਿਓ, ਲਚਕ ਹੁੰਦੀ ਹੈ ਨਾ, ਹਵਾ ਵਗਦੀ ਆ ਅਤੇ ਪੂਰਾ ਪੌਦਾ ਜ਼ਮੀਨ 'ਤੇ ਲੰਮਾ ਪੈ ਜਾਂਦਾ। ਸ਼ਪੈਦੇ ਨਵੇਂ ਨਵੇਂ ਜਦੋਂ ਲਿਆ ਕੇ ਲਾਈਦੇ ਆ। ਇੱਕ ਨੁਕਤਾ ਨੂੰ, ਸ਼ਪੈਦਾ ਪੰਜਾਬ ਦਾ ਰੁੱਖ ਨਹੀਂ ਹੈਗਾ, ਇਹ ਪੰਜਾਬ 'ਚ ਪੂਰੀ ਪਲੈਨਿੰਗ ਨਾਲ ਲਾਇਆ ਗਿਆ ਵੀ ਇੱਥੋਂ ਪਾਣੀ ਖਤਮ। ਤੁਸੀਂ ਵੇਖੋ ਜਦੋਂ ਆਪਾਂ ਝੋਨੇ ਦੇ ਕੰਢੇ 'ਤੇ ਲਾਉਂਦੇ ਹਾਂ, ਸਾਡੇ ਆਪਣੇ ਦਰਖਤ ਸੀ ਟਾਹਲੀਆਂ, ਜਿਹੜੀਆਂ ਲੱਕੜ ਸਾਡੇ ਘਰ ਦੀ ਹੁੰਦੀ ਸੀ, ਅਸੀਂ ਖਤਮ ਕਰਤਾ ਸਾਰਾ ਕੁਝ ਬੜੇ ਤਰੀਕੇ ਨਾਲ। ਪਾਣੀ ਕੁਝ ਤਾਂ ਦੂਜੀਆਂ ਸਟੇਟਾਂ ਨੂੰ ਜਾ ਰਿਹਾ, ਬੜੇ ਇਹ ਮੁੱਦੇ ਸੀ ਜਿਹੜੇ ਖਤਮ ਕਰਤੇ ਸਾਡੇ। ਕਦੀ ਰਾਜਸਥਾਨ ਨੂੰ ਪਾਣੀ ਜਾਂਦਾ ਸੀ, ਭਾਵੇਂ ਉੱਥੇ ਵੀ ਸਾਡੇ ਆਪਣੇ ਪੰਜਾਬੀ ਕਿਸਾਨ ਭਰਾ ਸਾਡੇ ਹੀ ਵਸਦੇ ਆ, ਪਰ ਪਤਾ ਕੀ ਸੀ, ਕਦੀ ਰਾਜਸਥਾਨ ਨੂੰ ਪਾਣੀ ਜਾਂਦਾ ਸੀ ਅਤੇ ਉੱਥੋਂ ਦੇ ਜਿਹੜੇ ਰਾਜੇ ਸੀ ਉਹ ਜਿਹੜਾ ਮਾਲੀਆ ਦਿੰਦੇ ਸੀ, ਉਹ ਪੰਜਾਬ ਦੇ ਕੰਮ ਆਉਂਦਾ ਸੀ, ਸੌਦਾ ਸੀ। ਅਤੇ ਅੱਜ ਉੱਥੋਂ ਦਾ ਮਾਰਬਲ ਅਸੀਂ ਮੁੱਲ ਲੈਂਦੇ ਹਾਂ ਅਤੇ ਪਾਣੀ ਸਾਡਾ ਫਰੀ ਜਾ ਰਿਹਾ। ਇਹ ਮੁੱਦੇ ਸੀ, ਪਰ ਚੁੱਕਣੇ ਕਿੰਨੇ ਸੀ? ਜਿਨ੍ਹਾਂ ਚੁੱਕਣੇ ਸੀ ਉਹਨਾਂ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਹੋ ਗਈਆਂ। ਗੱਲ ਇਹ ਸੀ, ਨੁਕਸਾਨ ਇੱਥੇ ਹੋਇਆ ਸਾਡਾ ਜਦੋਂ ਪਾਣੀ ਜਾ ਰਿਹਾ। ਮੈਂ ਨਹੀਂ ਕਹਿੰਦਾ ਹੁਣ ਰਾਜਸਥਾਨ 'ਚ ਸਾਡਾ, ਰਾਜਸਥਾਨ ਹਰਿਆਣਾ ਹੈਗੇ ਅਤੇ ਆਪਣੇ ਪੰਜਾਬੀ ਭਰਾ ਹੀ ਬੈਠੇ ਆ। ਤੁਸੀਂ ਅੱਜ ਚੱਲ ਜਾਓ ਗੰਗਾਨਗਰ ਦੇ ਇਲਾਕੇ 'ਚ, ਜਿੰਨੇ ਉੱਥੇ ਸਾਡੇ ਆਪਣੇ ਪੰਜਾਬੀ ਭਰਾ ਹੀ ਬੈਠੇ, ਕਿਹੜੇ ਕਿਹੜੇ ਵੱਡੇ ਫਾਰਮ ਉਹਨਾਂ ਦੇ ਆਪਣੇ, ਅਤੇ ਉਹ ਵੀ ਸੱਚੇ ਆ। ਜਦੋਂ ਪਾਣੀ ਇੱਧਰੋਂ ਜਾਂਦਾ ਸੀ ਅਤੇ ਉਸ ਸਟੇਟ ਦਾ ਰਾਜਾ ਟੈਕਸ ਭਰਦਾ ਸੀ ਕਿ ਤੁਸੀਂ ਸਾਨੂੰ ਪਾਣੀ ਦੇ ਰਹੇ ਜੀ, ਅਤੇ ਜਿਵੇਂ ਉਹ ਸਾਨੂੰ ਮਾਰਬਲ ਦੇਣ, ਚਲੋ ਇੰਨਾ ਕਰ ਲਓ ਵੀ ਮਾਰਬਲ ਸਸਤਾ ਦੇ ਦਿਓ ਪੰਜਾਬ ਨੂੰ ਜੀ, ਥੋੜ੍ਹਾ ਜਿਹਾ ਘੱਟ ਪੈਸੇ ਲਾ ਲਓ, ਕੋਈ ਪੱਥਰ ਸਸਤਾ ਦੇ ਦਿਓ, ਕੋਈ ਚੀਜ਼ ਸਾਨੂੰ ਉਹਦੇ ਬਦਲੇ ਦੇਵੇ, ਪਰ ਨਾ ਜੀ ਨਾ। ਪਰ ਇਹ ਮੁੱਦੇ ਚੁੱਕਣੇ ਕਿਹਨੇ ਸੀ? ਜਿਨ੍ਹਾਂ ਨੇ ਚੁੱਕਣੇ ਸੀ ਉਹਨਾਂ ਨੂੰ ਤਾਂ ਉਹ ਪਹਿਲਾਂ ਇੱਕ MLA ਬਣਦਾ 8-9 ਕਰੋੜ ਰੁਪਈਆ ਲਾ ਕੇ, ਅਗਲਾ ਕਹਿੰਦਾ ਆਪਣਾ ਪੂਰਾ ਹੋਊਗਾ। ਆਪਣਾ ਪੂਰਾ ਹੁੰਦਾ 1.5, 2, 3 ਸਾਲਾਂ 'ਚ, ਮਗਰੋਂ ਫਿਰ ਅਗਲੇ ਦੀ ਤਿਆਰੀ ਹੁੰਦੀ। ਆਪਾਂ ਨੂੰ ਪਤਾ ਹੀ ਸਾਰਾ ਕੁਝ, ਜਿਹੜੀ ਕਹਾਣੀ ਵਾਪਰ ਰਹੀ ਹੈ। ਹੁਣ ਕਿੰਨਿਆਂ ਲੋਕਾਂ ਨੇ ਸ਼ਰਾਬਾਂ ਪੀ ਪੀ ਕੇ, ਸ਼ਰਾਬਾਂ ਲੈ ਲੈ ਕੇ, ਪੇਟੀਆਂ ਲੈ ਲੈ ਕੇ, ਪੈਸੇ ਲੈ ਲੈ ਕੇ ਵੋਟਾਂ ਪਾਈਆਂ, ਅਤੇ ਫਿਰ ਅਸੀਂ ਉਹ ਤੋਂ ਕੀ ਲੱਭਦੇ ਹਾਂ? ਵਿਕਾਸ। ਬੋਲੋ ਜੀ, ਵਿਕਾਸ, ਵਿਕਾਸ ਲੱਭਦੇ ਹਾਂ ਅਸੀਂ। ਅਤੇ ਪੰਜਾਬ ਦੇ ਉਜਾੜੇ ਦੀ ਅਰਦਾਸ ਹਰ ਗੁਰਦੁਆਰੇ 'ਚ ਰੋਜ਼ ਹੋ ਰਹੀ ਹੈ। ਕਿਹੜੀ ਭਲਾ? ਕਿ ਮੇਰਾ ਪੁੱਤ ਬਾਹਰਲੀ ਕੰਟਰੀ ਚਲਾ ਜਾਏ। ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਇਹ ਕਿਹਾ ਜਾ ਰਿਹਾ ਕਿ ਸੱਚਿਆ ਪਾਤਸ਼ਾਹ, ਮੇਰਾ ਹੁਣ ਇਸ ਦੇਸ਼ ਵਿੱਚ ਰਹਿਣ ਨੂੰ, ਇਸ ਸਟੇਟ ਵਿੱਚ ਰਹਿਣ ਨੂੰ ਜੀ ਹੁਣ ਨਹੀਂ ਕਰਦਾ। ਇਹ ਤਾਂ ਮਤਲਬ ਅਸੀਂ ਕੀ ਪੈਦਾ ਕੀਤਾ ਇੱਥੇ? ਸੋਚ ਕੇ ਵੇਖਿਓ ਤੁਸੀਂ, ਇਹ ਬੜਾ ਗੰਭੀਰ ਮੁੱਦਾ ਹੈ। ਗੁਰੂ ਕਿਰਪਾ ਕਰੇ ਸਾਨੂੰ ਚੇਤਨਤਾ ਲੱਗ ਜਾਏ, ਸਮਝ ਲੱਗ ਜਾਏ ਕਿਤੇ ਇਸ ਗੱਲ ਬਾਰੇ, ਅਸੀਂ ਸਮਝ ਸਕੀਏ, ਅਸੀਂ ਪੰਜਾਬ ਨੂੰ ਕਿਸੇ ਪੱਖੋਂ ਬਚਾਉਣ ਵਿੱਚ ਆਪਣਾ ਯੋਗਦਾਨ ਪਾ ਸਕੀਏ। ਲੋੜ ਆ ਸਾਨੂੰ ਇਸ ਗੱਲ ਦੀ, ਕਿਉਂਕਿ ਅਜੇ ਤਾਂ ਬਸ ਜੋ ਕੁਝ ਦਿਸ ਰਿਹਾ ਉਹਨੂੰ ਸਮਝ ਕੇ ਅਸੀਂ ਪਾਲਣ 'ਤੇ ਲੱਗੇ। ਅਮਰ ਜਾਨ ਸੰਚੀਏ ਕਾਇਆ, ਮੈਂ ਇਹਨੂੰ ਅਮਰ ਜਾਣ ਕੇ ਕਾਇਆ ਨੂੰ ਝੂਠ, ਬੇਈਮਾਨੀ, ਠੱਗੀ ਨਾਲ ਸਿੰਚ ਰਿਹਾ, ਪਰ ਇਹ ਮਿੱਥਿਆ ਝੂਠ ਸੀ। ਕਾਚੀ ਗਗਰੀ, ਇਹ ਤਾਂ ਕੱਚੀ ਗਾਗਰ ਸੀ, ਪਤਾ ਨਹੀਂ ਕਿਹੜੇ ਵੇਲੇ ਟੁੱਟ ਜਾਣੀ। ਅੱਛਾ, ਗਾਗਰ ਦੀ ਤਾਂ ਮਾੜੀ ਮੋੜ ਫਿਰ ਵੀ ਵੈਲਿਊ ਹੁੰਦੀ ਆ, ਘੜਾ ਟੁੱਟ ਜਾਏ ਤਾਂ ਕਿਸੇ ਨੁੱਕਰੇ ਪਿਆ ਰਹਿੰਦਾ। ਇਹ ਤਾਂ ਘੜੇ ਨੂੰ ਵੀ ਭੈੜਾ। ਜਦੋਂ ਸੰਸਕਾਰ ਕਰਦੇ ਹਾਂ ਕਿਸੇ ਨੂੰ ਕਹੋ ਹਾਂ ਭਲਾ ਕੁਝ 'ਚ ਪਾ ਕੇ ਘਰ ਰੱਖ ਲਓ ਬਾਪੂ ਨੂੰ, ਬੋਲੋ ਜੀ, ਦਵਾ ਦਵ ਸੰਸਕਾਰ ਕਰਕੇ ਕਿੱਥੇ ਛੱਡਦੇ ਭਲਾ ਆਪਾਂ? ਬੋਲ ਕੇ ਦੱਸਿਓ। ਪਾ ਕੇ ਬਾਲਟੀ 'ਚ ਫੁੱਲ ਚੁੱਕ ਲੈਂਦੇ, ਉਹਨੂੰ ਹੱਡੀਆਂ ਨੂੰ ਫੁੱਲ ਕਹਿੰਦੇ ਸਾਡੇ। ਹੈਗਾ ਅੰਗੀਠਾ ਸੰਭਾਲਣਾ, ਮਰਿਆਦਾ 'ਚ ਲਿਖਿਆ ਅੰਗੀਠਾ ਸੰਭਾਲਣਾ। ਸਾਰੇ ਸਰੀਰ ਦੀ ਰਾਖ ਇਕੱਠੀ ਕਰੋ, ਜਿੱਥੇ ਤੇਜ਼ ਪਾਣੀ ਵਹਿੰਦਾ ਉੱਥੇ ਜਾ ਕੇ ਜਲ ਪ੍ਰਵਾਹ ਕਰ ਦਿਓ, ਉੱਥੇ ਦਬ ਦਬ ਸਾਰੀ ਰਾਖ ਇਕੱਠੀ। ਸਾਡੇ ਉੱਥੇ ਫੁੱਲ ਵੱਖਰੇ ਚੁੱਕਣਗੇ, ਰਾਖ ਵੱਖਰੀ ਕਰਨਗੇ। ਫਿਰ ਕੋਈ ਕੀਰਤਪੁਰ ਸਾਹਿਬ ਲੈ ਕੇ ਜਾਂਦਾ, ਕੋਈ ਗੋਂਦਵਾਲ ਸਾਹਿਬ ਲੈ ਕੇ ਜਾਂਦਾ, ਕੋਈ ਕਿਸੇ ਜਗ੍ਹਾ 'ਤੇ ਲੈ ਕੇ ਜਾਂਦਾ। ਮਰਿਆਦਾ 'ਚ ਲਿਖਿਆ ਜਿੱਥੇ ਤੇਜ਼ ਪਾਣੀ ਵਹਿੰਦਾ ਉੱਥੇ ਜਾ, ਮੰਨ ਲਓ ਤੁਹਾਡੇ ਲਾਗੇ ਜਿੱਥੇ ਵੀ ਤੇਜ਼ ਪਾਣੀ ਵਹਿੰਦਾ ਜਾ ਕੇ, ਜੇ ਵੱਖ-ਵੱਖ ਜਗ੍ਹਾ 'ਤੇ ਅਸੀਂ ਹੁਣ ਤੇ ਇੱਕ ਨਵਾਂ ਰਾਹ ਲੱਭ ਲਿਆ ਕਿ ਤੁਸੀਂ ਕੋਸ਼ਿਸ਼ ਕਰੋ ਕਿ ਨਰਸਰੀ 'ਚੋਂ ਚੰਗੇ ਫਲਦਾਰ ਪੌਦੇ ਲਿਆਓ, ਆਪਣੇ ਖੇਤਾਂ ਵਿੱਚ ਹੀ 5-7 ਫੁੱਟ ਡੂੰਘਾ ਟੋਆ ਪੱਟ ਕੇ ਉੱਥੇ ਰਾਖ ਨੱਪ ਕੇ ਉੱਤੇ ਫਲਦਾਰ ਪੌਦਾ ਲਾ ਦਿਓ। ਇੱਕ ਦਿਨ ਜਿਉਂ-ਜਿਉਂ ਦਰਖਤ ਵੱਡਾ ਹੋਊਗਾ ਤੁਹਾਨੂੰ ਯਾਦ ਆਊਗਾ ਸਾਡੇ ਬਜ਼ੁਰਗ ਸਾਡੇ ਖੇਤਾਂ 'ਚ ਨੇ ਭਾਈ, ਦਰਖਤ ਬਣ ਕੇ ਸਾਨੂੰ ਛਾਂ ਦੇ ਰਹੇ ਆ।
ਬਦਲ ਦੀ ਲੋੜ ਹੈ ਨਾ ਸਾਨੂੰ। ਇਹ ਮੈਂ ਰਾਜਪੁਰੇ ਵੇਖ ਕੇ ਆਇਆ ਸੀ, 42 ਸਾਲ ਦੇ ਨੌਜਵਾਨ ਦੀ ਡੈਥ ਹੋਈ ਸੀ ਰਾਜਪੁਰੇ ਦੇ ਲਾਗੇ, ਅਤੇ ਗੱਲ ਵੀ ਅੱਜ ਤੋਂ 8-9 ਸਾਲ ਪਹਿਲਾਂ ਦੀ ਹੈ। ਅਤੇ ਉਹਦੀਆਂ 2 ਧੀਆਂ ਸੀ। ਪਿੰਡ ਵਾਲਿਆਂ ਨੇ ਸਹਿਮਤੀ ਨਾਲ ਸਾਂਝੀ ਜਗ੍ਹਾ 'ਤੇ ਇੱਕ ਦਰਖਤ ਲਿਆ, ਫਲਦਾਰ ਪੌਦਾ ਲਿਆ, ਅਤੇ 3-4 ਫੁੱਟ ਡੂੰਘਾ ਟੋਆ ਪੱਟ ਕੇ ਰਾਖ ਨੱਪ ਕੇ ਉੱਤੇ ਫਲਦਾਰ ਪੌਦਾ ਲਾਤਾ ਕਿ ਜਦੋਂ ਧੀਆਂ ਨੂੰ ਪਾਣੀ ਪਾਉਣਗੀਆਂ, ਜਦੋਂ ਫਲਦਾਰ ਪੌਦਾ ਵੱਡਾ ਹੋਊਗਾ ਤਾਂ ਇੱਕ ਯਾਦ ਆਊਗੀ ਕਿ ਸਾਡਾ ਬਾਪੂ, ਸਾਡਾ ਪਿਤਾ ਇੱਕ ਦਰਖਤ ਦੇ ਰੂਪ 'ਚ ਹਮੇਸ਼ਾ ਹੀ ਸਾਨੂੰ ਫਰੈਸ਼ ਹਵਾ ਦੇ ਰਿਹਾ ਹੈ। ਰਾਹ ਹੈ ਨਾ ਇੱਕ ਤਾਂ ਲੋਕਾਂ ਦੇ ਦਿਮਾਗ 'ਚੋਂ ਡਰ ਕੱਢਣ ਵਾਸਤੇ। ਸਾਡੇ ਤਾਂ ਕਈ ਵਿਦੇਸ਼ਾਂ 'ਚੋਂ ਉੱਥੇ ਡੈਥ ਹੁੰਦੀ ਹੈ, ਉੱਥੋਂ ਉਹਨੂੰ ਪਾ ਕੇ ਇੱਥੇ ਲੈ ਕੇ ਆਉਂਦੇ, ਉੱਥੇ ਫੁੱਲ ਲੈ ਕੇ ਆਉਂਦੇ। ਉਹਨਾਂ ਨੂੰ ਪੁੱਛੋ ਜੀ ਇਹ ਕਰਦੇ, ਇਹ ਪਾਪਾ ਜੀ ਕਹਿੰਦੇ ਮੈਂ ਪੰਜਾਬ ਵੇਖਣਾ। ਦੱਸੋ। ਅੱਛਾ, ਜਦੋਂ ਪਾਪਾ ਜਿਉਂਦਾ ਸੀ ਉਦੋਂ ਪਤਾ ਸੀ 70-80 ਹਜ਼ਾਰ ਦੀ ਟਿਕਟ ਲੱਗਣੀ। ਹੁਣ ਪਾਪੇ ਨੂੰ ਕੁੱਜੇ 'ਚ ਪਾ ਕੇ ਲਏ ਤੁਸੀਂ, ਹੁਣ ਸੂਟਕੇਸ 'ਚ ਪਾ ਕੇ ਲਏ, ਹੁਣ ਪਾਪੇ ਨੇ ਪੰਜਾਬ ਕਿੱਥੋਂ ਵੇਖਣਾ ਜੀ? ਨਹੀਂ, ਭੈਣਾਂ ਦੇ ਹੱਥ ਲਾ ਕੇ ਵੇਖਣਾ। ਜਿਉਂਦੇ ਅਸੀਂ ਕਿਸੇ ਨੂੰ ਹੱਥ ਲਾਉਣ ਨੂੰ ਤਿਆਰ ਨਹੀਂ ਹੈਗੇ ਜੀ। ਜਿਉਂਦਿਆਂ ਨੂੰਹਾਂ ਸੱਸਾਂ ਦੇ ਲਾਗੇ ਆਉਣ ਨੂੰ ਤਿਆਰ ਨਹੀਂ। ਜਦੋਂ ਚੜ੍ਹਾਈ ਕਰ ਜਾਂਦੀ ਨਾ, ਫਿਰ ਪੈਰਾਂ ਵਾਲੇ ਬਨੇ ਤੌੜੀਆ ਰੱਖ ਕੇ ਕਹਿੰਦੇ ਟੇਕ ਲਾ ਮੱਥਾ ਭੈਣੇ, ਸੱਸ ਦੇ ਪੈਰ ਲੱਭਣੇ ਕਿਤੇ ਮੁੜ ਕੇ। ਤਾਂ ਦੱਸੋ, ਅੱਗੇ ਉਹ ਪੈਰ ਵੇਖਣ ਤੋਂ ਬਿਨਾਂ ਰੋਟੀ ਨਹੀਂ ਸੀ ਖਾਂਦੀ ਕਿਤੇ ਭਲਾ? ਉਹ ਤਾਂ ਨੂੰਹ ਸੱਸ ਨੂੰ ਉਹ ਤਾਂ ਛੱਡ ਕੇ ਆਪਣੀ ਮਾਂ ਨੂੰ ਤਾਂ ਸ਼ਹਿਰ ਜਾ ਵਸਦੀ। ਗੁੱਸਾ ਨਾ ਮਨਾਇਓ, ਮੈਂ ਪਹਿਲਾਂ ਕਹਿਤਾ ਤੁਸੀਂ ਗਲਤੀ ਕਰ ਬੈਠੇ ਜੇ, ਦੁਬਾਰਾ ਨਾ ਕਰਿਓ। ਸੱਦਣ ਵਾਲੀ ਮੈਨੂੰ ਵੀ ਦੱਸੋ ਇੱਦਾਂ ਹੋ ਰਿਹਾ ਕਿ ਨਹੀਂ ਹੋ ਰਿਹਾ? ਜਿਉਂਦਿਆਂ ਦੇ ਸੱਸ ਨਾਲ ਨਹੀਂ ਸੀ ਬੋਲਦੀ, ਜਿਉਂਦਿਆਂ ਤੇ ਉਹ ਸਹੁਰੇ ਨਾਲ ਚੰਗੀ ਤਰ੍ਹਾਂ ਸੱਸ ਨੂੰ ਉਹਨੇ ਕਵਾਇਆ ਨਹੀਂ, ਬੁਲਾਇਆ ਨਹੀਂ, ਹੁਣ ਉਹਨੇ ਮੱਥਾ ਟੇਕ ਕੇ ਕੀ ਲੈਣਾ ਭਲਾ? ਸਾਡੇ ਕਹਿਣਗੇ ਟੇਕ ਲਾ ਨਹੀਂ ਮੱਥਾ। ਉਹ ਮੁਰਦਿਆਂ ਨੂੰ ਮੱਥੇ ਨਹੀਂ ਟੇਕੀ ਦੇ। ਜੇ ਮ੍ਰਿਤਕ ਕੋ ਚੰਦਨ ਚੜਾਵੈ ਉਸ ਤੇ ਕਹੋ ਕਮਨ ਫਲ ਪਾਵੈ, ਜੇ ਮ੍ਰਿਤਕ ਕੋ ਵਿਸ਼ਟਾ ਮਾਹਿ ਰਲਾਈ ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਬਾਣੀ 'ਚ ਲਿਖਿਆ ਹੈ, ਜੇ ਮ੍ਰਿਤਕ ਕੋ ਚੰਦਨ ਚੜਾਵੇ। ਤੁਸੀਂ ਮ੍ਰਿਤਕ ਦੇ ਉੱਤੇ ਚੰਦਨ ਦਾ ਲੇਪ ਵੀ ਕਰ ਦਿਓ, ਇਹ 'ਚ ਮ੍ਰਿਤਕ ਦਾ ਫਾਇਦਾ ਕੋਈ ਨਹੀਂ। ਜੇ ਤੁਸੀਂ ਮ੍ਰਿਤਕ ਨੂੰ ਵਿਸ਼ਟਾ, ਹੁਣ ਵਿਸ਼ਟਾ ਕੀ ਹੁੰਦੀ ਹੈ? ਮਿੱਟੀ ਵੀ ਨਹੀਂ ਹੁੰਦੀ, ਵਿਸ਼ਟਾ ਗੰਦਗੀ, ਉਹ 'ਚ ਰਲਾ ਦਿਓ, ਮ੍ਰਿਤਕ ਦਾ ਇਹ 'ਚ ਅਪਮਾਨ ਕੋਈ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ। ਸਾਡੇ ਜਦੋਂ ਮੁਰਦੇ ਨਹਾਉਣਗੇ, ਲੈਕਸ ਸਾਬਣ ਲੈ ਕੇ ਆਓ, ਜਿਉਂਦਿਆਂ ਲੈਫ ਬੁਆਏ ਨਾਲ ਨਹਾਉਂਦੇ ਵਿਚਾਰੇ ਨੂੰ, ਦੇਸੀ ਨਾਲ ਨਹਾ ਛੱਡਿਆ ਗਰੀਬ ਨੇ, ਆਪਣਾ ਬਾਥਰੂਮ 'ਚੋਂ ਚੁੱਕ ਲਿਆਉਂਦੇ ਸੀ। ਨੋ ਪੁੱਤ ਗੁੱਸਾ ਨਾ ਮਨਾਏ। ਹੁਣ ਮੈਂ ਕਿਹੜਾ ਹੁਣ ਕੋਈ ਬਾਬਾ ਵੀ ਮੈਨੂੰ ਘਰਾਂ ਬਾਰੇ ਨਹੀਂ ਪਤਾ, ਸਭ ਪਤਾ। ਲੱਛਣ ਵੇਖ ਲਈਦੇ ਆ ਨਾ ਸਮਾਜ ਦੇ ਆਮ ਹੀ। ਆਪਣੀ ਸਾਬਣਦਾਨੀ ਵੱਖਰੀ ਰੱਖੀ ਹੁੰਦੀ ਆ, ਆਪਣਾ ਚੁੱਕ ਕੇ ਲੈਣਾ, ਬੁੱਢੇ ਨਾਲ ਲੱਗ ਜਾਣਾ ਸਾਬਣੇ, ਮੁੜ ਕੇ ਖੁਰਕ ਪਈ ਉਹਨੂੰ, ਸਾਨੂੰ ਵੀ ਪੈ ਜੂ। ਪੈਨਸ਼ਨ 'ਚੋਂ ਖੁਰਕ ਨਹੀਂ ਸੀ ਪੈਂਦੀ। 70-80 ਹਜ਼ਾਰ ਉਹਨੇ ਤੁਹਾਨੂੰ ਖਵਾ ਛੱਡਿਆ, 20-25 ਹਜ਼ਾਰ ਪੈਨਸ਼ਨ ਮਹੀਨੇ ਦੀ ਖਾਂਦੇ ਸੀ ਉਹਦੀ, ਉਦੋਂ ਨਹੀਂ ਖੁਰਕ ਪਈ ਨਿਆਣਿਆਂ ਨੂੰ। ਅੱਜ ਤੁਹਾਨੂੰ ਬਾਪੂ ਕੋਲੋਂ ਖੁਰਕ ਲੱਗਦੀ ਹੈ। ਉਹ ਬਜ਼ੁਰਗੋ ਤੁਸੀਂ ਤੇ ਬੋਲ ਪੋ, ਹੈ ਕਿ ਨਹੀਂ ਇੱਦਾਂ? ਸੱਚ ਜਾਣਿਓ, ਸਮਾਜ ਇੱਦਾਂ ਤੁਰਿਆ ਫਿਰਦਾ। ਉਦੋਂ ਉਹਨੂੰ ਐਲਰਜੀ ਹੁੰਦੀ ਹੈ, ਇਹ ਬਾਪੂ ਜੀ ਖੰਘਦੇ ਆ, ਬਾਪੂ ਜੀ। ਓਏ ਬਾਪੂ ਦਾ ਦਮਾ ਤੁਹਾਨੂੰ ਪਾਲਦਿਆਂ ਹੋਇਆ। ਬਾਪੂ ਦਾ ਜੇ ਅੱਜ ਥੁੱਕ ਨਹੀਂ ਸੁੱਕ ਰਿਹਾ, ਜੇ ਬਾਪੂ ਦੀ ਖੰਘ ਨਹੀਂ ਰੁਕ ਰਹੀ, ਤੇ ਉਹਨੇ ਤੁਹਾਨੂੰ ਮਿਹਨਤ ਕਰ ਕਰਕੇ ਇੱਥੋਂ ਤੱਕ ਲੈ ਕੇ ਆਂਦਾ। ਅੱਜ ਉਹਦੇ ਥੁੱਕ ਨਾਲ ਤੁਹਾਡਾ ਮਾਰਬਲ ਗੰਦਾ ਹੁੰਦਾ। ਗੋਇੰਦਵਾਲ ਸਾਹਿਬ ਇੱਕ ਹਰਪਾਲ ਸਿੰਘ ਸੀ, ਅੱਜ ਕੱਲ੍ਹ ਆਸਟ੍ਰੇਲੀਆ ਨੇ। ਮੈਂ ਬੜੀ ਵਾਰ ਉਹਦੀ ਸਟੇਜ 'ਤੇ ਵੀਰ ਦੀ ਗੱਲ ਕੀਤੀ। ਦਾਦਾ ਜੀ ਉਹਨਾਂ ਦੇ ਬਿਮਾਰ, ਅਤੇ ਉਹਨਾਂ ਦੋਵਾਂ ਜੀਆਂ ਨੇ, ਉਹਨਾਂ ਦੋਵਾਂ ਜੀਆਂ ਦੇ ਘਰ ਔਲਾਦ ਨਹੀਂ ਹੈ। ਉਹਨਾਂ ਨੇ ਆਪਣੇ ਦਾਦਾ ਜੀ ਦੀ ਆਪਣੇ ਹੱਥੀਂ ਸੇਵਾ ਕਰਨੀ। ਨੋ ਉਹਨਾਂ ਨੇ ਪੋਤਰੇ ਅਤੇ ਉਹਦੀ ਵਾਈਫ ਨੇ, ਪੋਤਰੇ ਨੇ, ਉਹ ਨੇ ਪੜ੍ਹੇ ਲਿਖੇ ਦੋਨੋਂ, ਇੰਟੈਲੀਜੈਂਟ। ਫੈਕਟਰੀ ਸੀ ਉਹਨਾਂ ਦੀ ਆਪਣੀ ਉੱਥੇ ਗੋਇੰਦਵਾਲ ਸਾਹਿਬ। ਅਤੇ ਮੈਂ ਗੱਲ 2002-03 ਦੀਆਂ ਦੱਸਣ ਲੱਗਾ। ਜਦੋਂ ਮੈਂ ਜਾਣਾ ਤਾਂ ਜ਼ਖਮ ਸੀ ਉਹਨਾਂ ਦੇ ਬਜ਼ੁਰਗਾਂ ਦੀ ਲੱਤ 'ਤੇ ਜ਼ਖਮ ਸੀ। ਉਹਨੇ ਆਪਣੇ ਹੱਥੀਂ ਇੱਦਾਂ ਜ਼ਖਮ ਸਾਫ਼ ਕਰਨਾ, ਉਹਦੀ ਲੱਤ ਸਾਫ਼ ਕਰਨੀ, ਬੈੱਡ ਸ਼ੀਟ ਚੇਂਜ ਕਰਨੀ। ਅਤੇ ਮੈਂ ਹੱਸ ਗਿਆ, ਮੈਂ ਹਰਪਾਲ ਸਿਆਂ, ਮੈਂ ਵੀ ਜਾ ਕੇ ਕੋਲ ਬਹਿ ਜਾਣਾ। ਕਈ ਮੈਂ ਹਰਪਾਲ ਸਿਆਂ, ਸਵਾਦ ਆਉਂਦਾ ਨਾ ਇਹ ਕੰਮ 'ਚ। ਕਹਿੰਦਾ ਇੰਨਾ ਸਵਾਦ ਗੁਰਦੁਆਰੇ ਜਾ ਕੇ ਆਉਂਦਾ ਜਿੰਨਾ ਆਪਣੇ ਬਾਪੂ ਦੀ ਸੇਵਾ ਕਰਕੇ ਆਉਂਦਾ। ਸੱਚ ਸੀ। ਅਤੇ ਜਦੋਂ ਦਾਦੇ ਨੇ ਉਹਨੇ ਜ਼ਖਮ ਸਾਫ਼ ਕਰਨਾ, ਦਾਦੇ ਕਹਿਣਾ ਹਰਪਾਲ ਸਿਆਂ ਮਹਾਰਾਜ ਤੈਨੂੰ ਸਭ ਕੁਝ ਦੇਵੇ, ਮਹਾਰਾਜ ਤੇਰਾ ਭਲਾ। ਉਹਨੇ ਅੱਖਾਂ ਬੰਦ ਹੋਣੀਆਂ ਬਜ਼ੁਰਗ ਦੀਆਂ। ਅਤੇ ਮੈਂ ਪਹਿਲਾਂ ਕਹਿੰਦਾ ਸੀ ਨਾ, ਜਿਹੜੀ ਅਸੀਸ ਤੁਹਾਡੇ ਦਾਦੇ ਨੇ ਦੇਣੀ, ਕਿਸੇ ਬਾਬੇ ਕੋਲ ਹੈ ਐਡੀ ਵੱਡੀ ਕਲਾ। ਬਾਬਾ ਨੂੰ ਤੁਹਾਡੀ ਜੇਬ ਵੱਲ ਵਹਿੰਦਾ, 500 ਦਾ ਮੱਥਾ ਟੇਕਿਆ ਕਿ 2000 ਦਾ ਨਹੀਂ। ਜੇ ਤਾਂ ਮੱਥਾ ਟੇਕੇ ਆਣ ਕੇ, ਫਿਰ ਤਾਂ ਪੁੱਛੂਗਾ ਹੋਰ ਪਰਿਵਾਰ ਦਾ ਕੀ ਹਾਲ ਆ। ਅਤੇ ਜੇ ਤੁਸੀਂ ਜਾ ਕੇ ਬੁਲਾਤੀ ਫਤਿਹ, ਉਹਨਾਂ ਕਹਿਣਾ ਲੰਗਰ 'ਚ ਲੈ ਜਾਓ, ਜਲ ਪਾਣੀ ਛਕਾਓ ਇਹਨੂੰ, ਦੱਸ ਦਿਓ ਜੇ ਗਲਤ ਹੁੰਦੇ। ਇਸ ਕਰਕੇ ਅਸੂਲ ਪਾਲੋ ਆਪਣੇ ਪਰਿਵਾਰਾਂ 'ਚ,
ਆਪਣੇ ਬੱਚਿਆਂ ਨੂੰ, ਆਪਣੇ ਦਾਦੇ ਦਾਦੀ ਨੂੰ, ਵੱਡਿਆਂ ਨੂੰ ਸਤਿਕਾਰ ਦੇਣਾ ਸ਼ੁਰੂ ਕਰੋ। ਇਹ ਬਾਣੀ ਸਾਨੂੰ ਸਿਖਾਉਂਦੀ ਹੈ। ਗੁਰੂ ਸਾਹਿਬ ਦਾ ਜੋ ਗਿਆਨ ਉਪਦੇਸ਼, ਅਮਰ ਜਾਨ ਸੰਚੀਏ ਕਾਇਆ ਮਿਥਿਆ ਕਾਚੀ ਗਗਰੀ, ਜਿਹਨੇ ਨਵਾਜ, ਜਿਹਨੇ ਸਾਨੂੰ ਨਵਾਜਿਆ, ਪੈਦਾ ਕੀਤਾ, ਜਿਹਨੇ ਨਵਾਜ ਸਾਜ ਹਮ ਕੀਏ, ਸਾਜ ਕਿਹੜਾ ਵੱਡਾ ਕੀਤਾ, ਤਿਸੇ ਵਿਸਾਰ ਅਵਰ ਲਗਰੀ, ਉਹਨੂੰ ਛੱਡ ਕੇ ਮੈਂ ਹੋਰ ਹੀ ਕਿਸੇ ਨਾਲ ਲੱਗ ਗਿਆ ਜਾ ਕੇ। ਸੰਦਕ ਤੋਹੇ ਸੰਦਕ, ਸੱਸੇ ਉੱਤੇ ਟਿੱਪੀ, ਧੱਦੇ ਨੂੰ ਸਿਹਾਰੀ, ਕੱਕਾ ਸੰਦਕ ਕਹਿੰਦੇ ਚੋਰ ਨੂੰ। ਕਹਿੰਦਾ ਰੱਬ ਜੀ, ਲੋਕ ਮੈਨੂੰ ਆਂਦੇ ਆ ਮੈਂ ਪੁੱਗਿਆ ਹੋਇਆ ਸਾਧੂ ਹਾਂ, ਪਰ ਲੋਕਾਂ ਨੂੰ ਕੀ ਪਤਾ ਮੈਂ ਤੇਰੇ ਘਰ ਦਾ ਚੋਰ ਹਾਂ। ਸੰਦਕ ਤੋਹੇ, ਸੰਦਕ ਕਹਿੰਦੇ ਚੋਰ ਨੂੰ, ਮੈਂ ਤੇਰੇ ਘਰ ਦਾ ਚੋਰ ਹਾਂ, ਤੇ ਲੋਕ ਮੈਨੂੰ ਸਾਧੂ ਤੇ ਬ੍ਰਹਮ ਗਿਆਨੀ ਤੇ ਬਾਬਾ ਕਹੀ ਜਾਂਦੇ ਆ। 856 ਨੰਬਰ ਅੰਕ ਹੈ, ਜਾ ਕੇ ਪੜ੍ਹਿਓ ਜ਼ਰੂਰ ਇੱਕ ਵਾਰ। ਸੰਦਕ ਤੋਹੇ, ਸਾਧ ਨਹੀਂ ਕਹੀਓ, ਮੈਨੂੰ ਸਾਧ ਅਖਵਾਉਣ ਦਾ ਕੋਈ ਹੱਕ ਨਹੀਂ ਆ, ਮੈਂ ਤਾਂ ਚੋਰ ਹਾਂ ਤੇਰੇ ਘਰ ਦਾ। ਸੰਦਕ ਤੋਹੇ ਸਾਧ ਨਹੀਂ। ਸੰਦਕ ਕਿੱਦਾਂ? ਬਾਪੂ, ਜਿਸ ਮਾਂ ਬਾਪ ਨੇ ਪੈਦਾ ਕੀਤਾ, ਜਿਸ ਗੁਰੂ ਨੇ ਮੇਰੇ ਤੋਂ ਪੁੱਤਰ ਵਾਰ ਦਿੱਤੇ, ਮੈਂ ਤੇ ਉਹਦਾ ਹੋਇਆ ਹੀ ਨਾ। ਮੈਨੂੰ ਲੋਕ ਕਹਿੰਦੇ ਤੂੰ ਚੰਗਾ ਬੜਾ, ਮੈਂ ਸਵਾਦ ਆ ਚੰਗਾ, ਮੈਂ ਤਾਂ ਚੋਰ ਹਾਂ ਤੇਰੇ ਘਰ ਦਾ। ਮੈਂ ਆਪਣੇ ਘਰੋਂ ਪੁੱਤਰ ਦੀ ਬਰਾਤ ਲੈ ਕੇ ਜਾ ਰਿਹਾ, ਮੈਂ ਤੇ ਆਪਣੇ ਘਰ ਬਾਬਾ ਜੀਸ ਦਾ ਨਾਮ ਸੁਣਨਾ ਪਸੰਦ ਨਹੀਂ ਕਰਦਾ। ਸੰਦਕ ਤੋਹੇ ਸਾਧ ਨਹੀਂ ਕਹੀਓ, ਸ਼ਰਨ ਪਰੇ ਤੁਮਰੀ ਪਗਰੀ। ਮੈਂ ਸ਼ਰਨ ਫੜੀ ਆ ਤੁਹਾਡੀ ਕੁੱਟ ਕੇ। ਕਹਿ ਰਵਿਦਾਸ, ਕਹਿ ਕਬੀਰ, ਇਹ ਬੇਨਤੀ ਸੁਣਿਓ। ਭਗਤ ਕਬੀਰ ਜੀ ਕਹਿੰਦੇ ਮੇਰੀ ਬੇਨਤੀ ਸੁਣਿਓ। ਮਤ ਘਾਲੋ, ਸਾਰੇ ਪੜ੍ਹੋ, ਮਤ ਘਾਲੋ ਜਮ ਕੀ ਖਬਰੀ, ਮੈਨੂੰ ਜਮ ਦੀ ਖਬਰ ਨਾ ਘੱਲਿਓ। ਕਿਹੜੇ ਜਮ? ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੂੰ ਘਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ, ਕਿਸ ਆਗੇ ਕਰੀ ਪੁਕਾਰ ਜਨਾ, ਸ੍ਰੀ ਰਾਮ ਨਾਮਾ ਉਚਰ ਮਨਾ, ਆ ਗਿਆ ਜਮ ਦਲ ਬਿਖਮ ਕਰਨਾ। ਜਮ ਕਿਹੜੇ ਆ? ਪੰਜ। ਮਤ ਘਾਲੋ ਜਮ ਕੀ ਖਬਰੀ, ਮੈਨੂੰ ਇਹਨਾਂ ਪੰਜਾਂ ਦੇ ਵਾਸ ਨਾ ਪਾਈ। ਇਹ ਮੇਰੀ ਬੇਨਤੀ ਆ। ਪੁੱਛਿਆ ਕਿਉਂ? ਕਹਿੰਦੇ ਇਹਨਾਂ ਪੰਜਾਂ ਨੇ ਤੇ ਮੇਰੀ ਜ਼ਿੰਦਗੀ ਵਿਗਾੜੀ ਆ, ਮੈਂ ਜ਼ਿੰਦਗੀ ਸਵਾਰਨਾ ਚਾਹੁੰਦਾ। ਮਤ ਘਾਲੋ ਜਮ ਕੀ ਖਬਰੀ। ਤੋ ਸਾਧ ਸੰਗਤ ਜੀ, ਸਿਰ ਝੁਕਦਾ ਉਹਨਾਂ ਮਹਾਨ ਯੋਧਿਆਂ ਦੇ ਅੱਗੇ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ, ਆਪਣੀਆਂ ਕੁਰਬਾਨੀਆਂ ਕੀਤੀਆਂ, ਜ਼ਿੰਦਗੀਆਂ ਲੇਖੇ ਲਾਤੀਆਂ। 1921 ਨੂੰ, 21 ਫਰਵਰੀ ਨੂੰ ਲਗਾਤਾਰ 20, 21, ਇਹ 2 ਦਿਨ, 19, 20, 21, 3 ਦਿਨ ਜਿਹੜਾ ਸਾਕਾ ਨਨਕਾਣਾ ਵਾਪਰਿਆ। ਗੁਰੂ ਕੇ ਪਿਆਰੇ ਸਿੱਖਾਂ ਨੇ ਆਪਣੀ ਜ਼ਿੰਦਗੀਆਂ ਕੁਰਬਾਨ ਕਰਕੇ, ਆਪਣਾ ਖੂਨ ਡੋਲ ਕੇ ਗੁਰਦੁਆਰੇ ਆਜ਼ਾਦ ਕਰਕੇ ਸਾਨੂੰ ਦਿੱਤੇ। 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਂਦੀ ਹੈ। 21 'ਚ ਸਾਕਾ ਨਨਕਾਣਾ ਵਾਪਰਦਾ ਹੈ। 101 ਸਾਲ ਹੋ ਗਿਆ ਇਸ ਸਾਲ, ਜਿਹੜੀ ਫਰਵਰੀ ਲੰਘ ਕੇ ਗਈ ਹੈ। ਅਗਲੇ ਸਾਲ 2 ਸਾਲ, ਆਹ ਹੁਣ ਦੂਜਾ ਸਾਲ ਚੱਲ ਰਿਹਾ ਹੈ। ਇਹ ਕੋਈ ਬਹੁਤ ਪੁਰਾਣਾ ਇਤਿਹਾਸ ਨਹੀਂ ਹੈ, ਇਹ ਕੱਲ੍ਹ ਦੀਆਂ ਗੱਲਾਂ ਨੇ। ਅਜੇ ਤਾਂ ਬਜ਼ੁਰਗ ਜਿਉਂਦੇ ਨੇ, ਕਈਆਂ ਦੇ 120 ਸਾਲ, 115 ਸਾਲ ਦੇ। ਤਾਂ ਮਤਲਬ ਇੱਕ ਪੀੜ੍ਹੀ ਨੇ ਸਾਰਾ ਕੁਝ ਆਪਣੀ ਅੱਖੀਂ ਵੇਖਿਆ। ਜਿੱਥੇ ਭਾਈ ਲਛਮਣ ਸਿੰਘ ਵਰਗਿਆਂ ਨੇ, ਉਹ ਆਪਣਾ ਪੁੱਤਰ ਨਾਲ ਲੈ ਕੇ ਗਏ, ਕੋਈ ਮੇਲਾ ਵੇਖਣ ਨਹੀਂ ਗਏ, ਪਤਾ ਵੀ ਸੀ ਕਿ ਉੱਥੋਂ ਅਸੀਂ ਜਿਉਂਦੇ ਵਾਪਸ ਨਹੀਂ ਆਉਣਾ। ਅੰਗਰੇਜ਼ ਜਿਹੜਾ ਛਾਤਰ ਦਿਮਾਗ ਸੀ, ਉਹਨੇ ਜਿੰਨੇ ਵੀ ਧਾਰਮਿਕ ਅਸਥਾਨ ਸੀ ਉਹਨਾਂ ਦੇ ਸਾਰੇ ਸਰਬਰਾਹ ਆਪਣੇ ਲਾਏ। ਤਰਨ ਤਾਰਨ, ਗੁਰੂ ਕਾ ਬਾਗ, ਨਨਕਾਣਾ ਸਾਹਿਬ, ਇਹਦੇ ਸਾਰੇ ਉਹਨੇ ਆਪਣੇ ਪ੍ਰਬੰਧ ਆਪਣੇ ਹੱਥੀਂ ਲਿਆਂਦਾ। ਮੰਤ ਨਰੈਣੂ ਵਰਗੇ ਗੁੰਡੇ ਉੱਥੇ ਗੁਰਦੁਆਰੇ ਦੀਆਂ ਗੋਲਕਾਂ ਤੋਂ ਪਲਦੇ ਸੀ। ਅਤੇ ਮੈਂ ਇੱਕ ਬੇਨਤੀ ਹਰ ਸਟੇਜ 'ਤੇ ਕਰਦਾ, ਬਹੁਤ ਟਾਵੇਂ ਪਿੰਡ ਆ ਜਿਨ੍ਹਾਂ ਪਿੰਡਾਂ 'ਚ ਸਾਕੇ ਨਨਕਾਣੇ ਨੂੰ ਕੋਈ ਯਾਦ ਕਰਦਾ। ਡੇਰਾ ਤੇ ਪੰਜਾਬ 'ਚ ਲੱਭਾ ਕੋਈ ਨਹੀਂ ਮੈਨੂੰ ਅਜੇ, ਜਿਸ ਡੇਰੇ ਵਿੱਚ ਸਾਕੇ ਨਨਕਾਣੇ ਦਾ ਦਿਨ ਮਨਾਇਆ ਗਿਆ ਹੋਵੇਗਾ। ਹੁਣ ਤੁਸੀਂ ਪੁੱਛਣਾ ਉਹ ਕਿਉਂ? ਕਿਉਂਕਿ ਇਹਦੇ ਪਿੱਛੇ ਇੱਕ ਵਜ੍ਹਾ ਵਾ ਕਿ ਜਦੋਂ ਕਿਸੇ ਡੇਰੇ ਸਾਕਾ ਨਨਕਾਣਾ ਉਹਦਾ ਦਿਨ ਮਨਾਓਗੇ, ਢਾਡੀਆਂ ਕਵੀਸ਼ਰਾਂ ਨੇ ਆਣ ਕੇ ਮਹੰਤ ਨਰੈਣੂ ਦੀਆਂ ਕਰਤੂਤਾਂ ਦੱਸਣੀਆਂ, ਅਤੇ ਸੰਗਤ ਬੈਠਿਆਂ ਨੇ ਹਿਸਾਬ ਲਾਉਣਾ ਵੀ ਲੱਛਣ ਤਾਂ ਸਾਡੇ ਬਾਬੇ ਦੇ ਵੀ ਥੋੜ੍ਹੇ ਥੋੜ੍ਹੇ ਮਹੰਤ ਨਰੈਣੂ ਦੇ ਹੀ ਆ, ਫਰਕ ਤਾਂ ਥੋੜ੍ਹਾ ਬਹੁਤਾ ਹੀ ਆ। ਅਤੇ ਇਸ ਕਰਕੇ ਉਹ ਕਹਿੰਦੇ ਵੀ ਆਪਾਂ ਬਰਸੀਆਂ ਮਨਾਈਏ ਆਪਣੇ ਬਾਬਿਆਂ ਦੀਆਂ। ਬਾਬਾ ਜੀ ਦੀ ਐਰਕੀ 108 ਬ੍ਰਹਮ ਗਿਆਨੀ ਦੀ ਫਲਾਣੇ ਫਲਾਣੇ ਦੀ ਬਰਸੀ ਆ, ਅਤੇ ਪਿੰਡਾਂ 'ਚੋਂ ਸੰਘਣਾ ਸੰਘਣਾ ਦੁੱਧ ਇਕੱਠਾ ਹੋ ਕੇ ਘਿਓ ਦੇ ਪੀਪੇ ਬੱਸਾਂ ਟਰੱਕਾਂ 'ਤੇ ਲੱਦ ਕੇ ਅਤੇ ਅਸੀਂ ਆਪਣਾ ਕੀਮਤੀ ਸਰਮਾਇਆ ਡੇਰੇ ਚੜ੍ਹੀ ਜਾਂਦੇ ਹਾਂ। ਅਤੇ ਅਸੀਂ ਇਹਨਾਂ ਕੰਮਾਂ 'ਚ ਉੱਜੜ ਗਏ, ਆਪਣੇ ਪੁਰਖੇ ਛੱਡ ਹੀ ਬੈਠੇ। ਅਸੀਂ ਪੁੱਛੋ ਕਿਸੇ ਨੂੰ, ਅਕਾਲੀ ਫੂਲਾ ਸਿੰਘ 17, ਜਦੋਂ ਅਸੀਂ ਹਿਸਟਰੀ ਨੂੰ ਪੜ੍ਹਦੇ ਹਾਂ ਨਾ, ਸਾਨੂੰ ਸਮਝ ਆਉਂਦੀ ਵੀ ਕਿੱਥੇ ਕਿੱਥੇ 1823 ਦੇ ਵਿੱਚ ਅਕਾਲੀ ਫੂਲਾ ਸਿੰਘ ਨਸ਼ਹਿਰੇ ਦੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਆ। 37 ਵਿੱਚ, 1837 'ਚ ਸਰਦਾਰ ਹਰੀ ਸਿੰਘ ਨਲੂਆ, ਅਤੇ 46 ਵਿੱਚ ਸਭਰਾਵਾਂ ਦੀ ਜੰਗ 'ਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ। ਇਹ 3 ਸਿੱਖੀ ਦੇ ਥੰਮ ਸੀ। ਬੜਾ ਕੀਮਤੀ ਵਿਰਸਾ ਜੀ ਸਾਡੇ ਕੋਲ, ਕੀਮਤੀ ਖਜ਼ਾਨਾ ਸਾਡੇ ਕੋਲ। ਪੜ੍ਹੋ, ਲਿਖੋ, ਸਮਝੋ, ਵਿਚਾਰੋ,
ਤੇ ਆਪਣੇ ਘਰ ਦੀਆਂ ਦੁੱਖ ਤਕਲੀਫਾਂ ਐਵੇਂ ਕਿਸੇ ਅੱਗੇ ਨਾ ਜਾ ਕੇ ਰੋਂਦੇ ਫਿਰੋ। ਦੁੱਖ ਤਿਸੇ ਪੇ ਆਖੀਐ ਸੋਖ ਜਿਸੇ ਪੀ ਆਸ। ਇਹ ਬਾਣੀ ਨੂੰ ਪੜ੍ਹੋ। ਮੈਂ ਤਾਣ ਦੀਵਾਨ ਤੂੰ ਹੈ ਮੇਰਾ ਸੁਆਮੀ। ਤਾਣ ਦਾ ਅਰਥ ਹੈ ਆਸਰਾ, ਮੇਰਾ ਆਸਰਾ ਤੁਸੀਂ ਹੋ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ। ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਫਾਸ। ਮਾਲਕ ਜੀ ਮੈਂ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਅੱਗੇ ਦੁੱਖ ਨਹੀਂ ਆਪਣਾ ਰੋਣਾ। ਮੈਂ ਸਭ ਕੁਝ ਤੁਹਾਡੇ ਅੱਗੇ ਅਰਪਿਆ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਆਪ ਸਮੂਹ ਨਗਰ ਨਿਵਾਸੀਆਂ ਦਾ, ਇੱਥੋਂ ਦੀ ਸੂਚੀ ਪ੍ਰਬੰਧਕ ਕਮੇਟੀ ਦਾ, ਸਮੂਹ ਸਾਰੇ ਵੀਰਾਂ ਦਾ, ਰਾਗੀ ਸਿੰਘ ਦਾ, ਜਿੰਨੇ ਵੀ ਤੁਸੀਂ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਜੀ, ਗੁਰੂ ਦੀ ਗੋਦ ਵਿੱਚ ਬੈਠ ਕੇ ਵਿਚਾਰਾਂ ਆਪਾਂ ਰਲ ਮਿਲ ਕੇ ਕੀਤੀਆਂ ਨੇ। ਸਹਿਜ ਪਾਠ ਜਿਨ੍ਹਾਂ ਨੇ ਅਜੇ ਤੱਕ ਆਪਣੇ ਘਰਾਂ 'ਚ ਨਹੀਂ ਸ਼ੁਰੂ ਕੀਤਾ, ਸਹਿਜ ਪਾਠ ਸ਼ੁਰੂ ਕਰੋ। ਗੁਰਬਾਣੀ ਖੁਦ ਆਪ ਪੜ੍ਹੋ, ਗੁਰਬਾਣੀ ਨੂੰ ਆਪ ਸਮਝੋ। ਆਪਣੇ ਦਿਨ ਦੀ ਸ਼ੁਰੂਆਤ ਸਵੇਰੇ ਸਤਿਗੁਰ ਦੀ ਬਾਣੀ ਦੇ ਰਾਹੀਂ ਕਰੋ। ਚੰਗਾ ਜਦੋਂ ਸਵੇਰੇ ਉੱਠਦੇ ਹਾਂ ਸਾਰ ਗਲਾਸ ਪਾਣੀ ਦਾ ਪੀਂਦੇ ਹਾਂ, ਉਹਦਾ ਧੰਨਵਾਦ ਕਰੋ। ਅਕਾਲ ਪੁਰਖ ਵਾਹਿਗੁਰੂ ਦਾਤਾ ਮੈਨੂੰ ਇੱਕ ਦਿਨ ਹੋਰ ਦਿੱਤਾ ਜਿਉਣ ਲਈ। ਅਤੇ ਮੇਰੀ ਅਰਦਾਸ ਆ ਕਿ ਮੈਂ ਅੱਜ ਰਾਤ ਸੌਣ ਤੱਕ ਮੇਰੇ ਕੋਲੋਂ ਕੋਈ ਗਲਤ ਕੰਮ ਨਾ ਕਰਾਇਓ। ਨਾ ਮੈਂ ਕਿਸੇ ਦਾ ਗਲਤ ਸੋਚਾਂ ਅਤੇ ਨਾ ਮੇਰੇ ਕੋਲੋਂ ਗਲਤ ਕੰਮ ਹੋਵੇ। ਫਿਰ ਰਾਤ ਨੂੰ ਪੂਰੇ ਦਿਨ ਦੇ ਕੰਮਾਂ 'ਤੇ ਧਿਆਨ ਰੱਖਿਓ, ਪਹਿਰਾ ਦਿਓ ਆਪਣੇ ਕੰਮਾਂ 'ਤੇ। ਫਿਰ ਜਦੋਂ ਰਾਤ ਨੂੰ ਤੁਸੀਂ ਸੌਂਗੇ ਨਾ, ਸੱਚੀ ਗੱਲ ਹੈ ਨੀਂਦ ਬੜੀ ਪਿਆਰੀ ਆਏਗੀ। ਅੱਧੀਆਂ ਬਿਮਾਰੀਆਂ ਉੱਦਾਂ ਹੀ ਠੀਕ ਹੋ ਜਾਣੀਆਂ। ਸਾਰੀਆਂ ਬਿਮਾਰੀਆਂ ਦੀ ਦਵਾਈ ਨਹੀਂ ਹੁੰਦੀ। ਕੁਝ ਬਿਮਾਰੀਆਂ ਸਾਡੀਆਂ ਆਪ ਸਹੇੜੀਆਂ ਹੋਈਆਂ ਵਾ, ਜਿਹੜੀਆਂ ਬਿਨਾਂ ਵਜ੍ਹਾ ਹੀ ਸਾਡੇ ਦਿਮਾਗ 'ਤੇ ਚੜ੍ਹੀਆਂ ਹੋਈਆਂ ਨੇ। ਤਾਂ ਗੁਰੂ ਬਖਸ਼ਿਸ਼ ਕਰੇ ਸਾਰੇ ਵੀਰਾਂ ਦਾ। ਤੁਸੀਂ ਬੜੇ ਧਿਆਨ ਨਾਲ ਸੁਣਿਆ। ਮੈਂ ਸੱਚ ਕਹਿੰਦਾ ਧੰਨਵਾਦ ਕਰਦਾ ਜਿੰਨੇ ਵੀ ਤੁਸੀਂ ਮੇਰੇ ਵੀਰ ਭੈਣ ਭਰਾ ਬਜ਼ੁਰਗ ਨੌਜਵਾਨ ਗੁਰੂ ਦੀ ਗੋਦ 'ਚ ਬੈਠੇ ਹੋ। ਪਰ ਇੱਕੋ ਹੀ ਬੇਨਤੀ ਹੈ, ਸਹਿਜ ਪਾਠ ਕਰੋ। ਖੰਡੇ ਦੀ ਪਹੁਲ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਨਸ਼ਿਆਂ ਦਾ ਤਿਆਗ ਕਰਕੇ ਇੰਨੇ ਸਾਲ ਇੰਨਾ ਕੁਝ ਕਰਕੇ ਵੇਖ ਲਿਆ, ਕੁਝ ਸਾਲ ਗੁਰੂ ਦੇ ਹੋ ਕੇ ਵੇਖ ਲਓ। ਆਨੰਦ ਵੱਖਰਾ ਆਏਗਾ, ਸਵਾਦ ਜ਼ਿੰਦਗੀ ਦਾ ਵੱਖਰਾ ਆਏਗਾ। ਦਿਨ ਚੰਗਾ ਲੰਘੇਗਾ, ਰਾਤ ਚੰਗੀ ਲੰਘੇਗੀ, ਜ਼ਿੰਦਗੀ ਖੂਬਸੂਰਤ ਬਣੇਗੀ। ਸਾਰਿਆਂ ਦਾ ਧੰਨਵਾਦ। ਅਖੀਰ 'ਤੇ ਇਹਨਾਂ ਤੁਕਾਂ ਦਾ ਪਾਠ ਕਰਕੇ ਫਿਰ ਸਮਾਪਤੀ ਹੈ। ਰੈਣ ਗਵਾਈ ਸੋਏ ਕੈ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਕੌਡੀ ਬਦਲੇ ਜਾਏ, ਰੈਣ ਗਵਾਈ ਸੋਏ ਕੈ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਹੀਰੇ ਜੈਸਾ ਜਨਮ ਹੈ। ਵਾਹ ਵਾਹ। ਕੌਡੀ ਬਦਲੇ ਜਾਏ, ਕੌਡੀ ਬਦਲੇ ਜਾਏ, ਕੋਟਾਨ ਕੋਟ ਸ਼ੁਕਰਾਨਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਉਦਮ ਪ੍ਰੇਰਨਾ ਬਖਸ਼ਿਸ਼ ਕੀਤੀ। ਮਾਲਕ ਦੀ ਬਖਸ਼ੀ ਹੋਈ ਪ੍ਰੇਰਨਾ ਸਦਕਾ ਆਪਾਂ ਰਲ ਮਿਲ ਕੇ ਗੁਰਮਤਿ ਗੁਰਬਾਣੀ ਗੁਰੂ ਸ਼ਬਦ ਦੀਆਂ ਵਿਚਾਰਾਂ ਦੀ ਸਾਂਝ ਪਾਈ ਹੈ। ਸਾਰਿਆਂ ਦਾ ਧੰਨਵਾਦ, ਸ਼ੁਕਰਾਨਾ ਮਾਲਕ ਦਾ। ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ।